ਭਾਰਤੀ ਸਟੇਟ ਵੱਲੋਂ ਵੀ ਸੰਤ ਜਰਨੈਲ ਸਿੰਘ ਤੇ ਹੋਰ ਸਿੱਖ ਯੋਧਿਆਂ ਦੀ ਜਿਹੜੀ ਕਿਰਦਾਰਕੁਸ਼ੀ ਹੈ ਉਹ ਕੀਤੀ ਜਾਂਦੀ ਰਹੀ ਹੈ। ਸਿੱਖ ਪਾਵਰਲੈਸ ਨੇ ਇਸ ਵੇਲੇ, ਸੋ ਉਹ ਪਾਵਰਲੈਸਨੈਸ ਨੂੰ ਉਹ ਵਾਰ-ਵਾਰ ਚਿਤਾਰਦੇ ਆ। ਅਸੀਂ ਤੁਹਾਡੇ ਤੇ ਹਮਲਾ ਕਰਿਆ ਸੀ, ਅਸੀਂ ਤੁਹਾਨੂੰ ਹਰਾਇਆ ਸੀ, ਅਸੀਂ ਤੁਹਾਡੇ ਬੰਦੇ ਮਾਰੇ ਸੀ, ਔਰ ਮਤਲਬ ਕਿ ਵਾਰ-ਵਾਰ ਇਹ ਸਾਈਕੋਲੋਜੀਕਲ ਵਾਰਫੇਅਰ ਦੇ ਉਸ ਇੰਟਰਵਿਊ ਵਿੱਚ ਇੰਟਰਵਿਊ ਕਰਨ ਵਾਲੇ ਵੀ ਉਸ ਧਰਮ ਨਾਲ ਸੰਬੰਧ ਰੱਖਦੇ ਨੇ। ਜੀ ਜੀ, ਜਿਹੜਾ ਇੰਟਰਵਿਊ ਦੇ ਰਿਹਾ ਹੈਗਾ ਉਹ ਵੀ ਬੰਦਾ ਉਹਨਾਂ ਦਾ ਹੀ ਹੈ, ਜਿਹੜਾ ਮਤਲਬ ਕਿ ਇੱਕ ਪਾਸੜ ਹੈ। ਇੰਟਰਵਿਊ ਨੂੰ ਸੁਣਨ ਵਾਲੇ ਲੋਕ ਵੀ ਉਹੀ ਨੇ, ਪਲੇਟਫਾਰਮ ਵੀ ਉਹਨਾਂ ਦਾ ਹੀ ਹੈ। ਸੋ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਇੱਕ ਸਾਈਡ ਦੀਆਂ ਨੇ। ਸੰਤ ਜਰਨੈਲ ਸਿੰਘ ਨੂੰ 11ਵੇਂ ਗੁਰੂ ਵਾਂਗ ਜਿਹੜਾ ਹੈ ਮੰਨਿਆ ਜਾਣ ਲੱਗਾ ਤੇ ਉਹ ਇਹ ਵੀ ਕਹਿੰਦੇ ਹੈਗੇ ਆ ਵੀ ਸੰਤ ਜਰਨੈਲ ਸਿੰਘ ਇੱਕ 11ਵਾਂ ਗੁਰੂ ਬਣ ਗਿਆ ਸੀ, ਹੈ ਨਾ। ਤਾਂ ਫਿਰ ਸਟੇਟ ਨੂੰ ਇਹ ਵੀ ਉਹ ਉਹਨਾਂ ਦੇ ਸ਼ਬਦਾਂ ਦੇ ਹਿਸਾਬ ਨਾਲ ਇਟ ਮੀਨਸ ਵੀ ਸੰਤ ਜਰਨੈਲ ਸਿੰਘ ਦੀ ਇੱਕ ਸਤਿਕਾਰ ਸੀ ਔਰ ਲੋਕ ਉਹਦੀ ਗੱਲ ਸੁਣਦੇ ਸੀ, ਉਹਦੀ ਫੋਲੋਇੰਗ ਸੀ, ਇੱਕ ਬਹੁਤ ਵੱਡੀ ਫੋਲੋਇੰਗ ਸੀ। ਸੋ ਇੱਕ ਇਮਾਨਦਾਰ ਔਰ ਸਿਆਣੀ ਸਟੇਟ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਇਸ ਤਰ੍ਹਾਂ ਐਡੀ ਵੱਡੀ ਫੋਲੋਇੰਗ ਵਾਲੇ ਲੋਕਾਂ ਨੂੰ ਜਾਂ ਕੌਮ ਨੂੰ ਕੀ ਹਥਿਆਰਾਂ ਨਾਲ ਕ੍ਰਸ਼ ਕਰਨਾ ਜਾਂ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਚਲਾਈਏ। ਇਹ ਤੋਂ ਪਤਾ ਲੱਗਦਾ ਵੀ ਉਹਦੀ ਜਿਹੜੀ ਹੈਗੀ ਆ ਸਿੱਖੀਜ਼ਮ ਬਾਰੇ ਜਿਹੜੀ ਨੌਲੇਜ, ਕਿਉਂਕਿ ਬਹੁਤ ਦੇਰ ਤੋਂ ਪੰਜਾਬ ਤੋਂ ਬਾਹਰ ਰਹਿ ਰਿਹਾ, ਉਹ ਡਿਟੈਚਡ ਆ ਸਿੱਖ ਪਰੰਪਰਾ ਨਾਲੋਂ, ਸਿੱਖ ਧਰਮ ਨਾਲੋਂ। ਮਤਲਬ ਘਰੇ ਜੰਮਿਆ ਤਾਂ ਹੈਗਾ ਪਰ ਉਹਨੇ ਸਿੱਖੀ ਕਮਾਈ ਨਹੀਂ ਜਾਂ ਉਧਰਲੇ ਬੰਨੇ ਨਹੀਂ ਕਮਾਈ ਨਹੀਂ ਹੈ ਨਾ। ਤੇ ਦੂਜਾ ਹੁਣ ਜਿਹੜਾ ਇਹ ਕਹਿਣਾ ਹੈਗਾ ਵੀ 82 83 84 ਵਿੱਚ ਉਹ ਸਾਰਾ ਹੋ ਰਿਹਾ ਸੀ। ਹੁਣ 82 ਵਿੱਚ ਜਿਹੜਾ ਹੈਗਾ ਕਪੂਰੀ ਦਾ ਜਿਹੜਾ ਉਹ ਮੋਰਚਾ ਸ਼ੁਰੂ ਹੁੰਦਾ ਹੈ ਨਾ। ਸੋ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਪਾਂ ਦੱਸੀਏ ਵੀ ਕੋਈ ਵੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਵੀ ਕਤਲੋਗਾਰਤ ਹੋ ਰਹੀ ਸੀ। ਬਕਾਇਦਾ ਸ਼ਾਂਤਮਈ ਮੋਰਚਾ ਸੀ। ਹਾਲਾਂਕਿ ਸਟੇਟ ਸਖਤ ਸੀ ਵੀ 1.5 ਲੱਖ ਬੰਦਾ ਜੇਲ੍ਹਾਂ ਵਿੱਚ ਪਾ ਕੇ ਵੀ ਉਦੋਂ ਜੇ ਤੁਹਾਨੂੰ ਯਾਦ ਹੋਵੇ ਜੇਲ੍ਹਾਂ ਦੇ ਵਿੱਚ ਕਪੈਸਿਟੀ ਘਟ ਗਈ ਸੀ, ਸਕੂਲਾਂ ਵਿੱਚ ਬੰਦੇ ਰੱਖੇ ਸੀ, ਕਾਲਜਾਂ ਦੇ ਹੋਸਟਲਾਂ ਵਿੱਚ ਬੰਦੇ ਰੱਖੇ ਗਏ ਸੀ। ਇੰਨਾ ਸ਼ਾਂਤਮਈ ਔਰ ਡਿਸਿਪਲਿਨਡ ਮੋਰਚਾ ਚੱਲ ਰਿਹਾ ਸੀ ਵੀ ਉਹਦੇ ਵਿੱਚ 82 ਵਿੱਚ ਤੇ 83 ਵਿੱਚ ਕੋਈ ਵੀ ਇਸ ਤਰ੍ਹਾਂ ਦਾ ਘਟਨਾਕ੍ਰਮ ਨਹੀਂ ਸੀ ਜਿਹਨੂੰ ਆਪਾਂ ਕਹਿ ਸਕੀਏ ਵੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਬਿਲਕੁਲ ਖਰਾਬ ਹੋਈ ਆ। ਉਹਨਾਂ ਨੇ ਇੱਕ ਗੱਲ ਹੋਰ ਜਿਹੜੀ ਉਹਨਾਂ ਕਹੀ ਹੈਗੀ ਆ ਕਿ ਕਹਿੰਦੇ ਕਿ ਖਾਲਿਸਤਾਨ ਦੀ ਜਿਹੜੀ ਹੈ ਡਿਕਲੇਰੇਸ਼ਨ ਹੋ ਜਾਣੀ ਸੀ ਵੀ ਜੇ ਅਸੀਂ ਹਮਲਾ ਨਾ ਕਰਦੇ ਜਲਦੀ ਤੋਂ ਜਲਦੀ। ਇਸ ਤਰ੍ਹਾਂ ਦਾ ਕੁਝ ਨਹੀਂ ਸੀ ਵੀ ਖਾਲਿਸਤਾਨ ਦਾ ਐਲਾਨ ਹੋਣ ਜਾ ਰਿਹਾ ਹੈ। ਹਾਂ, ਧਰਮ ਯੁੱਧ ਮੋਰਚਾ ਸੀ ਜਿਹਨੂੰ ਕਿ ਸਰਕਾਰ ਕ੍ਰਸ਼ ਕਰਨਾ ਚਾਹੁੰਦੀ ਸੀ, ਜਿਹੜਾ ਕਿ ਨਹੀਂ ਸੀ ਕਰਨਾ ਚਾਹੀਦਾ। And how Khalistan may be declared within the next 5 or 6 days. Pakistan would cross the border just as we went into Bangladesh. ਮੈਂ ਅੱਜ ਤੱਕ ਇਹ ਦਾਅਵੇ ਨਾਲ ਕਹਿ ਸਕਦਾ ਵੀ ਪਾਕਿਸਤਾਨ ਕਦੇ ਵੀ ਇਸ ਸਿਚੁਏਸ਼ਨ ਵਿੱਚ ਨਹੀਂ ਸੀ ਫਰੋਮ ਡੇ 1 ਵੀ ਉਹ ਇੰਡੀਆ ਤੇ ਹਮਲਾ ਕਰ ਸਕਦਾ। ਇੱਕ ਫੌਜੀ ਅਫਸਰ ਵੱਲੋਂ ਇਸ ਤਰ੍ਹਾਂ ਦੀਆਂ ਪੇਤਲੀਆਂ ਗੱਲਾਂ ਕਰਨੀਆਂ ਔਰ ਹਲਕਾਪਣ ਲਿਆਉਣਾ, ਜਦੋਂ ਕਿ ਆਮ ਸਧਾਰਨ, ਮੈਂ ਉਦੋਂ ਮੇਰੇ ਖਿਆਲ 10ਵੀਂ ਚ ਪੜ੍ਹਦਾ ਸੀ, ਹੈ ਨਾ। ਸੋ ਉਦੋਂ ਵੀ ਸਾਡੀ ਇਹ ਇੰਟਿਊਸ਼ਨ ਸੀਗੀ ਵੀ ਪਾਕਿਸਤਾਨ ਇੰਨੀ ਕੈਪੇਬਿਲਿਟੀ ਚ ਨਹੀਂ ਹੈਗਾ ਵੀ ਉਹ ਹਮਲਾ ਕਰ ਸਕਦਾ ਹੋਵੇ। ਸੋ ਇਹ ਆਪਾਂ ਕਹਿ ਸਕਦੇ ਬਲੈਟੈਂਟ ਲਾਈ ਆ। When I got to Amritsar, I got to know that there are about 2,000. They're heavily armed. They've got machine guns, rocket launchers. ਸਾਰੇ ਸਿੱਖ ਵਿਦਵਾਨਾਂ ਦੇ ਹਿਸਾਬ ਨਾਲ ਮਤਲਬ ਕਿ 200 ਬੰਦਿਆਂ ਤੋਂ ਘੱਟ ਸੀ ਜਿਹੜੇ ਲੜਨ ਵਾਲੇ ਸੀ, ਹੈ ਨਾ। ਸੋ ਇਹ ਇੱਕ ਹੁਣ ਇਹ ਕਹਿਣਾ ਵੀ 2000 ਬੰਦਾ ਅੰਦੇ ਲੜ ਰਿਹਾ ਸੀ, ਇਹ ਗਲਤ ਇਨਫੋਰਮੇਸ਼ਨ ਆ। ਮੈਨੂੰ ਲੱਗਦਾ ਇੱਕ ਮਿਲਟਰੀ ਆਫੀਸਰ ਜਿਹੜਾ ਕਮਾਂਡਿੰਗ ਆਫੀਸਰ ਸੀ ਉਹਨੂੰ ਅਪ ਟੂ ਡੇਟ ਹੋ ਕੇ ਆਉਣਾ ਚਾਹੀਦਾ। ਜੇ ਉਹਨੇ ਇੰਟਰਵਿਊ ਵੀ ਦੇਣੀ ਹੈਗੀ ਨਾ, ਉਹਨੂੰ ਐਗਜ਼ੈਕਟ ਨੰਬਰਸ ਦਾ ਪਤਾ ਹੋਣਾ ਚਾਹੀਦਾ ਤਾਂ ਕਿ ਦੇਸ਼ ਨੂੰ ਜਾਂ ਕੌਮ ਨੂੰ ਜਾਂ ਜਿਹੜੀਆਂ ਹੋਰ ਜਿਹੜੇ ਲੋਕ ਸੁਣਨ ਵਾਲੇ ਫਿਰ ਉਹ ਆਪਣੀ ਤਰ੍ਹਾਂ ਨਾਲ ਆਪਣੀ ਜਿਹੜੀ ਜੇ ਆਪਾਂ ਕਿ ਸਟੇਟ ਵੱਲੋਂ ਵੀ ਜੇ ਉਹ ਕਰ ਰਹੇ ਹੈਗੇ ਆ ਇਹ ਤੇ ਫਿਰ ਉਹ ਆਪਣੀ ਵੀ ਇੱਕ ਤਰ੍ਹਾਂ ਦੀ ਗਲਤ ਕਰ ਰਿਹਾ ਵੀ ਜੇ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੈਗੇ। ਹਾਂਜੀ, ਬਿਲਕੁਲ ਗਲਤ ਕਰ ਰਿਹਾ ਕਿ 2000 ਬੰਦਾ ਲੜਨ ਵਾਲਾ ਨਹੀਂ ਸੀ, 200 ਤੋਂ ਘੱਟ ਸੀ। ਇੱਕ ਐਥਨਿਕ ਮਿਨੋਰਿਟੀ ਦੇ ਖਿਲਾਫ ਜਿਹੜੀਆਂ ਜੰਗ ਲੜਨ ਲਈ ਫੌਜਾਂ ਭੇਜੀਆਂ ਜਾਂਦੀਆਂ ਸਰਕਾਰ ਵੱਲੋਂ, ਉਹ ਬਿਲਕੁਲ ਹੀ ਵੱਖਰੇ ਧਰਮ, ਵੱਖਰੀ ਮਰਿਆਦਾ ਤੇ ਵੱਖਰੇ ਕਲਚਰਲ ਬੈਕਗ੍ਰਾਉਂਡ ਚੋਂ ਆਉਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕੌਮਾਂ ਗੁਲਾਮ ਹੋ ਜਾਂਦੀਆਂ ਹਨ ਤਾਂ ਉਹਨਾਂ 'ਤੇ ਰਾਜ ਕਰਨ ਵਾਲੀਆਂ ਧਿਰਾਂ ਉਹਨਾਂ ਦੇ ਇਤਿਹਾਸ, ਵਿਰਸੇ ਤੇ ਨਾਇਕਾਂ ਨੂੰ ਬਦਨਾਮ ਕਰਨ ਦੀ ਇੱਕ ਮੁਹਿੰਮ ਛੇੜ ਦਿੰਦੀਆਂ ਹਨ। 1716 'ਚ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਵੀ ਇਸੇ ਤਰੀਕੇ ਦੇ ਨਾਲ ਕਿਰਦਾਰਕੁਸ਼ੀ ਕੀਤੀ ਗਈ। 1849 ਦੇ ਵਿੱਚ ਜਦੋਂ ਅੰਗਰੇਜ਼ ਹਕੂਮਤ ਨੇ ਪੂਰੇ ਪੰਜਾਬ 'ਤੇ ਧੋਖੇ ਨਾਲ ਕਬਜ਼ਾ ਕੀਤਾ ਤਾਂ ਸ਼ੇਰੇ ਪੰਜਾਬ ਤੇ ਸਿੱਖ ਨਾਇਕਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਇਸੇ ਹੀ ਲੜੀ ਦੇ ਤਹਿਤ ਸਮੇਂ-ਸਮੇਂ 'ਤੇ ਭਾਰਤੀ ਸਟੇਟ ਵੱਲੋਂ ਵੀ ਸੰਤ ਜਰਨੈਲ ਸਿੰਘ ਤੇ ਹੋਰ ਸਿੱਖ ਯੋਧਿਆਂ ਦੀ ਜਿਹੜੀ ਕਿਰਦਾਰਕੁਸ਼ੀ ਹੈ ਉਹ ਕੀਤੀ ਜਾਂਦੀ ਰਹੀ ਹੈ। ਪਿਛਲੇ ਦਿਨੀ ANI ਦੇ ਪੋਡਕਾਸਟ ਦੇ ਵਿੱਚ ਜਰਨਲ ਕੁਲਦੀਪ ਬਰਾੜ ਦੀ ਇੱਕ ਇੰਟਰਵਿਊ ਆਈ ਜਿਸ ਦੇ ਵਿੱਚ ਸਾਕਾ ਨੀਲਾ ਤਾਰਾ ਅਤੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਬਾਰੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਚੁੱਕੇ ਗਏ। ਇਹਨਾਂ ਦੀ ਪੜਚੋਲ ਕਰਨ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ। ਆਓ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਅਵਤਾਰ ਸਿੰਘ ਜੀ, ਸ਼ੁਰੂਆਤ ਅੱਜ ਆਪਾਂ ਕਰਨੀ ਜ਼ਰੂਰੀ ਤਾਂ ਕਰਕੇ ਹੋ ਜਾਂਦੀ ਹੈ ਕਿਉਂਕਿ ਜਨਰੇਸ਼ਨ ਤੋਂ ਜਨਰੇਸ਼ਨ ਜਦੋਂ ਕਿਸੇ ਗੱਲ ਨੂੰ ਬਾਰ-ਬਾਰ ਅਸੀਂ ਕਹਿੰਦੇ ਰਹਿੰਦੇ ਹਾਂ ਤਾਂ ਉਹ ਜਿਹੜਾ ਝੂਠ ਹੈ ਉਹ ਵੀ ਸੱਚ ਹੋ ਕੇ ਜਿਹੜਾ ਹੈ ਉਹ ਨਿੱਤਰਦਾ ਹੈਗਾ ਹੈ। ਅਤੇ ਜਿਹੜੀ ਸਾਡੀ ਨਵੀਂ ਪਨੀਰੀ ਹੈ, ਕਿਉਂਕਿ ਇੱਕ ਪਨੀਰੀ ਤਾਂ ਉਹ ਹੈ ਕਿ ਜਿਹੜੀ ਉਹਨਾਂ ਸਮਿਆਂ ਦੇ ਵਿੱਚ ਪੈਦਾ ਹੋਈ, ਜਿਨ੍ਹਾਂ ਨੂੰ ਆਪਾਂ ਕਹੀਏ ਕਿ ਥੋੜ੍ਹਾ ਬਹੁਤਾ ਸੰਘਰਸ਼ ਬਾਰੇ ਜਿਹੜਾ ਉਹਨਾਂ ਦੇ ਪੇਰੈਂਟਸ ਵੱਲੋਂ ਜਿਹੜਾ ਪਤਾ ਲੱਗਿਆ। ਇੱਕ ਉਹ ਪਨੀਰੀ ਹੈ ਜਿਹੜੀ ਉਸ ਤੋਂ ਵੀ 10 ਸਾਲ ਬਾਅਦ ਜਾਂ 20 ਸਾਲ ਬਾਅਦ ਪੈਦਾ ਹੋਈ, ਜਿਨ੍ਹਾਂ ਨੂੰ ਇਸ ਸੰਘਰਸ਼ ਦੇ ਬਾਰੇ ਬਿਲਕੁਲ ਨਹੀਂ ਪਤਾ, ਅਤੇ ਉਹਨਾਂ ਨੂੰ ਜਿਹੜਾ ਨੈਰੇਟਿਵ, ਜਿਹੜਾ ਬਿਰਤਾਂਤ ਜੋ ਕੁਝ ਸਿਰਜਿਆ ਗਿਆ, ਜੋ ਕੁਝ ਸਟੇਟ ਦੇ ਵੱਲੋਂ ਸਿਰਜਿਆ ਗਿਆ, ਉਹੀ ਬਾਰ-ਬਾਰ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਹ ਪੜਚੋਲ ਇੱਥੇ ਜ਼ਰੂਰੀ ਵੀ ਬਣਦੀ ਹੈ ਤਾਂ ਕਿ ਜਿਹੜੇ ਬਹੁਤ ਸਾਰੇ ਸਵਾਲ ਜਿਹੜੇ ਖੜ੍ਹੇ ਕੀਤੇ ਗਏ ਨੇ ਉਹਨਾਂ ਦਾ ਜਿਹੜਾ ਹੈ ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰੀਏ। ਅਤੇ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਹਾਂ ਕਿ ਸਿਧਾਂਤਕ ਪਹਿਲੂ ਕਿਵੇਂ ਦੇਖਦੇ ਹੋ ਤੁਸੀਂ? ਹਾਂਜੀ, ਜਨਰਲ ਕੁਲਦੀਪ ਬਰਾੜ ਦੀ ਜਿਹੜੀ ANI 'ਤੇ ਇੰਟਰਵਿਊ ਆਈ ਹੈਗੀ ਆ, ਸੋ ਬਿਲਕੁਲ ਤੁਹਾਡੀ ਗੱਲ ਠੀਕ ਆ। ਟਾਈਮਿੰਗ ਦੀ ਤਾਂ ਇੱਕ ਕਾਫੀ ਸਾਰਿਆਂ ਲਈ ਪਰੇਸ਼ਾਨੀ ਵਾਲੀ ਗੱਲ ਬਣੀ ਹੋਈ ਆ, ਪਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਹੜੇ ਤੁਸੀਂ ਸ਼ਬਦ ਵਰਤੇ ਨੇ ਵੀ ਹਾਂ ਜਿਹੜੀਆਂ ਜੇਤੂ ਕੌਮਾਂ ਹੁੰਦੀਆਂ ਨੇ ਉਹ ਆਪਣੇ ਅਧੀਨ ਰਹਿਣ ਵਾਲੀਆਂ ਕੌਮਾਂ ਦੇ ਸਾਰੀਆਂ ਪਰੰਪਰਾਵਾਂ, ਇਤਿਹਾਸ ਮਿਥਿਹਾਸ ਅਤੇ ਔਰ ਉਹਦੀਆਂ ਜਿਹੜੀਆਂ ਜੰਗਜੂ ਧਾਰਾਵਾਂ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦਾ ਜਿਹੜਾ ਯਤਨ ਕਰਦੀਆਂ। ਸੋ ਇਸ ਇੰਟਰਵਿਊ ਨੂੰ ਅਸੀਂ ਇਸੇ ਸੰਦਰਭ 'ਚ ਹੀ ਦੇਖਦੇ ਹੈਗੇ ਹਾਂ। ਸੋ ਇੱਕ ਹੈਗਾ ਵੀ ਸਿੱਖ ਪਾਵਰਲੈਸ ਨੇ ਇਸ ਵੇਲੇ, ਸੋ ਉਹ ਪਾਵਰਲੈਸਨੈਸ ਨੂੰ ਉਹ ਵਾਰ-ਵਾਰ ਚਿਤਾਰਦੇ ਆ। ਸੋ ਜਿਹੜੀ ਜੇਤੂ ਕੌਮ ਦੀਆਂ ਜਿਹੜੀਆਂ ਧਿਰਾਂ ਨੇ ਕਿਤੇ ਨਾ ਕਿਤੇ ਜਿਨ੍ਹਾਂ ਨੇ ਸਿੱਖ ਕੌਮ 'ਤੇ ਹਮਲੇ ਕਰੇ ਨੇ, ਸੋ ਉਹ ਲਗਾਤਾਰ ਆ ਜਿਹੜੀਆਂ ਇਹਨਾਂ ਇੰਟਰਵਿਊਜ਼ ਰਾਹੀਂ ਉਹ ਵਾਰ-ਵਾਰ ਸਾਨੂੰ ਚਿਤਾਰਦੀਆਂ ਨੇ ਵੀ ਤੁਸੀਂ ਪਾਵਰਲੈਸ ਆ, ਅਸੀਂ ਪਾਵਰਫੁੱਲ ਹਾਂ, ਅਸੀਂ ਤੁਹਾਡੇ 'ਤੇ ਸੱਤਾ ਜਿਹੜੀ ਉਹ ਕਰ ਸਕਦੇ ਹੈਗੇ ਹਾਂ। ਇਤਫਾਕਵਾਸੀ ਮੈਂ 1-2 ਕਿਤਾਬਾਂ ਪੜ੍ਹ ਰਿਹਾ ਸੀ, ਸੋ ਉਹਨਾਂ ਕਿਤਾਬਾਂ ਵਿੱਚ ਵਾਕਰ ਕੋਰਨਰ ਦੀ ਕਿਤਾਬ ਆ ਐਥਨੋ ਨੈਸ਼ਨਲਿਜ਼ਮ, ਅਤੇ ਐਥਨੋ ਨੈਸ਼ਨਲਿਜ਼ਮ ਵਿੱਚ ਵਾਕਰ ਕੋਰਨਰ ਨੇ ਬਿਲਕੁਲ ਗੱਲਾਂ ਸਾਫ਼ ਕਰੀਆਂ ਨੇ। ਉਹ ਕਹਿੰਦਾ ਵੀ ਕਈ ਵਾਰ ਹੁੰਦਾ ਵੀ ਇਤਿਹਾਸ ਵਿੱਚ ਰਾਜਨੀਤਿਕ ਹਾਦਸੇ ਵਾਪਰ ਜਾਂਦੇ ਆ, ਉਹਨਾਂ ਰਾਜਨੀਤਿਕ ਹਾਦਸਿਆਂ ਵਿੱਚ ਇੱਕੋ ਹੀ ਪੋਲੀਟੀਕਲ ਸਟਰਕਚਰ ਦੇ ਤਹਿਤ ਵੱਖ-ਵੱਖ ਕੌਮਾਂ ਨੇ ਜਿਹੜੀਆਂ ਰਹਿਣ ਲਈ ਮਜਬੂਰ ਹੋ ਜਾਂਦੀਆਂ ਨੇ। ਸੋ ਉਹਨਾਂ ਕੌਮਾਂ ਦਾ ਪੋਲੀਟੀਕਲ ਸਟਰਕਚਰ ਬੇਸ਼ੱਕ ਇੱਕ ਕੁੰਡੇ ਥੱਲੇ ਰਹਿ ਰਿਹਾ ਹੋਵੇ, ਪਰ ਉਹਨਾਂ ਦੀ ਐਥਨੀਸਿਟੀ, ਉਹਨਾਂ ਦੀਆਂ ਪਰੰਪਰਾਵਾਂ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਧਰਮ ਆ ਜਿਹੜਾ ਵੱਖਰਾ ਹੁੰਦਾ ਹੈ। ਔਰ ਉਹਨੇ ਬਿਲਕੁਲ ਸਪਸ਼ਟ ਗੱਲ, ਮਤਲਬ ਕਿ ਬਹੁਤ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਵੀ ਪੋਲੀਟੀਕਲ ਐਂਡ ਐਥਨਿਕ ਬਾਰਡਰਸ ਸੈਲਡਮ ਕੋਇਨਸਾਈਡ ਵਿਦ ਈਚ ਅਦਰ। ਸੋ ਜਿਹੜੇ ਰਾਜਨੀਤਿਕ ਬਾਰਡਰ ਆ ਅਤੇ ਐਥਨਿਕ ਬਾਰਡਰ ਆ ਉਹ ਕਦੀ ਵੀ ਇੱਕ ਮਤ ਨਹੀਂ ਹੁੰਦੇ, ਉਹਨਾਂ ਵਿੱਚ ਹਮੇਸ਼ਾ ਹੀ ਜਿਹੜਾ ਡਿਫਰੈਂਸ ਆ ਉਹ ਬਣਿਆ ਰਹਿੰਦਾ ਹੈਗਾ ਨਾ। ਸੋ ਇਸੇ ਦੌਰਾਨ ਉਹਨਾਂ ਨੇ ਫਿਰ ਜੌਹਨ ਸਟੂਅਰਟ ਮਿਲ, ਜਿਹੜੇ ਕਿ ਬਰਤਾਨੀਆ ਦੇ ਬਹੁਤ ਵੱਡੇ ਵਿਦਵਾਨ ਹੋਏ ਆ, 100-150 ਸਾਲ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਕੋਟੇਸ਼ਨਸ ਆ ਉਹ ਇੱਥੇ ਵਰਤੀਆਂ ਨੇ ਆਪਣੇ ਆਧਾਰਾਂ ਨੂੰ ਜਸਟੀਫਾਈ ਕਰਨ ਲਈ। ਸੋ ਜੌਹਨ ਸਟੂਅਰਟ ਮਿਲ ਨੇ ਇਹ ਆਖਿਆ ਹੈਗਾ ਵੀ ਜਦੋਂ ਇੱਕ ਬਹੁ ਗਿਣਤੀ ਰਾਜ ਕਰਦੀ ਹੈ, ਉਹਦੇ ਅਧੀਨ ਵੱਖ-ਵੱਖ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ, ਸੱਭਿਆਚਾਰਕ ਧਾਰਮਿਕ ਘੱਟ ਗਿਣਤੀਆਂ ਰਹਿੰਦੀਆਂ ਨੇ, ਇੱਕ ਤਾਂ ਉਹਨਾਂ ਦੀ ਆਵਾਜ਼ ਬੰਦ ਕਰਨ ਦਾ ਤਾਂ ਉਹ ਜਿਹੜਾ ਹੈਗਾ ਉਹ ਕੋਸ਼ਿਸ਼ ਕਰਦੀਆਂ ਹੀ ਨੇ ਜਿਹੜੀ ਬਹੁ ਗਿਣਤੀ ਰਾਜ ਕਰ ਰਹੀ ਹੈ। ਉਹ ਕਹਿੰਦੇ ਵੀ ਸਭ ਤੋਂ ਖਤਰਨਾਕ ਜਿਹੜੀ ਵਰਤੋਂ ਆ ਉਹਦੇ ਵਿੱਚ ਫੌਜ ਦੀ ਕੀਤੀ ਜਾਂਦੀ ਆ, ਵੀ ਜਿਹੜੀ ਰਾਜ ਕਰ ਰਹੀ ਧਿਰ ਆ ਨਾ, ਸਭ ਤੋਂ ਖਤਰਨਾਕ ਵਰਤੋਂ ਫੌਜ ਦੀ ਕਰਦੀ ਆ ਘੱਟ ਗਿਣਤੀ ਕੌਮਾਂ ਦੇ ਖਿਲਾਫ, ਅਧੀਨ ਕੌਮਾਂ ਦੇ ਖਿਲਾਫ। ਉਹ ਕਹਿੰਦਾ ਵੀ ਅਲੈਜਡ ਐਨਮੀਜ਼ ਕ੍ਰੀਏਟ ਕਰਦੀ ਆ ਵੀ ਉਹਨੇ ਸ਼ਬਦ ਵਰਤੇ ਆ ਅਲੈਜਡ ਆਰਮੀਜ਼, ਵੀ ਕਥਿਤ ਦੁਸ਼ਮਣ ਜਿਹੜੇ ਇੱਕ ਤਰ੍ਹਾਂ ਨਾਲ ਕ੍ਰੀਏਟ ਕੀਤੇ ਹੋਏ ਦੁਸ਼ਮਣ ਆ, ਵੀ ਉਹ ਦੁਸ਼ਮਣਾਂ ਨੂੰ ਕ੍ਰੀਏਟ ਕਰਦੀ ਹੈ ਰਾਜ ਕਰਦੀ ਹੋਈ ਧਿਰ। ਫਿਰ ਇੱਕ ਐਥਨਿਕ ਮਿਨੋਰਿਟੀ ਦੇ ਖਿਲਾਫ ਜਿਹੜੀਆਂ ਜੰਗ ਲੜਨ ਲਈ ਫੌਜਾਂ ਭੇਜੀਆਂ ਜਾਂਦੀਆਂ ਸਰਕਾਰ ਵੱਲੋਂ, ਉਹ ਬਿਲਕੁਲ ਹੀ ਵੱਖਰੇ ਧਰਮ, ਵੱਖਰੀ ਮਰਿਆਦਾ ਅਤੇ ਵੱਖਰੇ ਕਲਚਰਲ ਬੈਕਗਰਾਊਂਡ 'ਚੋਂ ਆਉਂਦੀਆਂ। ਹੁਣ ਆਪਾਂ 1984 ਵਾਲੇ ਸਮੁੱਚੇ ਘਟਨਾਕ੍ਰਮ 'ਚੋਂ ਦੇਖ ਸਕਦੇ ਹਾਂ ਵੀ ਬਿਹਾਰ ਰੈਜੀਮੈਂਟ ਆ ਜਾਂ ਮਦਰਾਸ ਰੈਜੀਮੈਂਟ ਆ, ਉਹਦੇ 'ਚ ਕੋਈ ਵੀ ਸਿੱਖ ਰੈਜੀਮੈਂਟ ਨਹੀਂ ਆਈ, ਹੈ ਨਾ। ਤੇ ਮਤਲਬ ਕਿ ਇਸ 'ਚੋਂ ਇਹ ਜੌਨ ਸਟੂਅਰਟ ਮਿਲ ਦੀ 150 ਸਾਲ ਪਹਿਲਾਂ ਕਰੀ ਹੋਈ ਟਿੱਪਣੀ ਵੀ, ਮਤਲਬ ਕਿ ਹੋਰ ਵੀ ਉਹਨਾਂ ਨੇ ਇੰਸਟੀਟਿਊਸ਼ਨ ਦਾ ਅਦਾਲਤਾਂ ਬਾਰੇ ਜਾਂ ਅਫਸਰਸ਼ਾਹੀ ਬਾਰੇ ਕਰਿਆ, ਪਰ ਉਹ ਕਹਿੰਦੇ ਵੀ ਸਭ ਤੋਂ ਖਤਰਨਾਕ ਵਰਤੋਂ ਇਸ ਮਾਮਲੇ ਵਿੱਚ ਆ ਜਿਹੜੀ ਬਹੁ ਗਿਣਤੀ ਆ ਉਹ ਫੌਜ ਦੀ ਕਰਦੀ ਆ, ਵੀ ਉਹ ਬਹੁ ਗਿਣਤੀ ਭਾਈਚਾਰੇ ਦਾ ਜਿਹੜਾ ਫੌਜੀ ਆਸਪੈਕਟ ਆ, ਵੀ ਜਿਹੜੇ ਫੌਜ ਵਿੱਚ ਬਹੁ ਗਿਣਤੀ ਇਹ ਰਾਜ ਕਰ ਰਹੀ ਧਿਰ ਦੀ ਕੌਮ ਦੇ ਬੰਦੇ ਨੇ ਜਿਹੜੇ, ਉਹਨਾਂ ਦੇ ਸਾਹਮਣੇ ਉਹ ਦੁਸ਼ਮਣ ਕ੍ਰੀਏਟ ਕਰਦੀ ਆ। ਕਦੇ ਸਿੱਖ ਕ੍ਰੀਏਟ ਕਰ ਲਓ ਦੁਸ਼ਮਣ, ਕਦੇ ਕਸ਼ਮੀਰੀ ਕਰ ਲਓ, ਕਦੇ ਨਾਗੇ ਕਰ ਲਓ ਜਾਂ ਹੋਰ ਕਰ ਲਓ। ਸੋ ਇਹ ਸਾਰਾ ਸੰਦਰਭ ਹੈ। ਸੋ ਇਸ ਸੰਦਰਭ 'ਚੋਂ ਹੀ ਜਿਹੜੀ ਜਨਰਲ ਬਰਾੜ ਦੀ ਮੀਟਿੰਗ ਆਈ ਹੈਗੀ ਆ, ਜਿਹੜੀ ਮੁਲਾਕਾਤ ਆਈ ਆ, ਆਪਾਂ ਉਹਨੂੰ ਦੇਖ ਸਕਦੇ ਹਾਂ ਵੀ ਇੱਕ ਪਾਵਰਲੈਸ ਹੋਈ ਕੌਮ ਨੂੰ ਵਾਰ-ਵਾਰ ਚਿਤਾਰਿਆ ਜਾ ਰਿਹਾ ਹੈ ਵੀ ਅਸੀਂ ਤੁਹਾਡੇ 'ਤੇ ਹਮਲਾ ਕਰਿਆ ਸੀ, ਅਸੀਂ ਤੁਹਾਨੂੰ ਹਰਾਇਆ ਸੀ, ਅਸੀਂ ਤੁਹਾਡੇ ਬੰਦੇ ਮਾਰੇ ਸੀ। ਔਰ ਮਤਲਬ ਕਿ ਵਾਰ-ਵਾਰ ਇਹ ਸਾਈਕੋਲੋਜੀਕਲ ਵਾਰਫੇਅਰ ਦੇ ਟਾਈਮਿੰਗ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਵੀ ਸਾਈਕੋਲੋਜੀਕਲ ਵਾਰਫੇਅਰ ਆ। ਔਰ ਜੌਹਨ ਸਟੂਅਰਟ ਮਿਲ ਦੀਆਂ ਜਿਹੜੀਆਂ ਉਹ ਧਾਰਨਾਵਾਂ ਆ, ਵਾਕਰ ਕੋਰਨਰ ਦੀਆਂ ਜਿਹੜੀਆਂ ਧਾਰਨਾਵਾਂ ਨੇ ਵੀ
ਪੋਲੀਟੀਕਲ ਐਂਡ ਐਥਨਿਕ ਬਾਰਡਰਸ ਨੈਵਰ ਕੋਇਨਸਾਈਡ ਵਿਦ ਈਚ ਅਦਰ, ਹੈ ਨਾ, ਸੈਲਡਮ, ਉਹ ਕਦੀ ਵੀ ਨਹੀਂ ਹੋਇਆ ਜ਼ਿੰਦਗੀ 'ਚ, ਹੈ ਨਾ। ਸੋ ਉਹ ਲਗਾਤਾਰ ਹੈ ਜਿਹੜੀ ਇਹ ਘੱਟ ਗਿਣਤੀ ਕੌਮਾਂ ਦੀ ਆਪਣੇ ਤੇ ਰਾਜ ਕਰ ਰਹੀ ਬਹੁ ਗਿਣਤੀ ਨਾਲ, ਜੇ ਉਹ ਵੱਖਰੇ ਧਰਮ ਜਾਂ ਵੱਖਰੀ ਕੌਮ ਨਾਲ ਸੰਬੰਧ ਰੱਖਦੀ ਆ, ਇੱਕ ਲਗਾਤਾਰ ਆਨ ਗੋਇੰਗ ਸੰਘਰਸ਼ ਹੈ। ਉਸ ਸੰਘਰਸ਼ 'ਚੋਂ ਜਿਹੜੀ ਰਾਜ ਕਰ ਰਹੀ ਧਿਰ ਹੈ ਉਹ ਹਮਲਾਵਰ ਬਣ ਕੇ ਆਉਂਦੀ ਹੈ। ਸੋ ਫਿਰ ਉਹ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਜਿਹੜਾ ਸਾਰਾ ਕੁਝ ਕਰਦੇ ਆ। ਹੁਣ ਤੁਸੀਂ ਦੇਖੋ ਉਸ ਇੰਟਰਵਿਊ ਵਿੱਚ ਇੰਟਰਵਿਊ ਕਰਨ ਵਾਲੇ ਵੀ ਉਸ ਧਰਮ ਨਾਲ ਸੰਬੰਧ ਰੱਖਦੇ ਨੇ ਜੀ ਜੀ। ਜਿਹੜਾ ਇੰਟਰਵਿਊ ਦੇ ਰਿਹਾ ਹੈਗਾ ਉਹ ਵੀ ਬੰਦਾ ਉਹਨਾਂ ਦਾ ਹੀ ਹੈ, ਜਿਹੜਾ ਮਤਲਬ ਕਿ ਇੱਕ ਪਾਸੜ ਹੈ, ਇੰਟਰਵਿਊ ਨੂੰ ਸੁਣਨ ਵਾਲੇ ਲੋਕ ਵੀ ਉਹੀ ਨੇ, ਪਲੇਟਫਾਰਮ ਵੀ ਉਹਨਾਂ ਦਾ ਹੀ ਹੈ। ਸੋ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਇੱਕ ਸਾਈਡ ਦੀਆਂ ਨੇ, ਦੂਜੀ ਸਾਈਡ ਦੀਆਂ ਸੰਸਥਾਵਾਂ ਦਾ ਜਾਂ ਉਹਨਾਂ ਦੇ ਲੋਕਾਂ ਦਾ ਮਤਲਬ ਕਿ ਕੋਈ ਜ਼ਿਕਰ ਹੀ ਨਹੀਂ ਹੈਗਾ ਇਸ ਮਾਮਲੇ 'ਚ ਨਾ। ਸੋ ਇਹ ਆਪਾਂ ਦੇਖ ਸਕਦੇ ਹਾਂ ਵੀ ਇਹ ਸਾਈਕੋਲੋਜੀਕਲ ਵਾਰਫੇਅਰ ਆ ਜਿਹੜੀ, ਮੈਂ ਇਸ ਨੂੰ ਉਸ ਸੰਦਰਭ ਵਿੱਚ ਸਮਝਦਾ ਹਾਂ। ਸਰਦਾਰ ਅਵਤਾਰ ਸਿੰਘ ਜੀ, ਥੋੜ੍ਹਾ ਜਿਹਾ ਆਪਾਂ ਇਹਦੇ 'ਚ ਹੋਰ ਆਪਾਂ ਡੀਟੇਲ ਦੇ ਵਿੱਚ ਜਿੱਦਾਂ ਜਾਣਾ ਹੈਗਾ ਕਿ ਆਪਾਂ ਸਟੈਪ ਬਾਏ ਸਟੈਪ ਜੋ ਕੁਛ ਕੁਲਦੀਪ ਬਰਾੜ ਨੇ ਕਿਹਾ ਹੈ ਉਹਦੇ 'ਚ ਕਿੰਨੀ ਕੁ ਸੱਚਾਈ ਹੈ ਉਹਦੀ ਆਪਾਂ ਥੋੜ੍ਹੀ ਜਿਹੀ ਪੜਚੋਲ ਵੀ ਕਰਨੀ ਹੈ ਅਤੇ ਕੁਛ ਆਪਾਂ ਹੋਰ ਵੀ ਡੀਟੇਲ ਐਨਾਲਾਈਸਿਸ ਦਾ ਕਰਨਾ ਹੈਗਾ ਹੈ। ਅਤੇ ਪਹਿਲਾਂ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਹਾਂ, ਜੋ ਉਹਨਾਂ ਨੇ ਕਿਹਾ ਕਿ 82, 83, 84 ਦੇ ਕਹਿੰਦੇ ਜਿਹੜੇ ਹਾਲਾਤ ਨੇ ਪੰਜਾਬ ਦੇ ਬਹੁਤ ਜ਼ਿਆਦਾ ਮਾੜੇ ਸਨ। ਸੰਤ ਜਰਨੈਲ ਸਿੰਘ ਨੂੰ 11ਵੇਂ ਗੁਰੂ ਵਾਂਗ ਜਿਹੜਾ ਹੈ ਮੰਨਿਆ ਜਾਣ ਲੱਗਾ। ਜੇ ਕਿਸੇ ਦੀ ਬੱਤੀ ਚਲੀ ਜਾਵੇ, ਜੋ ਉਹਨਾਂ ਨੇ ਵਰਡ ਯੂਜ਼ ਕੀਤੇ ਆਪਾਂ ਟਰਾਂਸਲੇਟ ਕਰਦੇ ਪਏ ਹਾਂ, ਤਾਂ ਸੰਤਾਂ ਦੇ ਆ ਕੇ ਪੈਰਾਂ ਨੂੰ ਹੱਥ ਲਾ ਲਵੇ ਅਤੇ ਉਹ ਫੋਨ ਕਰਾ ਕੇ ਬੱਤੀ ਚਲਵਾ ਦਿੰਦੇ ਨੇ। Let's say in 82, 83, 84, if someone had a problem, his electricity has been cut off, he just had to go to Bindranwale, touch his feet and say, ਇਹਦਾ ਤੁਸੀਂ ਕਿਹੜੇ ਹਿਸਾਬ ਨਾਲ ਤੁਸੀਂ ਇਹਨੂੰ ਕਿਵੇਂ ਐਨਾਲਾਈਸਿਸ ਕਰੋਗੇ? ਹਾਂ, ਇੱਕ ਆਪਾਂ ਇਹ ਕਹਿ ਸਕਦੇ ਹਾਂ ਜਿਹੜੀ ਉਹਨਾਂ ਦੀ ਟਿੱਪਣੀ ਹੈ ਨਾ ਵੀ ਉਹ ਕਹਿੰਦਾ ਹੈਗਾ ਵੀ ਮੈਂ ਸਿੱਖ ਪਰਿਵਾਰ ਚੋਂ ਆਇਆ, ਜੱਟ ਸਿੱਖ ਫੈਮਿਲੀ ਚੋਂ ਹੈਗਾ, ਵੀ ਉਹਨੂੰ ਸਿੱਖੀ ਬਾਰੇ ਕੋਈ ਵੀ ਨੌਲੇਜ ਨਹੀਂ ਹੈ ਇਸ ਮਾਮਲੇ 'ਚ ਨਾ। ਇੱਕ ਤਾਂ ਵੀ ਸਿੱਖਾਂ ਵਿੱਚ 11ਵੇਂ ਗੁਰੂ ਦਾ ਕੋਈ ਕਨਸੈਪਟ ਹੀ ਹੈ ਨਹੀਂ, ਹੈ ਨਾ। ਕੋਈ ਧਾਰਮਿਕ ਪੁਰਸ਼ ਜਿਹੜੇ ਸੰਤ ਮਹਾਤਮਾ ਨੇ ਉਹਨਾਂ ਨੂੰ ਇੱਕ ਰਿਸਪੈਕਟੇਬਲ, ਈਵਨ ਭਗਤਾਂ ਨੂੰ ਵੀ ਅਸੀਂ ਗੁਰੂ ਨਹੀਂ ਕਹਿੰਦੇ, ਗੁਰੂਆਂ ਨੂੰ ਹੀ ਗੁਰੂ ਕਹਿੰਦੇ ਹੈਗੇ ਹਨ। ਬਾਕੀ ਜਿਹੜੇ ਭਗਤਾਂ ਦੀ ਬਾਣੀ ਹੈ ਉਹਨਾਂ ਨੂੰ ਭਗਤ ਦੇ ਤੌਰ ਤੇ ਸੰਬੋਧਨ ਕੀਤਾ ਜਾਣਾ। ਸੋ ਸਿੱਖ ਪਰੰਪਰਾ ਵਿੱਚ 11ਵੇਂ ਗੁਰੂ ਦਾ ਜਾਂ ਗੁਰੂ ਸਾਹਿਬ ਦੀ ਬਰਾਬਰੀ ਦਾ ਜਿਹੜਾ ਕਨਸੈਪਟ ਆ ਉਹ ਬਿਲਕੁਲ ਵੀ ਨਹੀਂ ਹੈਗਾ। ਇਹ ਤੋਂ ਪਤਾ ਲੱਗਦਾ ਵੀ ਉਹਦੀ ਜਿਹੜੀ ਹੈਗੀ ਆ ਸਿੱਖੀਜ਼ਮ ਬਾਰੇ ਜਿਹੜੀ ਨੌਲੇਜ, ਕਿਉਂਕਿ ਬਹੁਤ ਦੇਰ ਤੋਂ ਪੰਜਾਬ ਤੋਂ ਬਾਹਰ ਰਹਿ ਰਿਹਾ, ਉਹ ਡਿਟੈਚਡ ਆ ਸਿੱਖ ਪਰੰਪਰਾ ਨਾਲੋਂ, ਸਿੱਖ ਧਰਮ ਨਾਲੋਂ। ਮਤਲਬ ਘਰੇ ਜੰਮਿਆ ਤਾਂ ਹੈਗਾ ਪਰ ਉਹਨੇ ਸਿੱਖੀ ਕਮਾਈ ਨਹੀਂ ਜਾਂ ਉਧਰਲੇ ਬੰਨੇ ਨਹੀਂ ਕਮਾਈ ਨਹੀਂ ਹੈ ਨਾ। ਤੇ ਦੂਜਾ ਹੁਣ ਜਿਹੜਾ ਇਹ ਕਹਿਣਾ ਹੈਗਾ ਵੀ 82, 83, 84 ਵਿੱਚ ਉਹ ਸਾਰਾ ਹੋ ਰਿਹਾ ਸੀ। ਹੁਣ 82 ਵਿੱਚ ਜਿਹੜਾ ਹੈਗਾ ਕਪੂਰੀ ਦਾ ਜਿਹੜਾ ਉਹ ਮੋਰਚਾ ਸ਼ੁਰੂ ਹੁੰਦਾ ਹੈ ਨਾ। ਸੋ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਪਾਂ ਦੱਸੀਏ ਵੀ ਕੋਈ ਵੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਵੀ ਕਤਲੋਗਾਰਤ ਹੋ ਰਹੀ ਸੀ। ਬਕਾਇਦਾ ਸ਼ਾਂਤਮਈ ਮੋਰਚਾ ਸੀ। ਹਾਲਾਂਕਿ ਸਟੇਟ ਸਖਤ ਸੀ ਵੀ 1.5 ਲੱਖ ਬੰਦਾ ਜੇਲ੍ਹਾਂ ਵਿੱਚ ਪਾ ਕੇ, ਵੀ ਉਦੋਂ ਜੇ ਤੁਹਾਨੂੰ ਯਾਦ ਹੋਵੇ ਜੇਲ੍ਹਾਂ ਦੇ ਵਿੱਚ ਕਪੈਸਿਟੀ ਘਟ ਗਈ ਸੀ, ਸਕੂਲਾਂ ਵਿੱਚ ਬੰਦੇ ਰੱਖੇ ਸੀ, ਕਾਲਜਾਂ ਦੇ ਹੋਸਟਲਾਂ ਵਿੱਚ ਬੰਦੇ ਰੱਖੇ ਗਏ ਸੀ। ਇੰਨਾ ਸ਼ਾਂਤਮਈ ਔਰ ਡਿਸਿਪਲਿਨਡ ਮੋਰਚਾ ਚੱਲ ਰਿਹਾ ਸੀ ਵੀ ਉਹਦੇ ਵਿੱਚ 82 ਵਿੱਚ ਤੇ 83 ਵਿੱਚ ਕੋਈ ਵੀ ਇਸ ਤਰ੍ਹਾਂ ਦਾ ਘਟਨਾਕ੍ਰਮ ਨਹੀਂ ਸੀ ਜਿਹਨੂੰ ਆਪਾਂ ਕਹਿ ਸਕੀਏ ਵੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਬਿਲਕੁਲ ਖਰਾਬ ਹੋਈ ਆ। ਸਰਕਾਰ ਟਸ ਤੋਂ ਮਸ ਨਹੀਂ ਸੀ ਹੋ ਰਹੀ, ਪਰ ਅਕਾਲੀ ਜਿਹੜੇ ਵਰਕਰ ਸੀਗੇ, ਸਿੱਖ ਕੌਮ ਸੀ ਜਿਹੜੀ ਇੰਨੇ ਡਿਸਿਪਲਿਨਡ ਢੰਗ ਨਾਲ ਆਪਣਾ ਮੋਰਚਾ ਚਲਾ ਰਹੀ ਸੀ। ਆਪਣੀਆਂ ਮੰਗਾਂ ਲਈ ਪਾਣੀ ਦੀਆਂ ਸੀ ਜਾਂ ਅਨੰਦਪੁਰ ਸਾਹਿਬ ਦਾ ਸੀ। ਜਦੋਂ ਅਗਸਤ 1982 ਵਿੱਚ ਆ ਕੇ ਫਿਰ ਉਹ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਦੇ ਹਿਸਾਬ ਨਾਲ ਜਿਹੜਾ 4 ਅਗਸਤ ਨੂੰ ਸ਼ਾਇਦ ਉਦੋਂ ਹੋ ਗਿਆ ਸੀਗਾ ਵੀ ਉਹ ਸਾਰਾ ਸਾਂਝਾ ਮੋਰਚਾ ਹੋ ਗਿਆ ਸੀ। ਸੋ 82, 83, 84 ਦੀਆਂ ਜਿਹੜੀਆਂ ਘਟਨਾਵਾਂ ਨੇ, ਹਾਂ ਕੁਛ ਕਤਲੋਗਾਰਤ ਹੋਈ। ਇੱਕ 1983 ਵਿੱਚ ਹੋਇਆ ਸੀ ਢਿਲਵਾਂ ਦੇ ਲਾਗੇ ਜਿਹੜਾ ਹੁੰਦਾ ਬੱਸ ਕਾਂਡ ਹੁੰਦਾ, ਉਹਦੇ ਵਿੱਚ 6 ਵਿਅਕਤੀ ਆ ਜਿਹੜੇ ਮਾਰੇ ਜਾਂਦੇ ਆ। ਇੱਕ 1978 ਤੋਂ ਬਾਅਦ ਲਾਲਾ ਜਗਤ ਨਾਰਾਇਣ ਦਾ ਕਤਲ ਹੁੰਦਾ, ਜਾਂ ਇੱਕ ਨਿਰੰਕਾਰੀਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਸਟੇਟ ਨੇ ਸਿੱਖਾਂ ਦਾ ਕਤਲੇਆਮ ਕੀਤਾ, ਨਾ ਕਿ ਸਿੱਖਾਂ ਨੇ ਕਿਸੇ ਦਾ ਮਤਲਬ ਕਿ ਕੀਤਾ। ਇੱਕ ਘਟਨਾ ਹੈਗੀ ਆ ਜਿਹੜੀ ਉਹ 1983 ਵਾਲੀ ਹੈਗੀ ਆ। ਮਤਲਬ ਇਹਨੂੰ ਆਪਾਂ ਇਹ ਤਾਂ ਨਹੀਂ ਪੂਰਾ ਤਾਂ ਰੀਜ਼ਨ ਤਾਂ ਨਹੀਂ ਨਾ ਲੈ ਸਕਦੇ ਵੀ ਸਾਰਾ ਕੁਝ ਹੀ ਖਰਾਬ ਸੀ ਤੇ ਉਹਦੇ ਕਰਕੇ ਜਿਹੜਾ ਪੰਜਾਬ ਨੂੰ ਫੌਜ ਦੇ ਹਵਾਲੇ ਕਰਨਾ ਪਿਆ। ਨਹੀਂ, ਹੁਣ ਜੇ ਉਹ ਇਹ ਵੀ ਕਹਿੰਦੇ ਹੈਗੇ ਆ ਵੀ ਸੰਤ ਜਰਨੈਲ ਸਿੰਘ ਇੱਕ 11ਵਾਂ ਗੁਰੂ ਬਣ ਗਿਆ ਸੀ, ਹੈ ਨਾ, ਤਾਂ ਫਿਰ ਸਟੇਟ ਨੂੰ ਵੀ ਉਹਨਾਂ ਦੇ ਸ਼ਬਦਾਂ ਦੇ ਹਿਸਾਬ ਨਾਲ ਇਟ ਮੀਨਸ ਵੀ ਸੰਤ ਜਰਨੈਲ ਸਿੰਘ ਦੀ ਇੱਕ ਸਤਿਕਾਰ ਸੀ ਔਰ ਲੋਕ ਉਹਦੀ ਗੱਲ ਸੁਣਦੇ ਸੀ, ਉਹਦੀ ਫੋਲੋਇੰਗ ਸੀ, ਇੱਕ ਬਹੁਤ ਵੱਡੀ ਫੋਲੋਇੰਗ ਸੀ। ਸੋ ਇੱਕ ਇਮਾਨਦਾਰ ਔਰ ਸਿਆਣੀ ਸਟੇਟ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਇਸ ਤਰ੍ਹਾਂ ਐਡੀ ਵੱਡੀ ਫੋਲੋਇੰਗ ਵਾਲੇ ਲੋਕਾਂ ਨੂੰ ਜਾਂ ਕੌਮ ਨੂੰ ਕੀ ਹਥਿਆਰਾਂ ਨਾਲ ਕ੍ਰਸ਼ ਕਰਨਾ, ਜਾਂ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਚਲਾਈਏ, ਇਹਨਾਂ ਦੇ ਕੀ ਇਹਨਾਂ ਦੇ ਕੰਸਰਨਸ ਆ, ਇਹਨਾਂ ਦੀਆਂ ਮੰਗਾਂ ਕੀ ਨੇ, ਜਾਂ ਇਹਨਾਂ ਦਾ ਦੁੱਖ ਕੀ ਆ ਨਾ। ਇੱਕ ਡੈਮੋਕ੍ਰੈਟਿਕ ਸਟੇਟ ਨੂੰ ਤਾਂ ਇਹ ਚਾਹੀਦਾ ਨਾ। ਡੈਮੋਕ੍ਰੈਟਿਕ ਸਟੇਟ ਤਾਂ ਇੱਕ ਐਨਮੀ ਮੰਨ ਕੇ ਚੱਲ ਰਹੀ ਆ ਵੀ ਉਹ ਐਨਮੀ ਆ, ਜਿਹੜੀ ਮਤਲਬ ਉਹ ਜਿਹੜੀ ਗੱਲ ਸਟੂਅਰਟ ਮਿਲ ਨੇ ਔਰ ਵਾਕਰ ਕੋਡਰ ਨੇ ਕਹੀ ਹੈਗੀ ਆ ਵੀ ਉਹ ਐਨਮੀ ਮੰਨ ਕੇ ਚੱਲਦੀਆਂ ਹਨ। ਸੋ ਇੰਡੀਅਨ ਸਟੇਟ ਉਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਸੀ ਕਿ ਵੀ ਉਹਨਾਂ ਨੂੰ ਐਨਮੀ ਮੰਨ ਕੇ ਚੱਲ ਰਹੀ ਸੀ। ਹਾਲਾਂਕਿ ਜੇ ਉਹਨਾਂ ਦੇ ਜਨਰਲ ਬਰਾੜ ਦੇ ਕਹਿਣ ਅਨੁਸਾਰ ਵੀ ਪੂਰਾ ਪੰਜਾਬ
ਮਤਲਬ ਕਿ ਸੰਤ ਜਰਨੈਲ ਸਿੰਘ ਜੇ ਉਹਨਾਂ ਦੇ ਕਹਿਣ ਅਨੁਸਾਰ, ਹਾਲਾਂਕਿ ਇਸ ਤਰ੍ਹਾਂ ਨਹੀਂ ਸੀ ਹੁੰਦਾ, ਵੀ ਜੇ ਉਹਨਾਂ ਦੇ ਕਹਿਣ ਅਨੁਸਾਰ ਕਿਸੇ ਦੀ ਬਿਜਲੀ ਚਲੀ ਜਾਣ ਤੇ ਵੀ ਸੰਤ ਜਰਨੈਲ ਸਿੰਘ ਦੇ ਫੋਨ ਤੋਂ ਗੱਲ ਹੁੰਦੀ ਸੀ, ਇਟ ਮੀਨਸ ਹੀ ਹੈਡ ਅ ਬਿਗ ਫੋਲੋਇੰਗ, ਹਨਾ। ਸੋ ਉਸ ਫੋਲੋਇੰਗ ਨੂੰ ਤੁਸੀਂ ਕ੍ਰਸ਼ ਕਰਨਾ ਹੈ ਜਾਂ ਉਹਨਾਂ ਨਾਲ ਡਾਇਲੌਗ ਕਰਕੇ ਉਹਨਾਂ ਦੀਆਂ ਮੰਗਾਂ ਬਾਰੇ ਜਿਹੜਾ ਨੀਅਰੈਸਟ ਟੂ ਨੀਅਰੈਸਟ ਗੱਲ ਤੇ ਸਮਝੌਤਾ ਹੋ ਸਕਦਾ ਉਹ ਸਮਝੌਤਾ ਕਰਨਾ ਜਾਂ ਦੁਸ਼ਮਣਾਂ ਵਾਂਗ ਕ੍ਰਸ਼ ਕਰਨਾ। ਸੋ ਇਹ ਸਾਰੀ ਗੱਲ ਹੈ ਤੇ ਉਹ ਲਗਾਤਾਰ ਇਹ ਕਹਿ ਰਿਹਾ ਹੈ ਜੀ ਜੀ ਹੁਣ ਇਹ ਕਹਿ ਰਿਹਾ ਹੈ ਵੀ ਉਹ ਇਹ 82 83 84 ਦਾ ਹਨਾ, ਤੇ ਇਸੇ ਮੀਟਿੰਗ 'ਚ ਉਹ ਇਹ ਕਹਿ ਰਿਹਾ ਹੈਗਾ ਵੀ 31 ਮਈ ਤੱਕ ਮੈਨੂੰ ਕੁਝ ਵੀ ਨਹੀਂ ਸੀ ਪਤਾ ਵੀ ਪੰਜਾਬ 'ਚ ਮਤਲਬ ਸੈਲਫ ਕੰਟਰਾਡਿਕਟਰੀ ਵੀ ਹੈਗੀ। ਉੱਤੇ ਵੀ ਆਉਂਦੇ ਹੈਗੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਜਿਹੜੀ ਉਹਨਾਂ ਕਹੀ ਹੈਗੀ ਆ ਕਿ ਕਹਿੰਦੇ ਕਿ ਖਾਲਿਸਤਾਨ ਦੀ ਜਿਹੜੀ ਹੈ ਡਿਕਲੇਰੇਸ਼ਨ ਹੋ ਜਾਣੀ ਸੀ ਵੀ ਜੇ ਅਸੀਂ ਹਮਲਾ ਨਾ ਕਰਦੇ ਜਲਦੀ ਤੋਂ ਜਲਦੀ, ਤੇ ਜਿਹੜੇ ਪਿੰਡਾਂ 'ਚ ਲੋਕ ਹੈਗੇ ਆ ਉਹਨਾਂ ਨੇ ਜਿਹੜਾ ਹੈਗਾ ਦਰਬਾਰ ਸਾਹਿਬ ਵੱਲ ਨੂੰ ਕੂਚ ਕਰ ਦੇਣਾ ਸੀ। ਇਹਨੂੰ ਤੁਸੀਂ ਕਿਵੇਂ ਇਹਦੇ ਬਾਰੇ ਕੀ ਕਹੋਗੇ? ਨਹੀਂ, 1984 ਤੋਂ ਪਹਿਲਾਂ ਜੇ ਆਪਾਂ ਦੇਖੀਏ, ਆਪਾਂ ਵੀ ਉਹਨਾਂ ਸਮਿਆਂ 'ਚੋਂ ਲੰਘਿਆ ਵੀ ਇਸ ਤਰ੍ਹਾਂ ਦਾ ਤਾਂ ਕੋਈ ਨਹੀਂ। ਧਰਮ ਯੁੱਧ ਮੋਰਚੇ ਤੇ ਲੋਕਾਂ ਦੀ ਬਹੁਤ ਜ਼ਿਆਦਾ ਉਹ ਸੀ। 5 ਜਾਂ 6 ਜੂਨ ਨੂੰ ਅਕਾਲੀ ਦਲ ਨੇ ਜਾਂ 3 ਜੂਨ ਨੂੰ, ਜੇ ਮੈਨੂੰ ਯਾਦ ਨਾ ਹੋਵੇ, ਮੇਰੇ ਖਿਆਲ 5 ਜੂਨ ਨੂੰ ਅਕਾਲੀ ਦਲ ਨੇ ਸਿਵਲ ਨਾਫਰਮਾਨੀ ਦਾ ਸੱਦਾ ਦਿੱਤਾ ਸੀ। ਸੋ ਅਕਾਲੀ ਦਲ ਦਾ ਸੱਦਾ ਸੀ, ਜਥੇ ਗ੍ਰਿਫਤਾਰੀਆਂ ਦਿੰਦੇ ਸੀ ਔਰ ਸੰਤ ਜਰਨੈਲ ਸਿੰਘ ਵੀ ਉਸ ਮੰਜੀ ਸਾਹਿਬ ਦੀਵਾਨ ਹਾਲ 'ਚ ਹੁੰਦੇ ਸੀ। ਸੰਤ ਲੌਂਗੋਵਾਲ, ਜਥੇਦਾਰ ਟੌੜਾ ਔਰ ਪ੍ਰਕਾਸ਼ ਸਿੰਘ ਬਾਦਲ, ਸਾਰੀ ਅਕਾਲੀ ਲੀਡਰਸ਼ਿਪਾਂ ਹੁੰਦੀ ਸੀ। 5 ਜਾਂ 6 ਨੂੰ ਇੱਕ ਸਿਵਲ ਨਾਫਰਮਾਨੀ ਦਾ ਸੱਦਾ ਦਿੱਤਾ ਸੀ ਜਿਹੜਾ ਕਿ ਡੈਮੋਕ੍ਰੈਟਿਕ ਸੰਘਰਸ਼ ਦਾ ਹੀ ਹਿੱਸਾ ਸੀ। ਉਹਦੇ ਵਿੱਚ ਸੀਗਾ ਵੀ ਨਾ ਅਸੀਂ ਤੁਹਾਨੂੰ ਆਪਣੀ ਕੋਈ ਜਿਹੜੀ ਅਸੀਂ ਪ੍ਰੋਡਿਊਸ ਕਰਦੇ ਹਾਂ ਕਣਕ ਵਗੈਰਾ ਉਹ ਅਸੀਂ ਤੁਹਾਨੂੰ ਨਹੀਂ ਦੇਵਾਂਗੇ, ਤੁਹਾਡੇ ਨਾਲ ਅਸੀਂ ਕੱਟ ਆਫ ਕਰਾਂਗੇ ਇੱਕ ਪ੍ਰੋਟੈਸਟ ਦੇ ਤੌਰ ਤੇ, ਹਨਾ। ਤੇ ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਬਿਜ਼ਨਸ ਸਟਾਈਲ ਸਾਡੇ ਲਿੰਕ ਨੇ ਵੀ ਉਹ ਖਤਮ ਕਰਕੇ ਅਸੀਂ ਤੁਹਾਡੇ ਤੇ ਫੋਰਸ ਕਰਾਂਗੇ, ਪ੍ਰੈਸ਼ਰ ਪਾਉਣ ਲਈ ਇੱਕ ਟੈਕਟਿਕ ਸੀਗਾ। ਮੈਨੂੰ ਨਹੀਂ ਲੱਗਦਾ ਵੀ ਹੋਰ ਵੀ ਪੱਤਰਕਾਰਾਂ ਦੀਆਂ, ਸਰਦਾਰ ਜਸਪਾਲ ਸਿੰਘ ਸਿੱਧੂ ਆ UNOCHI 'ਚ ਨੇ ਰਹੇ ਨੇ ਔਰ ਉਹਨਾਂ ਟਾਈਮਾਂ 'ਚ ਉਧਰ ਅੰਮ੍ਰਿਤਸਰੀ ਬੇਸਡ ਸੀ। ਸਰਦਾਰ ਜਗਤਾਰ ਸਿੰਘ ਨੇ ਇੰਡੀਅਨ ਐਕਸਪ੍ਰੈਸ ਦੇ ਉਹਨਾਂ ਦੀਆਂ ਇੰਟਰਵਿਊਜ਼ ਵੀ ਆਈਆਂ ਨੇ। ਸੋ ਉਹਨਾਂ ਸਮਿਆਂ ਦੌਰਾਨ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਵੀ ਖਾਲਿਸਤਾਨ ਦਾ ਐਲਾਨ ਹੋਣ ਜਾ ਰਿਹਾ ਹੈ। ਹਾਂ, ਧਰਮ ਯੁੱਧ ਮੋਰਚਾ ਸੀ ਜਿਹਨੂੰ ਕਿ ਸਰਕਾਰ ਕ੍ਰਸ਼ ਕਰਨਾ ਚਾਹੁੰਦੀ ਸੀ, ਜਿਹੜਾ ਕਿ ਨਹੀਂ ਸੀ ਕਰਨਾ ਚਾਹੀਦਾ। ਜੇ ਸਰਕਾਰ ਡਾਇਲੌਗ ਕਰਦੀ ਤਾਂ ਸਾਨੂੰ ਲੱਗਦਾ ਸੀਗਾ ਵੀ ਹਾਲਾਤ ਇਸ ਤਰ੍ਹਾਂ ਤੱਕ ਨਹੀਂ ਪਹੁੰਚ ਸਕਦੇ। ਸੋ ਇਹ ਮਿਸ ਇਨਫੋਰਮੇਸ਼ਨ ਹੈ ਔਨ ਦੀ ਪੁਆਇੰਟ ਆਫ ਵਿਊ ਆਫ ਮਿਸਟਰ KS ਬਰਾੜ ਜੀ। ਤੇ ਦੂਜੇ ਬੰਨੇ ਮਿਸਟਰ KS ਬਰਾੜ ਇਹ ਵੀ ਕਹਿੰਦੇ ਨੇ ਕਿ ਕਹਿੰਦੇ ਕਿ ਸੰਤ ਜਰਨੈਲ ਸਿੰਘ ਹੁਣਾਂ ਦੀਆਂ ਸਪੀਚਾਂ ਸੀ ਕਿ ਸਾਡਾ ਇਹਨਾਂ ਨਾਲ ਕੋਈ ਟਾਈ ਅਪ ਨਹੀਂ ਹੈਗਾ, ਵੀ ਆਰ ਕਾਮਨ ਵਿਦ ਦ ਪਾਕਿਸਤਾਨ, देयर blood are similar. Tapes, his speeches were all that we are not with India. This is a Hindu Raj, Gandhi Raj, Indira Gandhi Raj. We are Sikhs. We have more in common with the Pakistanis. Their blood and our blood is similar. ਮਤਲਬ ਇੱਦਾਂ ਦੀ ਮੇਰੇ ਖਿਆਲ ਤੇ ਨਹੀਂ ਸੰਤਾਂ ਦੀ ਕੋਈ ਸਪੀਚ ਅਸੀਂ ਸੁਣੀ ਹੋਵੇ ਕਿ ਤੁਹਾਡੇ ਜ਼ਿਹਨ 'ਚ ਹੈਗਾ ਏ। ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਹਮਲਾ ਕਰ ਦੇਣਾ ਸੀ, ਜਿਵੇਂ ਕਿ ਅਸੀਂ ਬੰਗਲਾਦੇਸ਼ ਦੇ ਨਾਲ ਵਾਰ ਦੇ ਵਿੱਚ ਕੀਤਾ ਸੀ ਵੀ ਜਦੋਂ ਭਾਰਤ ਨੇ ਹਮਲਾ ਕਰਤਾ ਤੇ ਬੰਗਲਾਦੇਸ਼ ਵੱਖਰਾ ਮੁਲਕ ਬਣਾਤਾ। And how Khalistan may be declared within the next 5 or 6 days. Pakistan would cross the border just as we went into Bangladesh. ਇਹਦੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀਆਂ ਪੁਰਾਣੇ ਸਮੇਂ ਦੇ ਵਿੱਚ ਕਾਫੀ ਉਹਨਾਂ ਨੇ ਸਟੇਟਮੈਂਟ ਜਿਹੜੀਆਂ ਉਹਨਾਂ ਦੀਆਂ ਵੀ ਆਈਆਂ ਕਿ ਜੇ ਪਾਕਿਸਤਾਨ ਹਮਲਾ ਕਰਦਾ ਜਾਂ ਪਾਕਿਸਤਾਨ ਦੀ ਜੇ ਆਰਮੀ ਮੂਵ ਹੁੰਦੀ ਤੇ ਜਿਹੜੇ ਰਸ਼ੀਅਨ ਉੱਪਰ ਸੈਟੇਲਾਈਟ ਹੈਗੇ ਆ ਉਹਨਾਂ ਦੇ ਵਿੱਚ ਪੂਰੀ ਇਨਫੋਰਮੇਸ਼ਨ ਹੈ ਤੇ ਰਸ਼ੀਆ ਦਾ ਤੇ ਇੰਡੀਆ ਦਾ ਪੂਰਾ ਕੋਆਰਡੀਨੇਸ਼ਨ ਸੀ ਤੇ ਇਹ ਇਹਨਾਂ ਦਾ ਜਿਹੜਾ ਬੇਸ ਹੈ ਇਹ ਗਲਤ ਮੰਨਦਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਆਪਾਂ ਹੁਣ ਕਾਫੀ ਦੇਰ ਤੋਂ, ਮੇਰੇ ਖਿਆਲ 25-30 ਸਾਲ ਤੋਂ ਮੈਂ ਜਰਨਲਿਜ਼ਮ ਕਰ ਰਿਹਾ ਹੈਗਾ। ਸੋ ਇੰਟਰਨੈਸ਼ਨਲ ਡੈਮੋਕ੍ਰੇਸੀ, ਇੰਟਰਨੈਸ਼ਨਲ ਡਿਪਲੋਮੇਸੀ ਨੂੰ ਮੈਂ ਬਹੁਤ ਨੇੜਿਓਂ ਦੇਖ ਰਿਹਾ ਹੈਗਾ। ਮੈਂ ਅੱਜ ਤੱਕ ਇਹ ਦਾਅਵੇ ਨਾਲ ਕਹਿ ਸਕਦਾ ਵੀ ਪਾਕਿਸਤਾਨ ਕਦੇ ਵੀ ਇਸ ਸਿਚੁਏਸ਼ਨ ਵਿੱਚ ਨਹੀਂ ਸੀ ਫਰੋਮ ਡੇ 1 ਵੀ ਉਹ ਇੰਡੀਆ ਤੇ ਹਮਲਾ ਕਰ ਸਕਦਾ। ਪਾਕਿਸਤਾਨ ਮਿਲੀਟੈਰੀਲੀ ਇੰਡੀਆ ਤੋਂ ਬਹੁਤ ਪਿੱਛੇ ਹੈ। ਸੋ ਇੰਡੀਆ ਬਹੁਤ ਐਡਵਾਂਸਡ ਆ ਮਿਲੀਟੈਰੀਲੀ, ਨੰਬਰ ਵਾਈਜ਼ ਵੀ, ਟੈਕਨੋਲੋਜੀ ਵਾਈਜ਼ ਵੀ, ਹਥਿਆਰਾਂ ਵਾਈਜ਼ ਵੀ, ਇੰਟੈਲੀਜੈਂਸ ਵਾਈਜ਼ ਵੀ ਤੇ ਇੰਟਰਨੈਸ਼ਨਲ ਰਿਲੇਸ਼ਨਸ ਵਾਈਜ਼ ਵੀ, ਹਨਾ। ਸੋ ਕੋਈ ਫੌਜ ਆ ਪਾਕਿਸਤਾਨ ਜੇ ਇਹ ਕਰੂਗਾ ਹਨਾ ਵੀ ਇਸ ਤਰ੍ਹਾਂ ਕਰੂਗਾ ਤਾਂ ਉਹਨਾਂ ਨੇ ਕਰਕੇ ਦੇਖਿਆ। 1971 ਵਾਲੀ ਜਿਹੜੀ ਜੰਗ ਲੱਗੀ ਆ ਜਾਂ ਜਿਹੜਾ ਕਸ਼ਮੀਰੀਆਂ ਨੇ 1948 'ਚ ਕੀਤਾ ਸੀਗਾ ਉਹਨਾਂ ਤੋਂ ਬਾਅਦ ਹਨਾ ਜਾਂ ਹਨਾ ਮਤਲਬ ਕਿ ਉਸ ਤਰ੍ਹਾਂ ਦੀਆਂ ਇੱਕ 65 ਵਾਲੀ ਵੀ ਲੜੀ ਹੈਗੀ, ਉਹ ਡਿਫੀਟ ਖਾਧੀ ਆ ਉਹਨੇ। ਸੋ ਉਸ ਸਮੇਂ ਤੱਕ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਵੀ ਅਸੀਂ ਉਸ ਕੈਪੇਬਿਲਿਟੀ ਵਿੱਚ ਨਹੀਂ ਹੈਗੇ ਵੀ ਅਸੀਂ ਡਾਇਰੈਕਟ ਹਮਲਾ ਇੰਡੀਆ ਤੇ ਕਰ ਸਕੇ 1965 ਤੇ 71 ਦੀਆਂ ਜੰਗਾਂ ਤੋਂ ਬਾਅਦ, ਹਨਾ। ਇਸੇ ਤਰ੍ਹਾਂ ਜੇ ਉਹਨਾਂ ਨੇ ਪੰਜਾਬ 'ਚ ਇੰਸਰਜੈਂਸੀ ਨੂੰ ਜੇ ਸਪੋਰਟ ਵੀ ਦਿੱਤੀ ਆ ਤਾਂ
ਇਨਡਾਇਰੈਕਟ ਦਿੱਤੀ ਹੈਗੀ ਆ, ਮਤਲਬ ਉਹੀ ਜਿੱਦਾਂ ਕਾਰਗਿਲ ਵਾਰ ਹੋ ਗਈ। ਹਾਂਜੀ ਹਾਂਜੀ, ਵੀ ਲੌਜਿਸਟਿਕ ਸਪੋਰਟ ਦਿੱਤੀ ਹੈਗੀ ਆ, ਪਰ ਡਾਇਰੈਕਟ ਹਮਲੇ ਦੇ ਕੋਈ ਵੀ ਅਸਾਰ ਨਹੀਂ ਸੀ। 1984 ਵਿੱਚ ਤਾਂ ਮਤਲਬ ਕਿ ਬਹੁਤ ਲੈਗਿੰਗ ਬਿਹਾਈਂਡ ਸੀ ਪਾਕਿਸਤਾਨ, ਮਿਲੀਟੈਰਲੀ, ਡਿਪਲੋਮੈਟਿਕਲੀ ਤੇ ਨੰਬਰ ਵਾਈਜ਼ ਆ ਇੰਡੀਆ ਤੋਂ। ਸੋ ਇਹ ਜੇ ਹੈਗਾ ਵੀ ਉਹਨਾਂ ਕੋਲੇ ਇਨਫੋਰਮੇਸ਼ਨ ਆ ਤਾਂ ਸਾਨੂੰ ਲੱਗਦਾ ਵੀ ਉਹ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ। ਇੱਕ ਫੌਜੀ ਅਫਸਰ ਵੱਲੋਂ ਇਹ ਇਸ ਤਰ੍ਹਾਂ ਦੀਆਂ ਪੇਤਲੀਆਂ ਗੱਲਾਂ ਕਰਨੀਆਂ ਔਰ ਹਲਕਾਪਣ ਲਿਆਉਣਾ, ਜਦੋਂ ਕਿ ਆਮ ਸਧਾਰਨ, ਮੈਂ ਉਦੋਂ ਮੇਰੇ ਖਿਆਲ 10ਵੀਂ ਚ ਪੜ੍ਹਦਾ ਸੀ ਨਾ, ਸੋ ਉਦੋਂ ਵੀ ਮੈਂ ਸਾਡੀ ਇਹ ਇੰਟਿਊਸ਼ਨ ਸੀਗੀ ਵੀ ਪਾਕਿਸਤਾਨ ਇੰਨੀ ਕੈਪੇਬਿਲਿਟੀ ਚ ਨਹੀਂ ਹੈਗਾ ਵੀ ਉਹ ਹਮਲਾ ਕਰ ਸਕਦਾ ਹੋਵੇ। ਸੋ ਇਹ ਆਪਾਂ ਕਹਿ ਸਕਦੇ ਬਲੈਟੈਂਟ ਲਾਈ ਆ ਔਨ ਦੀ ਪਾਰਟ ਆਫ ਮਿਸਟਰ ਕੁਲਦੀਪ ਬਰਾੜ। ਸੋ ਇਹ ਬਿਲਕੁਲ ਝੂਠ ਬੋਲ ਰਹੇ ਹੈਗੇ। ਹੁਣ ਜਸਟ ਉਹ ਆਪਣੇ ਜਿਹੜੀ ਉਹ ਗਲਤੀ ਕਰ ਚੁੱਕੇ ਆ, ਹਮਲਾ ਕਰ ਚੁੱਕੇ ਆ, ਸਾਨੂੰ ਲੱਗਦਾ ਉਹਨੂੰ ਜਾਇਜ਼ ਠਹਿਰਾਉਣ ਲਈ ਉਹ ਐਕਸਕਿਊਜ਼ਸ ਲੈ ਕੇ ਆ ਰਹੇ ਆ। ਸੋ ਪਾਕਿਸਤਾਨ ਕਦੇ ਵੀ ਇਸ ਤਰ੍ਹਾਂ ਦੇ ਉਹਦੇ ਵਿੱਚ ਨਹੀਂ ਸੀ, ਨਾ 1982, 83, 84 ਵਿੱਚ ਕੋਈ ਇਸ ਤਰ੍ਹਾਂ ਦੀ ਕਤਲੋਗਾਰਤ ਹੋ ਰਹੀ ਸੀ। ਜੇ ਐਗਜ਼ੈਕਟ ਕਤਲੋਗਾਰਤ, ਜੇ ਉਹਨਾਂ ਨੇ ਸ਼ਬਦ ਕਤਲੋਗਾਰਤ ਵੀ ਵਰਤਣਾ ਤਾਂ ਉਹ ਸਾਰਾ 84 ਤੋਂ ਬਾਅਦ ਸ਼ੁਰੂ ਹੋਇਆ। 1983 6 ਜੂਨ 1984, 82, 83, 84 ਵਿੱਚ ਕੋਈ ਵੀ ਰੈਗੂਲਰ ਮਿਲੀਟੈਰਿਜ਼ਮ ਦੀ ਕੋਈ ਕਾਰਵਾਈ ਨਹੀਂ ਸੀ, ਕੋਈ ਜਥੇਬੰਦੀਆਂ ਨੇ ਸੀ। ਉਹ ਤੋਂ ਬਾਅਦ ਸਾਰੀਆਂ, ਚਾਹੇ KCF ਆ, KLF ਆ, ਬੱਬਰ ਖਾਲਸਾ, ਇਹ ਸਾਰੀਆਂ ਐਕਟਿਵ ਹੋਈਆਂ 84 ਦੇ ਸਾਕੇ ਤੋਂ ਬਾਅਦ। ਉਹ ਸਾਕੇ ਤੋਂ ਪਹਿਲਾਂ 4 ਜਾਂ 5 ਘਟਨਾਵਾਂ ਹੋਈਆਂ ਹੋਣਗੀਆਂ 2-3 ਸਾਲਾਂ ਦੇ ਦੌਰਾਨ, ਜਿਹਦੇ ਵਿੱਚੋਂ ਢਿੱਲਵਾਂ ਵਾਲਾ ਬੱਸ ਕਾਂਡ ਜਿਹੜਾ 1983 ਨਵੰਬਰ ਦਾ ਹੈ, ਨਵੰਬਰ 1983 ਸਰਦੀਆਂ ਦੇ ਦਿਨ ਸੀ, ਉਹ ਰਾਤ ਨੂੰ ਜਿਸ ਤਰ੍ਹਾਂ ਹੋਇਆ, ਉਹ ਤੋਂ ਬਾਅਦ ਸਾਰਾ ਜਿਹੜੇ ਹਾਲਾਤ ਕਿੰਨੇ ਕਰਾਇਆ, ਕਿੱਦਾਂ ਕਰਾਇਆ, ਉਹਦੀ ਇਨਵੈਸਟੀਗੇਸ਼ਨ ਤਾਂ ਨਹੀਂ ਹੋਈ ਨਹੀਂ ਕੋਈ ਹੋਈ ਹੈ ਨਾ, ਮਤਲਬ ਕੋਈ ਮਤਲਬ ਸਾਰਾ ਕੋਈ ਸਿੰਗਲ ਸਾਈਡਡ ਹੀ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਦੇਖਿਆ ਇੱਕ ਪਾਸੇ ਦਾ ਆ ਰਿਹਾ। ਠੀਕ ਹੈ, ਜੇ ਇਨਵੈਸਟੀਗੇਸ਼ਨ ਹੋਵੇ, ਜਿਹੜਾ ਵੀ ਦੋਸ਼ੀ ਪਾਇਆ ਜਾਵੇ, ਇਧਰ ਉਹ ਸਿੱਖਾਂ ਵਾਲੇ ਪਾਸਿਓਂ ਸੀ ਜਾਂ ਗੈਰ ਸਿੱਖਾਂ ਵਾਲੇ ਪਾਸਿਓਂ, ਤਾਂ ਉਹਦਾ ਜਿਹੜਾ ਕਾਨੂੰਨ ਆ, ਜਿਹੜੀਆਂ ਅਦਾਲਤਾਂ ਨੇ ਉਹ ਫੈਸਲਾ ਕਰਨ। ਸੋ ਇਹ ਕਹਿਣਾ ਵੀ ਉਹਦੇ ਕਰਕੇ ਤੁਸੀਂ ਹਮਲਾ ਕਰ ਰਹੇ ਹੋ ਕਿਸੇ ਕੌਮ ਤੇ, ਜਸਟ ਉਹਨੂੰ ਇਹ ਦੱਸਣ ਲਈ ਵੀ ਵੀ ਕੈਨ ਕ੍ਰਸ਼ ਯੂ, ਵੀ ਆਰ ਪਾਵਰਫੁਲ, ਯੂ ਆਰ ਪਾਵਰਲੈਸ। ਸੋ ਇਸ ਜਿਹੜਾ ਇੰਟਰੈਕਸ਼ਨ ਆ, ਇਹਨੂੰ ਸਪਸ਼ਟ ਕਰਨ ਲਈ ਉਹ ਸਾਰਾ ਕੁਝ ਕੀਤਾ ਜਾ ਰਿਹਾ ਜੀ। ਬਿਲਕੁਲ, ਦਰਸ਼ਕਾਂ ਨੂੰ ਦੱਸ ਚੱਲੀਏ ਕਿ ਜੋ ਇੰਟਰਵਿਊ ਹੋਈ ਹੈ ਉਸ ਦੇ ਵਿੱਚ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ, ਅਸੀਂ ਉਹਨਾਂ ਗੱਲਾਂ ਦੇ ਜਿਹੜੇ ਜਵਾਬ ਹੈਗੇ ਆ ਸਟੈਪ ਬਾਏ ਸਟੈਪ ਕਰ ਰਹੇ ਹਾਂ, ਤਾਂ ਕਿ ਜਿਹੜੀ ਕਲੈਰਿਟੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹੋ ਸਕੇ ਕਿ ਕੀ ਕੁਛ ਉਸ ਦੇ ਵਿੱਚ ਕਿਹਾ ਗਿਆ ਤੇ ਉਹਦਾ ਅਸਲੀ ਪੱਖ ਜਿਹੜਾ ਹੈ ਕੀ ਹੈਗਾ ਹੈ, ਉਹਦਾ ਜਿਹੜਾ ਅਸਲ ਪੁਆਇੰਟ ਆਫ ਵਿਊ ਜਿਹੜਾ ਹੈ ਉਹਦਾ ਕੀ ਹੈਗਾ ਹੈ। ਇਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਜਿਹੜੀ ਹੈ ਇੱਕ ਡਿਫੰਕਟ ਫੋਰਸ ਜਿਹੜੀ ਹੈ ਉਹ ਹੋ ਚੁੱਕੀ ਸੀ, ਤੇ ਸਾਡੀ ਇਹ ਜ਼ਿੰਮੇਵਾਰੀ ਲਾਈ ਗਈ ਕਿ ਤੁਸੀਂ ਜਿਹੜਾ ਜਾ ਕੇ ਪਹਿਲਾਂ ਪੰਜਾਬ ਪੁਲਿਸ ਨੂੰ ਡਿਸਆਰਮ ਕਰਨਾ ਹੈਗਾ ਹੈ, ਕਿਉਂਕਿ ਇਹਨਾਂ ਨੇ ਜਿਹੜਾ ਹੈਗਾ ਖਾਲਿਸਤਾਨੀਆਂ ਦਾ ਸਾਥ ਦੇ ਦੇਣਾ ਹੈ। There's a possibility Punjab police and join in with Khalistan. They'll recognize Khalistan and they say that is our state. So we would have to then disarm the police. ਕੀ ਕਹੋਗੇ ਇਸ ਦੇ ਬਾਰੇ? ਹਾਂਜੀ, ਹੁਣ ਆਪਾਂ ਦੇਖ ਸਕਦੇ ਹਾਂ ਵੀ ਇਹ ਵੀ ਇੱਕ ਬਲੈਟੈਂਟ ਲਾਈ ਹੈਗਾ ਨਾ, ਵੀ ਇੱਕ ਝੂਠ ਬੋਲ ਰਹੇ ਹੈਗੇ। ਪੰਜਾਬ ਪੁਲਿਸ ਕਦੇ ਵੀ ਆਪਾਂ ਦੇਖੋ ਨਾ, ਵੀ ਕਦੇ ਵੀ ਮਤਲਬ ਕਿ ਉਹ ਸਟੇਟ ਦੇ ਖਿਲਾਫ ਨਹੀਂ ਗਈ, ਹਨਾ, ਵੀ ਆਪਣੀ ਜਿਹੜੀ ਭਾਰਤ ਸਰਕਾਰ ਦਾ ਜਿਹੜਾ ਇੱਕ ਸਟੇਟ ਦਾ ਸਟਰਕਚਰ ਆ। ਹਾਲਾਂਕਿ ਪੰਜਾਬ ਪੁਲਿਸ ਨੇ ਤਾਂ ਹੁਣ ਸਿੱਖਾਂ ਦਾ ਲਗਾਤਾਰ ਇਹ ਆਉਂਦਾ ਵੀ ਜਿੰਨਾ ਜ਼ੁਲਮ ਪੰਜਾਬ ਪੁਲਿਸ ਨੇ ਸਿੱਖਾਂ ਤੇ ਕਰਿਆ ਵੀ ਉਹ ਕਿਸੇ ਵੀ ਫੋਰਸ ਨੇ ਨਹੀਂ ਕਰਿਆ, ਹਨਾ, ਮਤਲਬ ਕਿ ਜਿੰਨਾ ਵੀ ਟੁਕੜੇ ਕਰਕੇ ਖਾਲੜਾ ਸਾਹਿਬ ਦੇ ਟੁਕੜੇ ਕਰੇ ਗਏ। ਕੁਲਵੰਤ ਸਿੰਘ ਵਕੀਲ ਆ, ਉਹਦਾ ਛੋਟਾ ਜਿਹਾ ਬੱਚਾ ਜਿਹੜਾ ਉਹ ਵੱਢ ਕੇ ਸੁੱਟ ਦਿੱਤਾ ਗਿਆ, ਹਨਾ। ਸੋ ਬਹੁਤ ਸਾਰੇ ਕੇਸਿਸ, ਈਵਨ ਕਿ ਮੇਰਾ ਖਿਆਲ ਜਦੋਂ 82 ਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਦੋਂ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਹੋਇਆ ਕੇਸ, ਨਾ ਜੀ ਉਦੋਂ ਵੀ ਮਤਲਬ ਇਹ ਕੇਸ ਹੋਏ ਹੈਗੇ। ਹਾਂਜੀ, ਉਦੋਂ ਜਦੋਂ ਚੰਦੋਕ ਕਲਾਂ ਤੋਂ ਗ੍ਰਿਫਤਾਰੀ ਹੁੰਦੀ ਹੈ, ਉਦੋਂ 20 ਸਿੰਘ ਆ ਜਿਹੜੇ ਉਹ ਮਾਰੇ ਜਾਂਦੇ ਉੱਥੇ, ਨਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਉਹ ਸਾੜੀਆਂ ਜਾਂਦੀਆਂ ਹੈਗੀਆਂ ਨਾ। ਸੋ ਉਹਦੇ ਚ ਹੁਣ ਜਦੋਂ ਅਸੀਂ ਜਸਟਿਸ ਬੈਂਸ ਉਹਨਾਂ ਨਾਲ ਅਸੀਂ ਪੰਜਾਬ ਹਿਊਮਨ ਰਾਈਟਸ ਨਾਲ ਕੰਮ ਕਰਦੇ ਸੀ, ਉਦੋਂ ਅਸੀਂ ਬਹੁਤ ਸਾਰੇ ਕੇਸਿਸ ਇਨਵੈਸਟੀਗੇਟ ਕਰਿਆ। ਉਹਦੇ ਵਿੱਚ ਆਇਆ ਸੀ 1-2 ਕੇਸ ਆਏ ਸੀ, ਮਤਲਬ ਕਿ ਹੋਰ ਬਹੁਤ ਸਾਰੇ ਹੋਣਗੇ ਜਿਹੜੇ ਸਾਡੇ ਰਜਿਸਟ੍ਰੇਸ਼ਨ ਚ ਆਏ ਆ, ਵੀ ਬੀਬੀਆਂ ਨੂੰ ਨਿਰਵਸਤਰ ਕਰਕੇ ਪੁਲਿਸ ਅਫਸਰਾਂ ਨੇ ਜਿੱਦਾਂ ਸਿਗਰਟਾਂ ਬਾਲ ਕੇ ਉਹਨਾਂ ਦੇ ਸਰੀਰ ਤੇ ਲਾਈਆਂ, ਮਤਲਬ ਕਿ ਇਸ ਤਰ੍ਹਾਂ ਦਾ। ਫਿਰ ਇੱਥੇ ਇਹ ਗੱਲ ਕਹਿਣੀ ਕਿ ਉਹ ਕਹਿਣਾ ਵੀ ਪੰਜਾਬ ਪੁਲਿਸ ਐਂਟੀ ਇੰਡੀਆ ਹੋ ਜਾਏਗੀ ਜਾਂ ਉਹਨਾਂ ਦੇ ਮਤਲਬ ਕਿ ਨਾਲ ਰਲ ਜਾਏਗੀ। ਸਾਨੂੰ ਲੱਗਦਾ ਇਹ ਵੀ ਉਹ ਇੱਕ ਝੂਠ ਦਾ ਸਹਾਰਾ ਲੈ ਰਹੇ ਆ, ਆਪਣੀ ਜਿਹੜੀ ਉਹ ਗਲਤੀ ਕਰ ਚੁੱਕੇ ਆ ਉਹਨੂੰ ਕਰਨ ਲਈ। ਸੋ ਪੰਜਾਬ ਪੁਲਿਸ ਕਦੇ ਵੀ ਉਹ ਨਹੀਂ ਸੀ। ਹਾਂ, ਕੁਛ ਬੰਦੇ ਮਤਲਬ ਕਿ ਜੇ ਇੰਡੀਵਿਜੂਅਲ ਤੌਰ ਤੇ ਆਪਾਂ ਕਹਿ ਸਕਦੇ ਹਾਂ, ਜੇ ਹੁਣ 1 ਲੱਖ ਦੀ ਨਫਰੀ ਆ ਜੇ ਲਾ ਲਓ ਪੰਜਾਬ ਪੁਲਿਸ ਤੇ, ਉਹਦੇ ਵਿੱਚ 100 ਬੰਦਾ ਹੋ ਸਕਦਾ ਵੀ ਜਿਹੜਾ ਸਿੱਖ ਸੰਘਰਸ਼ ਦੀ ਹਮਾਇਤ ਕਰਦਾ ਹੋਊਗਾ। ਬਾਕੀ ਸਾਰੀ ਜਿਹੜੀ ਫੋਰਸ ਹੈਗੀ ਆ ਬਕਾਇਦਾ ਡਟ ਕੇ ਲੜੇ ਆ, ਉਹ ਕਿਸ ਤਰ੍ਹਾਂ ਆਪਰੇਸ਼ਨਸ ਹੋਏ ਆ, ਕਿਸ ਤਰ੍ਹਾਂ ਬੰਦੇ ਚੱਕੇ ਗਏ, ਕਿੰਨਾ ਟੌਰਚਰ ਹੋਇਆ, ਕਿਸ ਤਰ੍ਹਾਂ ਬੰਦੇ 1.5 ਲੱਖ ਬੱਚਾ ਮਾਰਿਆ ਗਿਆ, ਔਰ ਉਹਦੇ
ਫਿਰ ਉਹਨੂੰ ਸਟੇਟ ਨੇ ਪ੍ਰੋਟੈਕਟ ਕਰਿਆ, ਅਦਾਲਤਾਂ ਵਿੱਚ ਉਹਨਾਂ ਨੂੰ ਰਿਹਾ ਕਰਵਾਇਆ ਗਿਆ, ਮਤਲਬ ਕਿ ਇੱਕ ਪੂਰੇ ਸਿਸਟਮ 'ਚ ਉਹਨਾਂ ਨੇ ਕਰਿਆ। ਮਤਲਬ ਦੇ ਵਰ ਪਾਰਟ ਆਫ ਦਾ ਸਿਸਟਮ, ਨਾਟ ਅ ਪਾਰਟ ਆਫ ਆਪਾਂ ਕਹਿ ਲਈ ਕਿ ਸਿੱਖ ਮੂਵਮੈਂਟ ਜਾਂ ਜੋ ਵੀ ਹੋਇਆ। ਬਿਲਕੁਲ ਨਹੀਂ, ਪੰਜਾਬ ਪੁਲਿਸ ਕਦੇ ਵੀ ਇਸ ਤਰ੍ਹਾਂ ਨਹੀਂ ਸੀ। ਸੋ ਬਿਲਕੁਲ ਇੱਕ ਤਾਂ ਪਾਕਿਸਤਾਨ ਦੀ ਕੋਈ ਕੈਪੇਬਿਲਿਟੀ ਨਹੀਂ ਸੀ ਵੀ ਉਹ ਇੰਡੀਆ ਤੇ ਹਮਲਾ ਕਰ ਸਕੇ। ਅੱਜ ਵੀ ਪਾਕਿਸਤਾਨ ਦੀ ਇਹ ਕੈਪੇਬਿਲਿਟੀ ਨਹੀਂ ਹੈ ਵੀ ਉਹ ਇੰਡੀਆ ਤੇ ਸਿੱਧਾ ਹਮਲਾ ਕਰ ਸਕੇ, ਹੈ ਨਾ। ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਸੀ। ਪੰਜਾਬ ਪੁਲਿਸ ਕਦੇ ਵੀ ਸਟੇਟ ਦੇ ਸਿਸਟਮ ਚੋਂ ਬਾਹਰ ਨਹੀਂ ਗਈ, ਨਾ ਉਹਨਾਂ ਨੇ ਕਦੇ ਬਗਾਵਤ ਦਾ ਰੌਂ ਦਿਖਾਇਆ। ਜੀ ਬਿਲਕੁਲ। ਇਸ ਦੇ ਵਿੱਚ ਹੋਰ ਜਿਹੜੀਆਂ ਗੱਲਾਂ, ਕੁਛ ਮਿਸ ਇਨਫੋਰਮੇਸ਼ਨ ਜਿਹੜੀਆਂ ਸਾਨੂੰ ਲੱਗਦੀਆਂ ਨੇ, ਉੱਤੇ ਵੀ ਆਪਾਂ ਕਲੈਰਿਟੀ ਲੈਣੀ ਹੈਗੀ ਆ। ਇਹਦੇ 'ਚ ਇਹ ਵੀ ਕਿਹਾ ਗਿਆ ਕਿ ਜਦੋਂ ਦਰਬਾਰ ਸਾਹਿਬ ਦੀ ਰੈਕੀ ਕੀਤੀ ਗਈ ਤੇ ਅੰਦਰ ਕਹਿੰਦੇ ਜੀ ਤਕਰੀਬਨ 2000 ਦੇ ਲਾਗੇ ਚਾਗੇ ਜਿਹੜੇ ਆਰਮਡ ਫੋਰਸਿਸ ਹੈਗੀਆਂ ਸਨ। ਮਤਲਬ ਲੜਨ ਵਾਲੇ ਸਿੰਘਾਂ ਦੀ ਗਿਣਤੀ ਜੋ ਸਾਨੂੰ ਜਿਹੜੀ ਪਤਾ ਹੈ ਕਿ ਤਕਰੀਬਨ 100 ਸਵਾ 100 ਜਾਂ ਹੱਦ 150 ਤੱਕ ਜਿਹੜੀ ਸਿੰਘਾਂ ਦੀ ਸੀ। ਫਿਰ ਇੱਥੇ 2000 ਗਿਣਤੀ ਇਸ ਇੰਟਰਵਿਊ 'ਚ ਕਹਿਣਾ ਵੀ ਅੰਦਰ ਲੜਨ ਵਾਲੇ ਹੈਗੇ ਸੀ। When I got to Amritsar, I got to know that there are about 2000. They're heavily armed. They've got machine guns, rocket launchers. ਸਾਰੇ ਜਿਹੜੇ ਆਏ ਨੇ, ਜਿਸ ਤਰ੍ਹਾਂ ਚਾਹੇ ਸਰਦਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ ਆਈ ਹੈ, ਚਾਹੇ ਸਰਦਾਰ ਦਲਵੀਰ ਸਿੰਘ ਪੱਤਰਕਾਰ ਦੀ ਕਿਤਾਬ ਹੈਗੀ ਆ, ਤੇ ਚਾਹੇ ਜਿਹੜੇ ਸਿੱਖ ਸਾਈਡ ਤੋਂ ਕਿਤਾਬਾਂ ਆਈਆਂ ਨੇ ਨਾ, ਤੇ ਚਾਹੇ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਆਈਆਂ, ਉਹਨਾਂ ਨੇ ਆਈ ਵਿਟਨੈਸਿਸ ਨਾਲ ਗੱਲਾਂ ਕੀਤੀਆਂ ਨੇ। ਈਵਨ ਸਰਦਾਰ ਦਲਵੀਰ ਸਿੰਘ ਤਾਂ ਆਪਾਂ ਕਹਿ ਸਕਦੇ ਹਾਂ ਵੀ ਸੰਗਤਾਂ ਦੇ ਨੇੜੇ ਸੀ, ਇਨਵੋਲਡ ਸੀ। ਸਾਰੀ ਸਰਗਰਮੀ ਨੂੰ ਸਰਦਾਰ ਦਲਵੀਰ ਸਿੰਘ ਉਹਨਾਂ ਨੇ ਬਹੁਤ ਨੇੜਿਓਂ ਦੇਖਿਆ ਨਾ, ਕਿਹੜਾ ਬੰਦਾ ਕਿੱਥੇ ਲੜ ਰਿਹਾ, ਉਹਦੀ ਕਿੱਥੇ ਡਿਊਟੀ ਲੱਗੀ। ਸੋ ਫਸਟ ਹੈਂਡ ਇਨਫੋਰਮੇਸ਼ਨ ਸਰਦਾਰ ਦਲਬੀਰ ਸਿੰਘ ਕੋਲ ਸੀ। ਉਹਨਾਂ 'ਚੋਂ ਜਿਹੜੀਆਂ ਮਤਲਬ ਕਿ ਬਹੁਤ ਨੇੜਲੀਆਂ ਇਨਫੋਰਮੇਸ਼ਨ ਆ ਸਰਦਾਰ ਜਿਹੜੇ ਜਸਪਾਲ ਸਿੰਘ ਸਿੱਧੂ ਆ ਉਹ, ਤੇ ਸਰਦਾਰ ਜਗਤਾਰ ਸਿੰਘ ਜਿਹੜੇ ਕਿ ਇੰਡੀਅਨ ਐਕਸਪ੍ਰੈਸ ਦੇ ਰਹੇ ਹੈਗੇ ਆ, ਉਹ ਵੀ ਲਗਾਤਾਰ ਉੱਥੇ। ਈਵਨ ਸਰਦਾਰ ਕਰਮਜੀਤ ਸਿੰਘ ਨੇ 3 ਤਰੀਕ ਨੂੰ ਸੰਤਾਂ ਨਾਲ ਆਖਰੀ ਮੁਲਾਕਾਤ ਕਰੀ ਹੈ, ਜਿਹੜੇ ਟ੍ਰਿਬਿਊਨ ਦੇ ਰਹੇ ਨੇ। ਈਵਨ ਸਰਦਾਰ ਸੁਖਦੇਵ ਸਿੰਘ ਜਿਹੜੇ ਕਿ ਇੰਗਲਿਸ਼ ਟ੍ਰਿਬਿਊਨ ਦੇ ਰਹੇ ਆ, ਉਹ ਲਗਾਤਾਰ ਇੰਟਰੈਕਟ ਕਰਦੇ ਰਹੇ ਹੈਗੇ। ਸੋ ਉਹਨਾਂ ਦੇ ਹਿਸਾਬ ਨਾਲ, ਇਹਨਾਂ ਸਾਰੇ ਸਿੱਖ ਵਿਦਵਾਨਾਂ ਦੇ ਹਿਸਾਬ ਨਾਲ, ਮਤਲਬ ਕਿ 200 ਬੰਦਿਆਂ ਤੋਂ ਘੱਟ ਸੀ ਜਿਹੜੇ ਲੜਨ ਵਾਲੇ ਸੀ, ਹੈ ਨਾ। ਸੋ ਇਹ ਇੱਕ ਹੁਣ ਇਹ ਕਹਿਣਾ ਵੀ 2000 ਬੰਦਾ ਅੰਦਰ ਲੜ ਰਿਹਾ ਸੀ, ਇਹ ਗਲਤ ਇਨਫੋਰਮੇਸ਼ਨ ਆ। ਮੈਨੂੰ ਲੱਗਦਾ ਇੱਕ ਮਿਲਟਰੀ ਆਫੀਸਰ ਜਿਹੜਾ ਕਮਾਂਡਿੰਗ ਆਫੀਸਰ ਸੀ, ਉਹਨੂੰ ਅਪ ਟੂ ਡੇਟ ਹੋ ਕੇ ਆਉਣਾ ਚਾਹੀਦਾ। ਜੇ ਉਹਨੇ ਇੰਟਰਵਿਊ ਵੀ ਦੇਣੀ ਹੈਗੀ ਹੈ ਨਾ, ਉਹਨੂੰ ਐਗਜ਼ੈਕਟ ਨੰਬਰਸ ਦਾ ਪਤਾ ਹੋਣਾ ਚਾਹੀਦਾ, ਤਾਂ ਕਿ ਦੇਸ਼ ਨੂੰ ਜਾਂ ਕੌਮ ਨੂੰ ਜਾਂ ਜਿਹੜੀਆਂ ਹੋਰ ਜਿਹੜੇ ਲੋਕ ਸੁਣਨ ਵਾਲੇ, ਮਤਲਬ ਫਿਰ ਉਹ ਆਪਣੀ ਤਰ੍ਹਾਂ ਨਾਲ ਆਪਣੀ ਜਿਹੜੀ, ਜੇ ਆਪਾਂ ਕਿ ਸਟੇਟ ਵੱਲੋਂ ਵੀ ਜੇ ਉਹ ਕਰ ਰਹੇ ਹੈਗੇ ਆ, ਇਹ ਤੇ ਫਿਰ ਉਹ ਆਪਣੀ ਵੀ ਇੱਕ ਤਰ੍ਹਾਂ ਦੀ ਗਲਤ ਕਰ ਰਹੇ ਆ ਵੀ ਜੇ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੈਗੇ। ਹਾਂਜੀ ਬਿਲਕੁਲ ਗਲਤ ਕਰ ਰਹੇ ਕਿ 2000 ਬੰਦਾ ਲੜਨ ਵਾਲਾ ਨਹੀਂ ਸੀ, 200 ਤੋਂ ਘੱਟ ਸੀ। ਕਿਉਂਕਿ ਇਹਨਾਂ ਸਾਰੇ ਵਿਦਵਾਨਾਂ ਨੇ, ਈਵਨ ਬਾਅਦ ਚੋਂ ਆਏ ਵੀ ਹੈਗੇ ਆ, ਜਿੱਦਾਂ ਜਨਰਲ ਲਾਭ ਸਿੰਘ ਉਹਨੀ ਉੱਥੋਂ ਆਏ ਸੀ, ਉਹਨਾਂ ਨਾਲ ਮੁਲਾਕਾਤਾਂ ਕੀਤੀਆਂ। ਬਹੁਤ ਸਾਰੇ ਉਦੋਂ ਖਾੜਕੂ ਲਹਿਰ 'ਚ ਬਹੁਤ ਸਾਰੇ ਪੱਤਰਕਾਰਾਂ ਨੇ ਇਹਨਾਂ ਨਾਲ ਕਰੀਆਂ। ਈਵਨ ਗੁਰਦਿਆਲ ਬਾਲਾ ਉਹ ਪੰਜਾਬੀ ਟ੍ਰਿਬਿਊਨ 'ਚ ਰਹੇ ਆ, ਉਹਨਾਂ ਬਾਰੇ ਕਿਹਾ ਜਾਂਦਾ ਵੀ ਉਹਨਾਂ ਨੇ ਸਾਰੀ ਖਾੜਕੂ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਹੈ, ਵੀ ਉਹ ਲਗਾਤਾਰ ਇੰਟਰਵਿਊਜ਼ ਕਰਦੇ ਰਹੇ ਆ। ਜਗਤਾਰ ਸਿੰਘ ਉਹਨਾਂ ਨੇ ਜਾਂ ਹੋਰ ਜਿਹੜੇ ਪੱਤਰਕਾਰ ਰਹੇ ਆ, ਉਹਨਾਂ ਨੇ ਲਗਾਤਾਰ ਜਿਹੜੇ ਅੰਡਰਗਰਾਊਂਡ ਹੋਈ ਲੀਡਰਸ਼ਿਪ ਸੀ ਉਹਨਾਂ ਨਾਲ ਮੁਲਾਕਾਤਾਂ ਕਰੀਆਂ। ਉਹਨਾਂ ਨੂੰ ਤਾਂ ਪਤਾ ਲੱਗਿਆ ਵੀ ਮਤਲਬ ਕਿ 200 ਬੰਦੇ ਤੋਂ ਘੱਟ ਸੀ ਸਾਰੇ। ਬਿਲਕੁਲ। ਤੇ ਦੂਜੇ ਬੰਨੇ ਇਸੇ ਇੰਟਰਵਿਊ ਦੇ ਵਿੱਚ, ਕਿਉਂਕਿ ਅਸੀਂ ਪੁਆਇੰਟ ਬਾਏ ਪੁਆਇੰਟ ਜਾ ਰਹੇ ਹਾਂ, ਜੋ ਕੁਝ ਉਹਨਾਂ ਨੇ ਇੰਟਰਵਿਊ ਦੇ ਵਿੱਚ ਬੋਲਿਆ ਉਹਦੇ ਹੀ ਆਪਾਂ ਇੱਥੇ ਦੇਖ ਰਹੇ ਹਾਂ ਕਿ ਉਹਦੀ ਪੜਚੋਲ ਇੱਕ ਤਰ੍ਹਾਂ ਦੀ ਕਰ ਰਹੇ ਹਾਂ ਕਿ ਕਿੰਨੀ ਕੁ ਉਸ ਦੇ ਵਿੱਚ ਜਿਹੜੀ ਸੱਚਾਈ ਹੈਗੀ ਆ ਉਹ ਤੱਥਾਂ ਤੋਂ ਕਿੰਨੀ ਕੁ ਦੂਰ ਜਿਹੜੀ ਹੈਗੀ ਆ ਲੱਗਦੀ ਹੈਗੀ ਆ। ਉਹ ਕਹਿੰਦੇ ਕਿ ਸਾਨੂੰ ਜਿਹੜੇ ਉੱਪਰੋਂ ਆਰਡਰ ਆਏ ਸਨ, ਯੂ ਟੇਕ ਫਾਇਰ ਐਂਡ ਡਾਈ, ਡੋਂਟ ਰਿਟਰਨ ਫਾਇਰ ਔਨ ਅਕਾਲ ਤਖਤ ਔਰ ਹਰਿਮੰਦਰ ਸਾਹਿਬ। ਤੇ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਆਰਡਰ ਸਨ ਕਿ ਤੁਸੀਂ ਜਿਹੜੀ ਜੰਗ ਹੈ ਦੁਸ਼ਮਣ ਦੇਸ਼ ਨਾਲ ਨਹੀਂ ਲੜ ਰਹੇ, ਤੁਸੀਂ ਆਪਣਿਆਂ ਦੇ ਨਾਲ ਲੜ ਰਹੇ ਹੋ। They were firing from the Akal Takht. The Indian army took the casualties but did not fire on the Akal Takht. Am I right in You're putting? right. Okay. We did not fire on the Akal Takht. I said we are not going against any enemy. We are not going against Pakistan or China or an external force. Just remember, we are going in there against our own people. ਤੇ ਸਰਦਾਰ ਅਵਤਾਰ ਸਿੰਘ ਜੀ, ਸਵਾਲ ਫਿਰ ਇੱਥੇ ਇਹ ਉੱਠਦਾ ਹੈ ਕਿ ਕੀ ਇਹ ਆਰਡਰ ਫੋਲੋ ਹੋਏ, ਕੀ ਇੱਦਾਂ ਦਾ ਵਤੀਰਾ ਫੌਜ ਵੱਲੋਂ ਕੀਤਾ ਗਿਆ ਜਾਂ ਕਿ ਇਸ ਤੇ ਉਲਟ ਕੀਤਾ ਗਿਆ? ਹਾਂਜੀ, ਫਿਰ ਜਿਹੜਾ ਨੇ ਹੁਣ ANI ਨੇ ਜਿਹੜੀ ਉਹਨਾਂ ਦੇ ਇੰਟਰਵਿਊ ਲਈ ਆ, ਸੋ ਇਹ ANI ਦਾ ਹੁਣ ਫਰਜ਼ ਬਣਦਾ ਹੈਗਾ ਵੀ ਉਹ ਦੂਜੀ ਧਿਰ ਦੀਆਂ ਵੀ ਇੰਟਰਵਿਊਜ਼ ਲਵੇ, ਹੈ ਨਾ। ਜਿਹੜੇ ਬੰਦੇ ਹਲੇ ਵੀ ਚਸ਼ਮਦੀਦ ਗਵਾਹ ਨੇ ਔਰ ਜਿਨ੍ਹਾਂ ਨੇ ਦੇਖਿਆ ਵੀ ਕਿਸ ਤਰ੍ਹਾਂ ਪਾਣੀ ਲਈ ਤੜਫਦੇ ਜਿਹੜੇ ਸਿੱਖ ਸੀਗੇ ਉੱਥੇ ਸ਼ਰਧਾਲੂ ਆਏ ਹੋਏ। ਇੱਕ ਤਾਂ ਟਾਈਮਿੰਗ ਦੇਖੋ ਵੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਚੁਣਿਆ ਗਿਆ, ਹਨਾ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਅਰਜਨ ਸਾਹਿਬ ਦੇ ਗੁਰਪੁਰਬ ਤੇ ਸੰਗਤ ਆਉਣੀ ਆ, ਤੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਦੁਸ਼ਮਣਾਂ ਵਾਂਗ ਵਤੀਰਾ ਨਹੀਂ ਕਰਨਾ। ਸੋ ਇਹ ਤਾਂ ਬਕਾਇਦਾ ਮਿੱਥ ਕੇ ਵੀ ਗੁਰੂ ਸਾਹਿਬ ਦੇ ਪੁਰਬ ਤੇ ਸੰਗਤ ਆਈ ਹੋਊਗੀ, ਉਦਣ ਫਿਰ ਅਸੀਂ ਆਪਣੀਆਂ ਜਿਹੜੀਆਂ ਰੀਝਾਂ ਪੂਰੀਆਂ ਕਰਾਂਗੇ ਬੰਦੇ ਮਾਰਨ ਦੀਆਂ। ਔਰ ਜਿਸ ਤਰ੍ਹਾਂ ਪਾਣੀ ਮੰਗਦੇ ਬੱਚਿਆਂ ਨੂੰ ਜਾਂ ਛੋਟੇ ਛੋਟੇ ਜਾਂ ਹੋਰ ਬਜ਼ੁਰਗਾਂ ਨੂੰ, ਹਨਾ, ਮਤਲਬ ਕਿ
ਇੱਕ ਕਮਰੇ ਵਿੱਚ ਬੰਦ ਕੀਤਾ ਗਿਆ। ਹੁਣ ਇੰਸਟੈਂਸਸ ਆਏ ਆ, ਕੁਝ ਕਿਤਾਬਾਂ ਆਈਆਂ ਨੇ ਵੀ 200-250 ਬੰਦਾ ਇੱਕ ਕਮਰੇ 'ਚ ਬੰਦ ਕਰ ਦਿੱਤਾ ਗਿਆ, ਜਿਹਦੇ ਵਿੱਚ 15 ਬੰਦਿਆਂ ਦੇ ਰਹਿਣ ਦੀ ਉਹ ਇਜਾਜ਼ਤ ਸੀ। ਉਹ ਸਾਹ ਘੁੱਟ ਕੇ ਹੀ ਮਰ ਗਏ ਬੰਦੇ, ਹੈ ਨਾ। ਮਤਲਬ ਕਿ ਉਹਨਾਂ 'ਚੋਂ 2-4-5 ਕੀ ਬਚੇ ਆ। ਉਹ ਇੱਕ ਕਿਤਾਬ ਹੁਣੇ ਜੀ ਆਈ ਆ, ਮੈਂ ਉਹਦੇ 'ਚ ਪੜ੍ਹਿਆ ਹੈਗਾ। ਸੋ ਪਾਣੀ ਮੰਗਦੇ ਬੱਚਿਆਂ ਨੂੰ ਗੋਲੀਆਂ ਮਾਰੀਆਂ ਗਿਆ, ਔਰ ਦੱਸਿਆ ਗਿਆ ਵੀ ਕਿਹਾ ਗਿਆ ਵੀ ਤੁਸੀਂ ਹਰਿਆਣੇ ਨੂੰ ਪਾਣੀ ਨਹੀਂ ਸੀ ਦਿੰਦੇ, ਹੁਣ ਤੁਸੀਂ ਪਾਣੀ ਮੰਗਦੇ ਹੋ, ਆਹ ਚੱਕੋ ਗੋਲੀ, ਹੈ ਨਾ। ਫਿਰ ਲਾਸ਼ਾਂ ਦੇ ਢੇਰ ਜਿਹਨ ਹੁਣ ਇੰਟਰਵਿਊਜ਼ ਆਈਆਂ ਨੇ ਜਿਹੜੇ ਕਲਾਸ 4 1984 ਵਿੱਚ ਅੰਮ੍ਰਿਤਸਰ ਦੀ ਮਿਊਨਿਸਪਲ ਕਮੇਟੀ 'ਚ ਕੰਮ ਕਰਦੇ ਸੀ। ਉਹ ਕਹਿੰਦੇ ਵੀ ਸਾਨੂੰ ਸ਼ਰਾਬ ਦੇ ਦਿੰਦੇ ਸੀ ਇੱਕ ਬੋਤਲ, ਵੀ ਲਾਸ਼ਾਂ ਚੱਕ ਕੇ ਢੇਰ ਲਾ ਦਿਓ, ਉਹਦੇ ਤੇ ਅੱਗ ਲਾ ਕੇ ਸਾੜ ਦੇਣੀ ਅਸੀਂ, ਹੈ ਨਾ। ਉਹਨਾਂ ਦੀਆਂ ਇੰਟਰਵਿਊਜ਼ ਆਈਆਂ ਨੇ। ਇਟ ਮੀਨਸ ਤੁਸੀਂ ਇੱਕ ਦੁਸ਼ਮਣ ਦੇ ਤੌਰ ਤੇ ਉਹਨਾਂ ਨਾਲ ਵਤੀਰਾ ਕਰਿਆ, ਆਪਣੇ ਨਾਗਰਿਕਾਂ ਵਾਲਾ ਵਤੀਰਾ ਨਹੀਂ ਕਰਿਆ, ਹੈ ਨਾ। ਤੁਸੀਂ ਆਰਡਰ ਉਸ ਤਰ੍ਹਾਂ ਫੋਲੋ ਨਹੀਂ ਕਰੇ। ਇੱਕ ਨਫ਼ਰਤ ਆ ਜਿਹੜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਵੀ ਜਿਹੜੀ ਵੱਖਰੀ ਕੌਮ ਵਾਲੀ ਫੌਜ ਆ, ਜਦੋਂ ਵੱਖਰੀ ਕੌਮ ਦੇ ਬਰਾਬਰ ਤੁਸੀਂ ਲੜਨ ਲਈ ਖੜੀ ਕਰ ਦਿੱਤੀ ਆ, ਉਹਦੇ ਵਿੱਚ ਦੁਸ਼ਮਣੀ ਵਾਲਾ ਵਤੀਰਾ ਜਿਹੜਾ ਵੀ ਉਹ ਦੇਸ਼ ਦੇ ਦੁਸ਼ਮਣ ਨੇ, ਮਤਲਬ ਕਿ ਉਹਨਾਂ ਨਾਲ ਅਸੀਂ ਕਰਨਾ। ਫਿਰ ਮਤਲਬ ਉਹਨਾਂ ਨੇ ਤੇ ਵੀ ਕਿਹਾ ਵੀ ਅਕਾਲ ਤਖਤ ਤੇ ਹਮਲਾ ਨਹੀਂ ਕਰਨਾ। ਫਿਰ ਅਕਾਲ ਤਖਤ ਸਾਹਿਬ ਦੇ ਟੈਂਕਾਂ ਤੇ ਹਮਲੇ ਹੋ ਕਿੱਦਾਂ ਗਏ? ਉਹ ਟੈਂਕ ਫਿਰ ਆ ਕਿੱਥੋਂ ਗਏ? ਹਾਂਜੀ, ਸਾਰੇ ਟੈਂਕ ਆਏ ਨੇ, ਪਰਿਕਰਮਾ ਵਿੱਚ ਟੈਂਕ ਉਤਰੇ ਨੇ, ਬਖਤਰਬੰਦ ਗੰਡੀਆਂ, ਸਾਰੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੇ ਦੱਸਿਆ, ਸਾਰਿਆਂ ਨੇ ਜਿਹੜੀਆਂ ਕਿਤਾਬਾਂ ਆਈਆਂ ਨੇ ਉਹ ਕਹਿੰਦੇ ਵੀ ਬਖਤਰਬੰਦ ਗੰਡੀਆਂ ਅਕਾਲ ਤਖਤ ਸਾਹਿਬ ਤੱਕ ਆਈ। ਜਦੋਂ ਉਹਨਾਂ ਦੀ ਰੈਜ਼ਿਸਟੈਂਸ ਇੰਨੀ ਵੱਧ ਗਈ, 2 ਦਿਨ ਤੱਕ ਰੈਜ਼ਿਸਟੈਂਸ ਹੁੰਦੀ ਰਹੀ, ਫਿਰ ਬਖਤਰਬੰਦ ਗੱਡੀਆਂ ਆਈਆਂ, ਟੈਂਕ ਆਏ ਨੇ, ਔਰ ਬਾਬਾ ਦੀਪ ਸਿੰਘ ਦੇ ਉੱਥੇ, ਕਿਉਂਕਿ ਉਦੋਂ ਤੱਕ ਸੀਗੇ। ਜੰਗ ਖਤਮ ਹੋਣ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਨੂੰ ਖੋਲਿਆ ਗਿਆ, ਮੈਂ ਦੂਜੇ ਦਿਨ ਹੀ ਚਲੇ ਗਿਆ ਸੀ, ਮੈਂ ਆਪਣੀ ਮਦਰ ਨਾਲ ਗਿਆ। ਉਸ ਵੇਲੇ ਉਹ ਜਸਟ ਉਹ ਕੁਛ ਨਾ ਕਰ ਰਹੇ ਸੀ ਰਿਪੇਅਰ ਵਗੈਰਾ, ਪਰ ਉੱਥੇ ਉਹ ਟੈਂਕ ਉਹਨਾਂ ਨੇ ਉਸ ਵੇਲੇ ਉਹ ਲਗਾ ਦਿੱਤਾ ਸੀ, ਸੰਗਮਰਮਰ ਨਾ ਜਿੱਥੇ ਟੈਂਕ ਫਸਿਆ ਦੱਸਦੇ ਆ ਨਾ, ਉੱਥੇ ਲਗਾ ਦਿੱਤਾ ਸੀ। ਔਰ ਪਤਾ ਲੱਗਦਾ ਸੀ ਕਿਉਂਕਿ ਉਹ ਡਿਫਰੈਂਟ ਕਲਰ ਦਾ ਸੀ, ਉਹਦਾ ਉਨਾ ਸਕੇਅਰ ਹੈ ਨਾ ਜਿਹੜਾ, ਕਿਉਂਕਿ ਮੈਂ ਜਦੋਂ ਗਿਆ ਮੈਂ ਦੂਜੇ ਕੁ ਦਿਨ ਹੀ ਮਤਲਬ ਉਹ ਟੈਂਕ ਉੱਥੇ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ, ਉਹ ਤੋਂ ਗਾਂ ਨਹੀਂ ਜਾ ਸਕਿਆ ਉੱਥੇ, ਮਤਲਬ ਕਿ ਸੀਗਾ ਵੀ ਉਹਨਾਂ ਨੇ ਉਹ ਕਿਉਂਕਿ ਪੱਟਿਆ ਹੋਣਾ ਟੈਂਕ ਨਾਲ, ਉਹ ਜਿੰਨੇ ਏਰੀਆ ਵਿੱਚ ਟੈਂਕ ਸੀਗਾ ਉੱਥੇ ਨਵਾਂ ਸੰਗਮਰਮਰ ਲਗਾਇਆ ਹੋਇਆ ਸੀ। ਸ਼੍ਰੀ ਦਰਬਾਰ ਸਾਹਿਬ ਤੇ ਲਗਭਗ 1000 ਗੋਲੀਆਂ ਦੇ ਨਿਸ਼ਾਨ ਸੀ, ਔਰ ਜਿਨ੍ਹਾਂ ਤੇ ਨਾ ਇੱਕ ਜਿੱਦਾਂ ਵਾਈਟ ਚੂਨਾ ਜਿਹਾ ਭਰਿਆ ਹੋਇਆ ਸੀ। ਉਦੋਂ ਤੱਕ ਜਦੋਂ ਅਸੀਂ ਗਏ ਆ, ਕਿਉਂਕਿ ਮਿਲਟਰੀ ਨੇ ਫਿਰ ਰਿਪੇਅਰ ਕਰਨੀ ਸ਼ੁਰੂ ਕਰ ਦਿੱਤੀ ਸੀ, ਵਾਈਟ ਚੂਨਾ ਦਰਬਾਰ ਸਾਹਿਬ ਤੇ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਸੀ, ਬਹੁਤ, ਮਤਲਬ ਕਿ 1000 ਗੋਲੀਆਂ ਦੇ ਨਿਸ਼ਾਨ। ਦਰਬਾਰ ਸਾਹਿਬ ਦੇ ਬੰਨੇ ਅਕਾਲ ਤਖਤ ਸਾਹਿਬ ਵਾਲੇ ਬੰਨੇ, ਅਕਾਲ ਤਖਤ ਸਾਹਿਬ ਤਾਂ ਬਿਲਕੁਲ ਢਹਿ ਢੇਰੀ ਸੀ। ਜਿਹੜੀ ਫੋਟੋ ਆ ਬਕਾਇਦਾ ਮੈਂ ਉਹਦਾ ਵਿਟਨੈਸ ਹੈਗਾ ਤੁਹਾਨੂੰ, ਮੈਂ ਆਪਣੀ ਮਦਰ ਨਾਲ ਅਸੀਂ ਦੂਜੇ ਤੀਜੇ ਦਿਨ ਹੀ ਗਏ, ਬੱਸਾਂ ਚਲਾਈਆਂ ਸੀ ਉਹਨਾਂ ਨੇ, ਮਤਲਬ ਕਿ ਜੂਨ ਦੇ ਲਾਸਟ 'ਚ ਬੱਸਾਂ ਚੱਲੀਆਂ ਨਾ, ਵੀ ਉਹ ਉਦੋਂ ਮਤਲਬ ਕਿ ਸਾਰਾ ਕੁਛ ਹੀ ਉਸ ਤਰ੍ਹਾਂ ਹੀ ਪਿਆ ਸੀ, ਖਿੰਡਿਆ, ਹੈ ਨਾ। ਮਤਲਬ ਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਉਸੇ ਤਰ੍ਹਾਂ ਸੀ। ਦਰਬਾਰ ਸਾਹਿਬ ਦੀਆਂ ਜਿੱਥੇ ਗੋਲੀਆਂ ਦੇ ਨਿਸ਼ਾਨ ਸੀ, ਉੱਥੇ ਵਾਈਟ ਇੱਕ ਚੂਨਾ ਜਿਹਾ ਭਰਿਆ ਸੀ, ਸਿਰਫ ਨਿਸ਼ਾਨ ਦੇ ਹੀ ਸੀ, ਜਿਹੜਾ ਸੋਨਾ ਵਗੈਰਾ ਉਹ ਬਾਅਦ ਚੋਂ ਲਗਾਇਆ ਗਿਆ। ਸੋ ਅਸੀਂ ਕਹਿ ਸਕਦੇ ਹਾਂ ਵੀ ਆਰਡਰਸ ਫੋਲੋ ਨਹੀਂ ਹੋਏ, ਉਹਨਾਂ ਨੇ ਦੁਸ਼ਮਣਾਂ ਵਾਂਗ ਕਰਿਆ, ਮਤਲਬ ਕਿ ਇੱਕ ਵਤੀਰਾ ਕਰਿਆ, ਔਰ ਉਹਦੇ ਵਿੱਚ ਆਪਣੀਆਂ ਕੰਟਰਾਡਿਕਸ਼ਨਸ ਵਿੱਚ ਉਹ ਗਾਂਹ ਜਾ ਕੇ ਉਹ ਕਹਿੰਦੇ ਹੈਗੇ ਆ ਵੀ ਵੀ ਹੈਵ ਟੂ ਫੇਸ 2 enemies, one inside and one outside. ਇਟ ਮੀਨਸ ਤੁਸੀਂ ਐਨਮੀਜ਼ ਦੇ ਤੌਰ ਤੇ ਲੈ ਰਹੇ ਸੀ। ਬਿਲਕੁਲ। ਤੇ ਦੂਜੇ ਬੰਨੇ ਸੰਤਾਂ ਦੇ ਕਿਰਦਾਰ ਤੇ ਜਿਹੜੇ ਸਵਾਲ ਚੁੱਕਣੇ, ਇਹਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ? ਉਹਨਾਂ ਨੇ ਇੱਕ ਲਫ਼ਜ਼ ਯੂਜ਼ ਕੀਤਾ ਫਰੈਂਕਨਸਟਾਈਨ, ਜਦੋਂ ਆਪਾਂ ਇਹਦੀ ਥੋੜ੍ਹੀ ਜਿਹੀ ਘੋਖ ਕਰਦੇ ਹਾਂ ਤੇ ਜੋ ਕੁਛ ਜਿੱਦਾਂ ਹਿੰਦੀ ਦੇ ਵਿੱਚ ਕੁਰਮਾ ਵਿਸ਼ਵਾਸ ਨੇ ਵੀ ਉਦੋਂ ਮੇਰਾ ਖਿਆਲ ਭਸਮਾਸੁਰ ਕਰਕੇ ਜਿਹੜਾ ਵਰਡ ਯੂਜ਼ ਕੀਤਾ ਸੀ। ਤੇ ਇੱਕ ਬੰਨੇ ਜਿੱਦਾਂ ਇਹ ਕਹਿਣਾ ਕਿ ਉਹਨਾਂ ਦੀ ਫੋਲੋਇੰਗ ਬਹੁਤ ਸੀ, ਦੂਜੇ ਬੰਨੇ ਸੰਤਾਂ ਨੂੰ ਕਾਂਗਰਸ ਦਾ ਏਜੰਟ ਦੱਸਣਾ, ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਹੁਣ ਦੇਖੋ ਵੀ ਇਸ ਬੰਦੇ ਨੂੰ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਸਿੱਖ ਪਰੰਪਰਾ ਆ, ਸਿੱਖ ਇਤਿਹਾਸ ਤੋਂ ਟੁੱਟਿਆ ਹੋਇਆ ਬੰਦਾ ਹੈ ਨਾ। ਹੁਣ ਜੇ ਫਰੈਂਕਨਸਟਾਈਨ ਦਾ ਉਹਨੇ ਕਰਿਆ ਹੈ ਨਾ, ਫਿਰ ਗੁਰੂ ਨਾਨਕ ਦੇਵ ਜੀ ਨੂੰ ਕਿਹਨੇ ਹਮਾਇਤ ਦਿੱਤੀ? ਇਹਦਾ ਮਤਲਬ ਬਾਬਰ ਨੇ ਗੁਰੂ ਸਾਹਿਬ ਨੂੰ ਉੱਚਾ ਚੁੱਕਿਆ। ਬਾਬਰ ਦੇ ਰਾਜ ਦੇ ਦੌਰਾਨ ਗੁਰੂ ਸਾਹਿਬ ਸੀਗੇ, ਸੋ ਗੁਰੂ ਸਾਹਿਬ ਦੀ ਐਡੀ ਵੱਡੀ ਫੋਲੋਇੰਗ ਆ, ਉਹ ਬਾਬਰ ਦੀ ਉਹਦੇ ਨਾਲ ਹਮਾਇਤ ਨਾਲ ਹੋਈ, ਹਨਾ। ਗੁਰੂ ਅਮਰਦਾਸ ਜੀ ਦੀ ਇੰਨੀ ਵੱਡੀ ਫੋਲੋਇੰਗ ਆ, ਉਹ ਅਕਬਰ ਦੀ ਹਮਾਇਤ ਨਾਲ ਹੋਈ, ਵੀ ਕਿਉਂਕਿ ਉਹਨਾਂ ਵਿੱਚ ਆਪਣੇ ਆਪ 'ਚ ਕੁਛ ਨਹੀਂ ਸੀ, ਹੈ ਨਾ। ਸੋ ਅਕਬਰ ਨੇ ਉਹਨਾਂ ਨੂੰ ਹਮਾਇਤ ਦਿੱਤੀ, ਹੈ ਨਾ। ਸੋ ਜਹਾਂਗੀਰ ਆਪਣੀ ਤੋਜ਼ਕੇ ਜਹਾਂਗੀਰੀ ਵਿੱਚ ਕਹਿੰਦਾ ਵੀ ਜਿਹੜੀ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਜਾਂ ਅੰਮ੍ਰਿਤਸਰ ਵਿੱਚ ਝੂਠ ਦੀ ਦੁਕਾਨ ਚੱਲ ਰਹੀ ਆ, ਹੈ ਨਾ, ਵੀ ਉਸ ਝੂਠ ਦੀ ਦੁਕਾਨ ਦਾ ਇੰਨਾ ਵੱਡਾ ਪਖੰਡ ਵੱਧ ਗਿਆ ਵੀ ਦੂਰ ਦੂਰ ਤੋਂ ਜਿਹੜੇ ਲੋਕ ਆਉਂਦੇ ਹੈਗੇ, ਹੈ ਨਾ। ਸੋ ਉਹ ਝੂਠ ਦੀ ਦੁਕਾਨ ਨੂੰ ਬੰਦ ਕਰਨ ਲਈ ਜਿਹੜਾ ਜਹਾਂਗੀਰ ਆ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਦਾ, ਪਰ 6ਵੇਂ ਪਾਤਸ਼ਾਹ ਨਾਲ ਜਿਹੜੇ ਅਗਲੇ ਹਾਕਮ ਆਉਂਦੇ ਆ ਉਹਨਾਂ ਦਾ ਇੱਕ ਰਿਸ਼ਤਾ ਬਣ ਜਾਂਦਾ ਹੈਗਾ। ਫਿਰ 6ਵੇਂ ਪਾਤਸ਼ਾਹ ਨੇ ਤਾਂ ਸਗੋਂ ਜੇ ਉਹਨਾਂ ਦੇ ਸ਼ਬਦਾਂ ਵਿੱਚ ਝੂਠ ਦੀ ਦੁਕਾਨ ਸੀ,
ਉੱਥੇ ਬਕਾਇਦਾ ਹਥਿਆਰਾਂ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ 6ਵੇਂ ਪਾਤਸ਼ਾਹ ਨੇ ਤਾਂ। ਫਿਰ ਇਹ ਕੰਟਰਾਡਿਕਸ਼ਨਸ ਨੂੰ ਤੁਸੀਂ ਤਾਂ ਇਹ ਤਾਂ ਦੇਖੋ ਵੀ ਕੌਮ ਆ ਜਿਹੜੀ ਕਿਸ ਇਤਿਹਾਸਕ ਮਤਲਬ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਸਿੱਖੀ ਪਰੰਪਰਾਵਾਂ ਦੀ ਜਾਣਕਾਰੀ ਨਾ ਹੋਣਾ ਤੇ ਉਹਨੂੰ ਇਸੇ ਤਰੀਕੇ ਦੇ ਨਾਲ ਫਿਰ ਮੜ ਦੇਣਾ। ਹਾਂ, ਜਸਟੀਫਾਈ ਉਹ ਆਪਣੀਆਂ ਗਲਤੀਆਂ ਨੂੰ। ਪੋਲੀਟੀਕਲ ਸਿਨਾਰੀਓ ਦੇਖੀਏ ਕੀ ਉਦੋਂ ਜਦੋਂ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਹੁੰਦੀ ਆ, ਕੀ ਉਦੋਂ ਕਾਂਗਰਸ ਦੀ ਸਰਕਾਰ ਸੀ ਜਾਂ ਕੀ ਕੁਛ ਇਸ ਤਰ੍ਹਾਂ ਦਾ ਹੈਗਾ ਜਾਂ ਨਹੀਂ? ਨਹੀਂ, ਦੇਖੋ ਸੰਤ ਜਰਨੈਲ ਸਿੰਘ ਦੇ ਦਸਤਾਰਬੰਦੀ 1977 ਵਿੱਚ ਹੁੰਦੀ ਹੈ, ਮੇਰੇ ਖਿਆਲ ਅਗਸਤ 1977 ਵਿੱਚ ਹੁੰਦੀ ਹੈ। ਉਦੋਂ ਮਰਾਰਜੀ ਦੇਸਾਈ ਪ੍ਰਧਾਨ ਮੰਤਰੀ ਸੀ। 1975 ਤੋਂ 77 ਤੱਕ ਐਮਰਜੈਂਸੀ ਲੱਗੀ ਆ, ਮਤਲਬ ਕਿ 77 ਚ ਦੁਬਾਰੇ ਚੋਣਾਂ ਹੋਈਆਂ ਨੇ ਐਮਰਜੈਂਸੀ ਟੁੱਟਣ ਤੋਂ ਬਾਅਦ। ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਹਾਰ ਜਾਂਦੀ ਹੈ। ਲੋਕ ਦਲ ਦੀ ਜਿਹੜੀ ਮਰਾਰਜੀ ਦੇਸਾਈ ਵਾਲੀ ਸਰਕਾਰ ਆ ਉਹ ਆਉਂਦੀ ਆ, 1980 ਤੱਕ ਰਹਿੰਦੀ ਹੈਗੀ ਆ। ਟੈਕਨੀਕਲੀ ਦੇਖੋ ਨਾ ਵੀ 1980 ਤੱਕ ਮਰਾਰਜੀ ਦੇਸਾਈ ਦੀ ਸਰਕਾਰ ਰਹਿੰਦੀ ਹੈ। 1980 ਵਿੱਚ ਦੁਬਾਰੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਜਿਹਦੇ ਵਿੱਚ ਇੰਦਰਾ ਗਾਂਧੀ ਦੁਬਾਰੇ ਆਉਂਦੀ ਆ। ਪਰ 78 ਦੇ ਵਿੱਚ ਤਾਂ ਆਲਰੇਡੀ ਜਿਹੜਾ ਆਪਾਂ ਇੱਕ ਕਹੀਏ ਨਾ ਪਾੜ ਪੈ ਚੁੱਕਾ, ਸਭ ਤੋਂ ਵੱਡਾ ਜਿਹੜਾ ਨਿਰੰਕਾਰੀ ਜਿਹੜਾ ਕਾਂਡ ਹੁੰਦਾ ਹੈਗਾ। ਹਾਂਜੀ ਹਾਂਜੀ। ਤੇ ਫਿਰ ਆਪਾਂ ਇਹਨੂੰ ਕਿੱਦਾਂ ਕਾਂਗਰਸ ਉਹਦੇ ਵਿੱਚ ਇੰਦਰਾ ਗਾਂਧੀ ਦਾ ਤਾਂ ਉੱਥੇ ਕੋਈ ਰੋਲ ਨਹੀਂ। ਸ਼ੀ ਵਾਸ ਨਾਟ ਔਨ ਦੀ ਸੀਨ ਪੋਲੀਟੀਕਲੀ ਐਟ ਦੈਟ ਟਾਈਮ। ਉਦੋਂ ਲੋਕ ਦਲ ਦੀ ਜਾਂ ਮਰਾਰਜੀ ਦੇਸਾਈ ਦੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਹਿਮਤੀ ਨਾਲ ਜਿਹੜੀ ਸਰਕਾਰ ਬਣੀ। ਸੋ 1978 ਵਿੱਚ ਉਹ ਸਾਕਾ ਹੋ ਜਾਂਦਾ। ਸੋ ਸੰਤ ਜੀ ਇੱਕ ਸੀਨ ਤੇ ਆ ਜਾਂਦੇ ਹੈਗੇ ਉਸ ਟਾਈਮ ਤੇ, ਹਨਾ। ਸੋ ਉਹਨਾਂ ਨੂੰ ਇਹ ਕਹਿਣਾ ਵੀ ਇੰਦਰਾ ਗਾਂਧੀ ਨੇ ਹੀ ਹਮਾਇਤ ਦਿੱਤੀ ਹੈ, ਇਹ ਉਹਨਾਂ ਦੀ ਇੱਕ ਤਰ੍ਹਾਂ ਨਾਲ ਖਾਮ ਖਿਆਲੀ ਆ, ਜਾਂ ਜਿਹੜਾ ਇੱਕ ਪੋਲੀਟੀਕਲ ਨੈਰੇਟਿਵ ਕੁਲਦੀਪ ਨਈਅਰ ਨੇ ਬਣਾ ਦਿੱਤਾ ਹੋਇਆ ਜਾਂ ਖੁਸ਼ਵੰਤ ਸਿੰਘ ਨੇ ਬਣਾ ਦਿੱਤਾ, ਉਹਦੇ ਤੇ ਵੀ ਮੱਖੀ ਤੇ ਮੱਖੀ ਮਾਰੀ ਜਾਓ, ਕੋਈ ਇਨਵੈਸਟੀਗੇਸ਼ਨ ਨਹੀਂ ਕਰਨੀ। ਫਿਰ ਕਿਸੇ ਕੌਮ ਦੀਆਂ ਰੀਝਾਂ, ਇੱਕ ਐਥਨਿਕ ਗਰੁੱਪ ਜਿਹੜਾ ਤੁਹਾਡੇ ਪੋਲੀਟੀਕਲ ਸਟਰਕਚਰ ਤੋਂ ਵੱਖਰੀਆਂ ਪਰੰਪਰਾਵਾਂ, ਇਤਿਹਾਸ, ਬੋਲੀ ਔਰ ਧਰਮ ਰੱਖਦਾ ਹੈਗਾ, ਉਹਦੀਆਂ ਐਸਪੀਰੇਸ਼ਨਸ ਔਰ ਉਹਦੀਆਂ ਜਿਹੜੀਆਂ ਉਹਦੀ ਇਤਿਹਾਸਕ ਪਰੰਪਰਾ ਕੀ ਹੈ, ਉਹਦੇ 'ਚ ਛੋਟੇ ਸਾਹਿਬਜ਼ਾਦੇ ਕਿੱਥੇ ਖੜੇ ਨੇ, ਵੱਡੇ ਸਾਹਿਬਜ਼ਾਦੇ ਕਿੱਥੇ ਖੜੇ ਨੇ, ਬਾਬਾ ਦੀਪ ਸਿੰਘ ਕਿੱਥੇ ਖੜਾ। ਫਿਰ ਬਾਬਾ ਦੀਪ ਸਿੰਘ ਨੂੰ ਵੀ ਸਮੇਂ ਦੇ ਹਾਕਮਾਂ ਨੇ ਫਰੈਂਕਨਸਟੀਨ ਬਣਾਇਆ ਹੋਊਗਾ, ਹਨਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸਮਾਂ ਦੇ ਹਾਕਮਾਂ ਨੇ ਫਰੈਂਕਨਸਟੀਨ ਬਣਾਇਆ ਹੋਊਗਾ। ਦੇ ਵਰ ਆਲਸੋ ਫਰੈਂਕਨਸਟੀਨ ਟੂ ਦੈਟ ਪੀਪਲ, ਹਨ। ਉਦੋਂ ਦੇ ਹਾਕਮਾਂ ਲਈ ਬਾਬਾ ਬੰਦਾ ਸਿੰਘ ਬਹਾਦਰ ਵੀ ਫਰੈਂਕਨਸਟੀਨ ਸੀ, ਬਾਬਾ ਦੀਪ ਸਿੰਘ ਵੀ ਫਰੈਂਕਨਸਟੀਨ ਸੀ, ਗੁਰੂ ਗੋਬਿੰਦ ਸਿੰਘ ਵੀ ਫਰੈਂਕਨਸਟੀਨ ਸੀ, ਨਾ। ਫਿਰ ਇਹਨੂੰ ਤੁਸੀਂ ਇਸ ਜਦੋਂ ਤੁਸੀਂ ਪਰੰਪਰਾ ਦੀ ਲੜੀ ਨੂੰ ਜੋੜਦੇ ਹੋ, ਫਿਰ ਤੁਸੀਂ ਸਾਰਿਆਂ ਬਾਰੇ ਇੱਕ ਤਾਂ ਜਾਂ ਤਾਂ ਸਵੀਪ ਕਰ ਦਿਓ ਨਾ ਵੀ ਸਮੁੱਚੀ ਸਿੱਖ ਪਰੰਪਰਾ ਹੀ ਭਸਮਾਸੁਰਾਂ ਦੀ ਸਿੱਖ ਪਰੰਪਰਾ ਹੈ ਔਰ ਇਟ ਇਜ਼ ਆਵਰ ਰਾਈਟ ਐਂਡ ਰਿਸਪੌਂਸਿਬਿਲਿਟੀ ਟੂ ਕ੍ਰਸ਼ ਦੈਮ, ਹਨਾ। ਮਤਲਬ ਕਿ ਡਬਲ ਸਟੈਂਡਰਡ ਨਾ ਰੱਖੋ ਤੁਸੀਂ, ਮਤਲਬ ਕਿ ਆਈਸੋਲੇਟਡ ਸਿਚੁਏਸ਼ਨਸ ਲੈਂਦੇ ਹੋ, ਆਈਸੋਲੇਸ਼ਨ ਚੋਂ ਸਾਰੀਆਂ ਘਟਨਾਵਾਂ ਨੂੰ ਨਾ ਦੇਖੋ, ਇਹਨੂੰ ਹੋਲਿਸਟਿਕ ਇਤਿਹਾਸ ਦੀ ਪਰੰਪਰਾ 'ਚ ਦੇਖੋ ਵੀ ਗੁਰੂ ਨਾਨਕ ਦੇਵ ਜੀ ਕਿੱਥੋਂ ਆਏ ਆ, ਗੁਰੂ ਅੰਗਦ ਦੇਵ ਜੀ ਨੇ ਕੀ ਅੱਗੇ ਰਵਾਇਤ ਤੋਰੀ ਆ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕੀ ਕਾਰਨ ਨੇ, ਗੁਰੂ ਹਰਗੋਬਿੰਦ ਸਾਹਿਬ ਦਾ ਹਥਿਆਰ ਚੱਕਣ ਦੇ ਕੀ ਮੰਤਵ ਨੇ। ਫਿਰ 7ਵੇਂ ਪਾਤਸ਼ਾਹ ਕੋਲ 2500 ਘੋੜਸਵਾਰ ਹੁੰਦੇ ਹੋਏ ਵੀ ਉਹਨਾਂ ਨੇ ਇੱਕ ਵੀ ਹਥਿਆਰ ਨਹੀਂ ਲੜਾਈ ਲੜੀ। ਸੋ ਇਸ ਪਰੰਪਰਾ ਨੂੰ ਜਦੋਂ ਤੁਸੀਂ ਥਿਓਰੈਟੀਕਲੀ ਐਂਡ ਸਪਿਰਿਚੁਅਲੀ ਉਹਨੂੰ ਇੰਬਾਈਬ ਕਰਕੇ ਪੜ੍ਹੋਗੇ, ਫਿਰ ਤੁਹਾਨੂੰ ਇਸ ਕੌਮ ਦੀਆਂ ਜਿਹੜੀਆਂ ਰਿਲੀਜੀਅਸ ਐਂਡ ਪੋਲੀਟੀਕਲ ਐਸਪੀਰੇਸ਼ਨਸ ਆ ਤਾਂ ਪਤਾ ਲੱਗਣੀਆਂ। ਤੁਸੀਂ ਆਈਸੋਲੇਟਡ ਸਿਨੈਰੀਓਜ਼ ਨੂੰ ਟੁੱਟਵੇਂ ਰੂਪ ਵਿੱਚ ਪੇਸ਼ ਕਰ ਰਹੇ ਹੋ, ਜਿਹੜਾ ਕਿ ਇੱਕ ਇਤਿਹਾਸਕਾਰ ਦਾ ਕੰਮ ਨਹੀਂ ਹੁੰਦਾ। ਇੱਕ ਫੌਜੀ ਆ ਜਿਹੜਾ ਮਤਲਬ ਕਿ ਆਪਣੀ ਸੁਸਾਇਟੀ ਤੋਂ ਵੀ ਟੁੱਟਿਆ ਹੋਇਆ, ਆਪਣੇ ਘਰ ਤੋਂ ਵੀ ਟੁੱਟਿਆ ਹੋਇਆ, ਆਪਣੇ ਪਿਛੋਕੜ ਤੋਂ ਵੀ ਟੁੱਟਿਆ ਹੋਇਆ। ਇੱਕ ਫੌਜੀ ਦੀਆਂ ਗੱਲਾਂ ਨੂੰ ਤੁਸੀਂ ਇਤਿਹਾਸਕ ਸੰਦਰਭ ਵਿੱਚ ਨਹੀਂ ਲੈ ਕੇ ਜਾ ਸਕਦੇ। ਉਹ ਇਸੇ ਤਰ੍ਹਾਂ ਇੱਕ ਪੁਲਿਸ ਵਾਲੇ ਦੀਆਂ ਗੱਲਾਂ, ਕਿਉਂਕਿ ਉਹਨੇ ਲਗਾਤਾਰ ਕਤਲੋ ਗਾਰਤ, ਮਤਲਬ ਕਿ ਲੋਕਾਂ ਦਾ ਤਸ਼ੱਦਦ, ਲੋਕਾਂ ਦੇ ਝੂਠੇ ਕੇਸ ਪਾਉਣੇ, ਮਤਲਬ ਕਿ ਬਹੁਤ ਥੋੜ੍ਹੇ ਬੰਦੇ ਆ ਜਿਹੜੇ ਸੱਚ ਦੇ ਰਾਹ 'ਤੇ ਚੱਲੇ ਆ। ਸੋ ਉਹਨਾਂ ਦੀਆਂ ਜਿਹੜੀਆਂ ਵਿਟਨੈਸਿਸ ਆ ਉਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਹਿਸਟੋਰੀਕਲ ਆਸਪੈਕਟ ਤੋਂ ਨਹੀਂ ਦੇਖ ਸਕਦੇ। ਉਹਨਾਂ ਵਿੱਚ ਬਹੁਤ ਸਾਰੇ ਡੈਂਟ ਹੁੰਦੇ ਆ ਜਿਨ੍ਹਾਂ ਨੂੰ ਇਤਿਹਾਸਕ ਪਰੰਪਰਾ 'ਚੋਂ, ਖਾਲਸਾਈ ਪਰੰਪਰਾ 'ਚੋਂ, ਉਹਦੀ ਸਪਿਰਿਚੁਅਲ ਵੈਲਿਊਜ਼ 'ਚੋਂ, ਉਹਨਾਂ ਦੇ ਧਰਮ ਗ੍ਰੰਥ 'ਚੋਂ, ਉਹਨਾਂ ਦੀਆਂ ਸ਼ਹਾਦਤਾਂ 'ਚੋਂ ਦੇਖਣਾ ਪੈਂਦਾ। ਜੀ ਬਿਲਕੁਲ। ਤੇ ਦੂਜੇ ਬੰਨੇ ਜਿਹੜਾ ਹੈ ਜਨਰਲ ਸ਼ਾਬੇਗ ਸਿੰਘ ਦੀ ਗੱਲ ਕਰਦੇ ਹੋਏ, ਮਤਲਬ ਆਪਣੇ ਆਪ ਨੂੰ ਜਿੱਦਾਂ ਉਹ ਵਡਿਆਉਂਦੇ ਹੈਗੇ ਆ ਵੀ ਉਹਨਾਂ ਨੇ ਸੰਤਾਂ ਨੂੰ ਕਿਹਾ ਵੀ ਰੈਕੀ ਕਰਦੇ ਹੋਏ ਉਹਨਾਂ ਨੇ ਮੈਨੂੰ ਦੇਖ ਲਿਆ ਸੀ ਅਤੇ ਉਹਨਾਂ ਨੇ ਸੰਤਾਂ ਨੂੰ ਕਿਹਾ ਕਿ ਬੁਲਬੁਲ ਬਰਾੜ, ਜਨਰਲ ਬਰਾੜ ਜਿਹੜਾ ਹੈ ਉਹ ਆ ਗਿਆ ਹੈ, ਹੁਣ ਜਿਹੜੀ ਫਾਈਟ ਹੈ ਉਹ ਟਫ ਹੋਏਗੀ। ਇਸ ਨੂੰ ਕਿਵੇਂ ਦੇਖਦੇ ਹੋ? ਦੂਜਾ ਇਸੇ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਵੀ ਬੁਲਬੁਲ ਬਰਾੜ ਵੀ ਜੱਟ ਸਿੱਖ ਹੈਗਾ, ਮੈਂ ਵੀ ਜੱਟ ਸਿੱਖ ਹਾਂ, ਸੰਤ ਜਰਨੈਲ ਸਿੰਘ ਵੀ ਜੱਟ ਸਿੱਖ ਆ, ਅਤੇ ਹੁਣ ਜਿਹੜਾ ਹੈਗਾ ਇਹ ਮੁਕਾਬਲਾ ਜਿਹੜਾ ਬੜਾ ਟਫ ਹੋਣ ਵਾਲਾ ਹੈ। Shabeg knew me well enough. In fact, I was told, Shabeg Singh had told Bhindranwale that it's not going to be easy. We're going to have a tough fight. I can see General Bulbul Brar outside. I was outside and he's a tough guy. He's a Jat Sikh. Just like you and just like me. We're all Jat Sikhs. ਇੱਕ ਤਾਂ ਸਿੱਖੀ ਦੇ ਵਿੱਚ ਇਹ ਵਾਲਾ ਤਾਂ ਕੋਈ ਕਨਸੈਪਟ ਹੀ ਨਹੀਂ ਹੈਗਾ, ਫਿਰ ਇਹਨੂੰ ਕਿਵੇਂ, ਇਹਦਾ ਐਨਾਲਾਈਸਿਸ ਕਿਵੇਂ ਕਰੋਗੇ? ਫਿਰ ਉਹੀ ਆ ਵੀ ਬੰਦਾ ਹਲਕਾ ਹੈ ਨਾ, ਬੰਦਾ
ਹਨਾ ਵੀ ਉਹ ਲੜਾਈ ਤੇ ਉਹਨਾਂ ਨੇ ਝੋਕਤਾ ਲਿਆ ਕਿ ਹੁਣ 31 ਤਰੀਕ ਤੱਕ ਕਹਿੰਦਾ ਮੈਨੂੰ ਤਾਂ ਕੁਝ ਵੀ ਨਹੀਂ ਸੀ ਪਤਾ। ਜੀ ਜੀ, ਮੇਰਾ ਅਗਲਾ ਸਵਾਲ ਉਹੀ ਆਣਾ ਸੀਗਾ ਜੀ ਵੀ ਇਹ ਹੈਗਾ ਵੀ ਮਤਲਬ ਕਿ ਜਿਹਨੂੰ ਕੁਝ ਨਹੀਂ ਪਤਾ 31 ਮਈ ਨੂੰ, ਉਹ 3-4 ਮਈ ਨੂੰ ਆ ਕੇ ਕਹਿੰਦਾ ਵੀ ਬੁਲਬੁਲ ਬਰਾੜ ਆ ਗਿਆ, ਹਨਾ। ਮਤਲਬ ਕਿ ਇੱਕ ਤਾਂ ਸਿੱਖਾਂ ਵਿੱਚ ਇਸ ਤਰ੍ਹਾਂ ਦਾ ਕੋਈ ਕਨਸੈਪਟ ਨਹੀਂ ਵੀ ਇਹ ਜੱਟ ਸਿੱਖ ਆ ਜਾਂ ਕੋਈ ਹੋਰ ਆ ਨਾ, ਮਤਲਬ ਕਿ ਜਾਤ ਪਾਤੀ ਕਨਸੈਪਟ ਕੋਈ ਨਹੀਂ, ਉਹ ਤਾਂ ਜਸਟ ਆਪਣੇ ਆਪ ਨੂੰ ਲਾਈਜ਼ ਕਰ ਰਿਹਾ ਹੈਗਾ ਨਾ, ਆਪਣੇ ਇਲੂਜ਼ਨਸ ਨੂੰ ਉਹ ਜਿਸ ਤਰ੍ਹਾਂ ਉਹ ਕਰ ਰਿਹਾ। ਹੁਣ ਇੱਕ ਪਾਸੇ ਕਹਿੰਦਾ ਵੀ ਜਿਹੜਾ ਜਨਰਲ ਸੁਭੇਗ ਸਿੰਘ ਆ ਮੇਰਾ ਗੁਰੂ ਆ, ਹਨਾ, ਵੀ ਮੈਂ ਸਾਰੀ ਫੌਜੀ ਸਿੱਖਿਆ ਜਿਹੜੀ ਉਹ ਤੋਂ ਲਈ ਹੈਗੀ ਆ। 1971 ਦੀ ਵਾਰ ਵਿੱਚ ਉਹ ਮੇਰੇ ਤੋਂ ਸੀਨੀਅਰ ਸੀ ਔਰ ਉਹਦੀ ਸਟ੍ਰੈਟਜੀ ਨਾਲ ਕਹਿੰਦੇ ਜੰਗ ਜਿੱਤੀ ਗਈ ਆ ਜਿਹੜੀ ਬੰਗਲਾਦੇਸ਼ ਦੀ, ਹਨਾ। ਉਹ ਕਹਿੰਦਾ ਵੀ ਕਮਾਲ ਦਾ ਕਰਾਫਟਸਮੈਨ ਆ ਉਹ, ਨਾ, ਡਿਫੈਂਸ ਦਾ ਔਰ ਅਫੈਂਸ ਦਾ ਉਹ ਕਮਾਲ ਦਾ ਕਰਾਫਟਸਮੈਨ। ਤੇ ਹੁਣ ਇੱਕ ਗੁਰੂ ਜਿਹਦਾ ਚੇਲਾ ਜੰਗ ਵਿੱਚ ਉਹਦੇ ਸਾਹਮਣੇ ਖੜਾ, ਹਾਊ ਕੁਡ ਹੀ ਬੀ ਫੀਅਰਡ ਫਰੋਮ ਹਿਮ, ਹਨਾ, ਵੀ ਇੱਕ ਜਿਹਨੇ ਉਹਨੂੰ ਸਿਖਾਇਆ, ਔਰ ਗੁਰੂ ਕੋਲੀ ਦਾ ਮਤਲਬ ਕਿੰਨੀ ਮੁਹਾਰਤ ਹੋਗੀ ਜਿਹੜਾ ਉਹ ਬੱਚੇ ਨੂੰ ਸਿਖਾਇਆ ਉਹਨੇ, ਹਨਾ। ਤੇ ਫਿਰ ਉਹਦਾ ਐਸ ਟਿਪੀਕਲ ਇਨਫੋਰਮੇਸ਼ਨ ਦਾ ਸੋਰਸ ਕੀ ਆ ਵੀ ਸੰਤ ਜੀ ਤੇ ਸੁਭੇਗ ਸਿੰਘ ਦੋਨੋਂ ਜਣੇ ਖੜੇ ਨੇ, ਉਹਨਾਂ ਦੀ ਆਪਸੀ ਕਨਵਰਸੇਸ਼ਨ ਹੋ ਰਹੀ ਆ। ਹੂ ਇਜ਼ ਦੀ ਥਰਡ ਪਰਸਨ ਦੇਅਰ, ਕਹਿੰਦਾ ਜਿਹੜੇ ਅਸੀਂ ਅਰੈਸਟ ਕੀਤੇ ਉਹਨਾਂ ਚ ਮੈਨੂੰ ਕਈਆਂ ਨੇ ਦੱਸਿਆ। ਹਾਂ, ਮਤਲਬ ਕਿ ਇਹ ਹੁਣ ਇਹ ਜਸਟ ਉਹ ਫਲੂਇਡ ਆ ਗੱਲ, ਹਨਾ, ਵੀ ਮਤਲਬ ਕਿ ਇਸ ਤਰ੍ਹਾਂ ਦੀ ਫਲੂਇਡਿਟੀ ਚੋਂ ਆ ਵੀ ਹਾਂ ਟਫ ਹੋਊਗੀ। ਉਹ ਤਾਂ ਹੁਣ ਸਰਦਾਰ ਅਜਮੇਰ ਸਿੰਘ ਨੇ ਸਾਰਾ ਉਹ ਕਿਤਾਬ 'ਚ ਲਿਖਿਆ ਵੀ ਜਦੋਂ ਇਹਨਾਂ ਨੇ ਕਿਹਾ ਸੀ ਵੀ ਜਦੋਂ ਟੈਂਕ ਦਨਾਉਣਗੇ ਤਾਂ ਵੱਡੇ ਵੱਡੇ ਜਰਨੈਲਾਂ ਦੀਆਂ ਪਤਲੂਨਾਂ ਜਿਹੜੀਆਂ ਗਿੱਲੀਆਂ ਹੋ ਜਾਣਗੀਆਂ। ਸੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ, ਹਨਾ। ਸੋ ਲਗਾਤਾਰ ਉਹ ਕਹਿੰਦਾ ਵੀ ਸਾਡੀਆਂ ਬਹੁਤ ਸਾਰੀਆਂ ਕੈਜੁਅਲਟੀਜ਼ ਹੋਈਆਂ, ਕਿਸੇ ਕੋਈ ਜਰਨੈਲ ਭੱਜਿਆ ਨਹੀਂ, ਈਵਨ ਬਾਅਦ ਚੋਂ ਬੰਦੇ ਸਾਰੇ ਆ ਫੜੇ ਗਏ ਆ ਜਿਹੜੇ ਸ਼ਹੀਦ ਨਹੀਂ ਹੋਏ। ਕਿੰਨੀ ਵੱਡੀ ਗਿਣਤੀ ਵਿੱਚ ਭਾਈ ਗੁਰਜੀਤ ਸਿੰਘ ਆ, ਜਰਨਲ ਲਾਭ ਸਿੰਘ ਆ, ਭਾਈ ਸੁਖਦੇਵ ਸਿੰਘ ਬੱਬਰ ਉਹਨੇ ਨਿਕਲੇ ਆ, ਭਾਈ ਕੰਵਰ ਸਿੰਘ ਧਾਮੀ ਉਹਨੇ ਨਿਕਲੇ ਆ, ਕਿੰਨੇ ਵੱਡੇ ਜਰਨੈਲ ਆ ਜਿਹੜੇ ਭਾਈ ਸੁਰਿੰਦਰਪਾਲ ਸਿੰਘ ਛਿੰਦੂ, ਜਿਹੜਾ ਕੇਸੀ ਸ਼ਰਮਾ ਉਹ ਨਿਕਲਿਆ, ਮਨਵੀਰ ਸਿੰਘ ਚਿਹੜੂ ਨੇ, ਮਤਲਬ ਕਿ ਬਹੁਤ ਵੱਡੀ ਗਿਣਤੀ ਆ ਜਿਹੜੇ ਆਰਾਮ ਨਾਲ ਨਿਕਲ ਗਏ ਉੱਥੋਂ, ਨਾ। ਮਤਲਬ ਕਿ ਉਹਨਾਂ ਦਾ ਕੋਈ ਇਸ ਤਰ੍ਹਾਂ ਦੀ ਵੀ ਕੋਈ ਕੈਜੁਅਲਟੀ ਵੀ ਨਹੀਂ ਹੋਈ ਉਹਨਾਂ ਦੀ। ਤਾਂ ਅਸਲ 'ਚ ਇਹ ਤਾਂ ਫਾਈਟਿੰਗ ਫੋਰਸ ਸੀ ਨਾ, ਇਹ ਸਾਰੇ ਬੰਦੇ ਫਾਈਟਿੰਗ ਫੋਰਸ ਸੀ ਨਾ। ਯੂ ਕੁਡ ਨਾਟ ਕਿਲ ਆਲ ਆਫ ਦੈਮ ਈਵਨ, ਹਨਾ, ਐਡੇ ਵੱਡੇ ਆਪਰੇਸ਼ਨ 'ਚੋਂ। ਮਤਲਬ ਕਿ ਈਵਨ ਸੰਤ ਜਰਨੈਲ ਸਿੰਘ ਆ, ਭਾਈ ਅਮਰੀਕ ਸਿੰਘ ਆ, ਜਰਨਲ ਸੁਭੇਗ ਸਿੰਘ ਸ਼ਹੀਦ ਹੋਇਆ ਜਾਂ ਕੁਝ ਹੋਰ ਸਿੰਘ ਸ਼ਹੀਦ ਹੋਏ ਹੋਣਗੇ, ਜਿਹੜੀ ਫਾਈਟਿੰਗ ਫੋਰਸ ਸੀ। ਫਾਈਟਿੰਗ ਫੋਰਸ ਤੇ ਬਹੁਤ ਸਾਰੇ ਬੰਦੇ ਆ ਜਿਹੜੇ, ਮਤਲਬ ਉਹਨਾਂ ਦੀ ਫਿਰ ਪਲੈਨਿੰਗ ਹੋ ਗਈ ਹੋਏਗੀ ਕਿ ਇਹ ਜੰਗ ਨੂੰ ਜਿਹੜਾ ਬਾਹਰ ਜਾ ਕੇ ਇਹ ਸਿੰਘ ਅੱਗੇ ਤੋਰਨਗੇ, ਔਰ ਇਦਾਂ ਹੋਇਆ ਵੀ ਹੈ ਫਿਰ। ਹਾਂਜੀ, ਮਤਲਬ ਕਿ ਉਹ ਕਰਿਆ ਵੀ ਹੋਇਆ ਉਹਨਾਂ ਨੇ। ਇਟ ਮੀਨਸ ਵੀ ਜੇ ਤੁਸੀਂ ਐਡਾ ਵੱਡਾ ਹਮਲਾ ਕਰਿਆ ਸੀ, ਤੁਸੀਂ ਉਹਦੇ ਵਿੱਚ ਵੀ ਸਕਸੈਸਫੁਲ ਤਾਂ ਨਹੀਂ ਹੋਏ। ਇੱਕ ਸੰਤ ਜਰਨੈਲ ਸਿੰਘ ਨੂੰ ਜਾਂ ਜਨਰਲ ਸੁਭੇਗ ਸਿੰਘ ਨੂੰ ਤੁਸੀਂ ਉਹ ਮਾਰ ਕੇ ਜਾਂ ਸ਼ਹੀਦ ਕਰਕੇ ਵੀ ਉਹ ਤੁਹਾਡਾ ਉਹ ਟਾਸਕ ਤਾਂ ਪੂਰਾ ਨਹੀਂ ਹੋਇਆ, ਜਦੋਂ ਕਿ ਜਿਹੜੀ ਉਹਦੀ ਸਾਰੀ ਲਾਈਨ ਸੀ ਔਰ ਉਹਨਾਂ ਕੋਲ ਹਥਿਆਰ ਵੀ ਕੋਈ ਨਹੀਂ ਸੀ ਇੰਨੇ ਜ਼ਿਆਦਾ, ਇਹਦੇ ਬਾਵਜੂਦ ਵੀ ਉਹ ਨਿਕਲ ਗਏ ਹੈਗੇ ਨਾ। ਹੁਣ ਇਹ ਕੇਐਸ ਬਰਾੜ ਨੂੰ ਆਪਣੇ ਫੇਲੀਅਰ ਦੇ ਤੌਰ ਤੇ ਲੈਣਾ ਚਾਹੀਦਾ, ਬਿਟ ਵਾਜ਼ ਅਵਰ ਫੇਲੀਅਰ, ਮਤਲਬ ਨਾ ਕੇ ਵਡਿਆਉਣਾ ਚਾਹੀਦਾ। ਥੋੜਾ ਜਿਹਾ ਹੋਰ ਅੱਗੇ ਆਪਾਂ ਚੱਲਦੇ ਹਾਂ ਕਿ ਵਿੱਚ ਥੋੜੇ ਜਿਹੇ ਸੈਲਫ ਕੰਟਰਾਡਿਕਟਰੀ ਆਪਾਂ ਕਹਿ ਲਈਏ ਵੀ ਆਪਣੇ ਆਪ ਦੇ ਖਿਲਾਫ ਆਪਣੀਆਂ ਗੱਲਾਂ ਕਹੀਆਂ ਹੋਈਆਂ ਤੇ ਖਿਲਾਫ ਗੱਲਾਂ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੇ ਆ ਜਦੋਂ ਆਪਾਂ ਇਹਦਾ ਐਨਾਲਿਸਿਸ ਕਰਦੇ ਹਾਂ। ਕਹਿੰਦੇ ਕਿ ਮਾਹੌਲ ਜਿਹੜਾ 47 ਵਾਲਾ ਬਣਨ ਵਾਲਾ ਸੀ, ਵੀ ਪੰਜਾਬ 'ਚੋਂ ਜਿਹੜੇ ਹਿੰਦੂ ਆ ਉਹ ਬਾਹਰ ਜਾਣੇ ਸ਼ੁਰੂ ਹੋ ਜਾਣੇ ਸਨ ਤੇ ਜਿਹੜੇ ਬਾਹਰ ਵਾਲੇ ਸਿੱਖ ਹੈਗੇ ਉਹ ਪੰਜਾਬ 'ਚ ਆਉਣੇ ਸ਼ੁਰੂ ਹੋ ਜਾਣੇ ਸਨ, ਪਿੰਡਾਂ ਵਾਲਿਆਂ ਨੇ ਸਾਡੇ ਤੇ ਹਮਲਾ ਕਰ ਦੇਣਾ ਸੀ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਹੁਣੇ ਪਿੱਛੇ ਕਹਿ ਕੇ ਆਏ ਆ ਵੀ ਸਾਨੂੰ ਉੱਪਰੋਂ ਆਰਡਰ ਸੀ ਕਿ ਇਹ ਦੁਸ਼ਮਣ ਨਹੀਂ ਹੈਗੇ, ਹੁਣ ਉਹ ਕਹਿੰਦੇ ਇਸੇ ਇੰਟਰਵਿਊ ਦੇ ਵਿੱਚ ਉਹ ਬਾਅਦ 'ਚ ਕਹਿੰਦੇ ਵੀ ਸਾਡੇ ਅੱਗੇ ਵੀ ਦੁਸ਼ਮਣ ਤੇ ਸਾਡੇ ਪਿੱਛੇ ਵੀ ਦੁਸ਼ਮਣ। ਮਤਲਬ ਫਿਰ ਕਲੈਰਿਟੀ ਨਹੀਂ ਹੈਗੀ। ਹਾਂ, ਬਿਲਕੁਲ ਉਹੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ। ਹੁਣ ਇੱਕ ਪਾਸੇ ਉਹ ਕਹਿੰਦੇ ਆ ਵੀ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਦੁਸ਼ਮਣ ਨਾਲ ਨਹੀਂ ਲੜ ਰਹੇ, ਆਪਣੇ ਲੋਕਾਂ ਨਾਲ ਲੜ ਰਹੇ ਆ। ਫਿਰ ਜਾ ਕੇ ਉਹ ਕਹਿੰਦੇ ਆ ਵੀ ਵੀ ਹੈਵ ਟੂ ਫੇਸ ਟੂ ਐਨਮੀਜ਼, ਵਨ ਇਨਸਾਈਡ ਦਰਬਾਰ ਸਾਹਿਬ ਐਂਡ ਵਨ ਆਊਟਸਾਈਡ ਦਰਬਾਰ ਸਾਹਿਬ, ਹਨਾ। ਵੀ ਬਾਹਰ ਦੇ ਲੋਕ, ਸਾਨੂੰ ਇਹ ਸੀਗਾ ਵੀ ਬਾਹਰ ਤੋਂ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਤੁਹਾਨੂੰ ਪੂਰੀ ਫੌਜ ਨੂੰ ਘੇਰ ਲੈਣਾ ਹੈ, ਤੁਹਾਡੇ ਲਈ ਉਹ ਜਿਹੜਾ ਖਤਰਾ ਖੜਾ ਹੋ ਜਾਣਾ। ਸੋ ਉੱਥੇ ਉਹ ਐਨਮੀ ਸ਼ਬਦ ਦੀ ਵਰਤੋਂ ਕਰਦੇ ਆ, ਹਨਾ। ਮਤਲਬ ਕਿ ਇਹ ਹੈਗਾ। ਦੂਜੇ ਪਾਸੇ ਇਹ ਕਹਿਣਾ ਵੀ ਇੱਥੋਂ ਹਿੰਦੂਆਂ ਨੇ ਭੱਜ ਜਾਣਾ ਹੈ ਜਾਂ ਸਿੱਖਾਂ ਨੇ ਪੰਜਾਬ ਤੋਂ ਇੱਥੇ ਆ ਜਾਣਾ ਹੈਗਾ। ਸੋ ਕਦੇ ਵੀ ਪੰਜਾਬ ਦੀ ਜਾਂ ਸਿੱਖੀ ਦੀ ਇਹ ਪਰੰਪਰਾ ਨਹੀਂ ਰਹੀ। ਪੰਜਾਬ ਜਾਂ ਸਿੱਖਾਂ ਨੇ ਕਦੇ ਵੀ ਭੀੜਾਂ ਬਣ ਕੇ ਕਤਲੇਆਮ ਨਹੀਂ ਕਰਿਆ ਕਿਸੇ ਵੀ ਤਰ੍ਹਾਂ ਦਾ, ਹਨਾ। ਸੋ 1947 ਵਾਲੀ ਇੱਕ ਐਕਸੈਪਸ਼ਨ ਆ ਜਿਹਦੇ ਲਈ ਸਿੱਖ ਸਾਰੀ ਉਮਰ ਹੁਣ ਵੀ ਰੋਂਦੇ ਆ ਵੀ ਸਾਤੋਂ ਗਲਤੀ ਹੋ ਗਈ ਆ। ਪਰ ਸਿੱਖ ਇਤਿਹਾਸ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਰਿਹਾ ਵੀ ਉਹ ਹਿੰਦੂਆਂ ਨੂੰ ਐਸ ਕਰਕੇ ਕਤਲ ਕਰ ਦੇਣ ਵੀ ਉਹ ਜਸਟ ਉਹਨਾਂ ਦਾ ਰਿਲੀਜਨ ਵੱਖਰਾ ਹੈ। ਈਵਨ ਕਿ ਮੇਰਾ ਖਿਆਲ ਬਾਅਦ ਦੇ ਵਿੱਚ ਵੀ ਨਹੀਂ ਹੋਇਆ ਜਦੋਂ ਪੂਰਾ ਸਿੱਖ ਸੰਘਰਸ਼ ਚੱਲਿਆ ਹੈਗਾ। ਨਾ ਕਦੀ ਵੀ ਨਹੀਂ ਹੋਇਆ, ਉਹਦੇ 'ਚ ਵੀ ਇਸ ਤਰ੍ਹਾਂ ਨਹੀਂ ਹੋਇਆ। ਨਹੀਂ ਤੇ ਅਸੀਂ ਕਈ ਵਾਰੀ ਜਿੱਦਾਂ ਹਿੰਦੂ ਵਿਦਵਾਨ ਹੈਗੇ ਉਹਨਾਂ ਨੂੰ ਹੀ ਸੁਣਦੇ ਹੁੰਦੇ ਆ, ਉਹ ਕਹਿੰਦੇ ਕਿ ਭਾਵੇਂ ਬਾਅਦ ਚੋਂ ਆ ਕੇ ਫੌਜਾਂ ਮਾਰ ਦਿੰਦੀਆਂ, ਪਰ ਜੇ ਸਿੱਖ ਚਾਹੁੰਦੇ, ਸਿੱਖ ਉਦੋਂ ਜੇ ਕਤਲੇਆਮ ਕਰਦੇ ਤੇ ਵੱਡੀ ਪੱਧਰ ਤੇ ਜਿਹੜਾ ਹੈਗਾ ਕਤਲੇਆਮ ਜਿਹੜਾ ਹਿੰਦੂਆਂ ਦਾ ਹੋ ਸਕਦਾ ਸੀ, ਜੋ ਕਿ ਨਹੀਂ ਹੋਇਆ। ਉਹ ਤਾਂ ਗੁਰੂ ਦੀ ਸਪਿਰਿਟ ਆ, ਗੁਰੂ ਦੀ ਸਪਿਰਿਟ 'ਚ ਇਹ ਗੱਲਾਂ ਹੈ ਹੀ ਨਹੀਂ ਵੀ ਅਸੀਂ ਨਿਰਦੋਸ਼ਾਂ ਦਾ ਕਤਲੇਆਮ ਕਰਨਾ, ਨਾ। ਸੋ ਸਿੱਖ ਸਪਿਰਿਟ ਵਿੱਚ ਨਿਰਦੋਸ਼ ਦਾ ਕਤਲੇਆਮ ਬਿਲਕੁਲ ਜਾਇਜ਼ ਨਹੀਂ।
ਔਰ ਫਿਰ ਉਹਨੂੰ ਇਹ ਕੰਟਰਾਡਿਕਟਰੀ ਵੀ ਸਿੱਖ ਹੋਣ ਦਾ ਜਦੋਂ ਉਹ ਕਹਿੰਦਾ ਵੀ ਮੈਂ ਸਿੱਖ ਪਰਿਵਾਰ ਚੋਂ ਜਾਂ ਜੱਟ ਸਿੱਖ ਪਰਿਵਾਰ ਚੋਂ, ਤਾਂ ਉਹਨੂੰ ਇਸ ਪਰੰਪਰਾ ਦੀ ਵੀ ਸਮਝ ਨਹੀਂ, ਕੰਟਰਾਡਿਕਟਰੀ ਹੈ। ਹੁਣ ਉਹ ਲਗਾਤਾਰ ਕਹਿ ਰਿਹਾ ਵੀ 31 ਮਈ ਨੂੰ ਮੈਨੂੰ ਕੁਝ ਵੀ ਨਹੀਂ ਪਤਾ ਵੀ ਕੀ ਹੋ ਰਿਹਾ, ਮੈਂ ਤਾਂ ਛੁੱਟੀ ਤੇ ਜਾ ਰਿਹਾ ਸੀ ਜੀ। ਪਹਿਲੀ ਤਰੀਕ ਨੂੰ ਆ ਕੇ ਮੁੜ ਕੇ ਉਹ ਕਹਿੰਦਾ ਵੀ 82 83 84 ਦਾ ਜਿੱਦਾਂ ਵੀ ਬਹੁਤ ਬੁਰੇ ਹਾਲ ਸੀ ਪੰਜਾਬ, ਤਾਂ ਮਤਲਬ ਕਿ ਇਹ ਕਿੱਥੋਂ ਪਤਾ ਲੱਗਿਆ ਉਹਨੂੰ? 2 ਦਿਨਾਂ 'ਚ ਹੀ ਉਹਦਾ ਸਾਰਾ ਇਤਿਹਾਸਕ ਮਤਲਬ ਇੰਨਾ ਗਿਆਨ ਉਹਨਾਂ ਨੂੰ ਆ ਗਿਆ ਹੈਗਾ ਵੀ ਉਹ ਕਹਿੰਦੇ ਮੈਂ ਤੇ ਸੀਗਾ ਵੀ ਨਹੀਂ ਉੱਥੋਂ, ਮੈਂ ਤੇ ਮੇਰਠ, ਮੈਂ ਤੇ ਯੂਪੀ 'ਚ ਰਹਿੰਦਾ ਸੀ। ਹਾਂਜੀ ਮੇਰਠ ਸੀਗਾ, ਮੈਂ ਵੀ ਮੇਰਠ ਸੀਗਾ, ਵੀ ਮੈਂ ਕਦੀ ਪੰਜਾਬ 'ਚ ਬਹੁਤ ਦੇਰ ਤੋਂ ਆਇਆ ਨਹੀਂ ਸੀ। ਹੁਣ ਅਖਬਾਰਾਂ 'ਚ ਜੋ ਪੜ੍ਹਦਾ ਸੁਣਦਾ ਸੀ ਉਹ ਮਤਲਬ ਕਿ ਬਹੁਤ ਮੀਨੀਅਨ ਨੌਲੇਜ ਸੀ ਉਹਦੀ। ਤੇ ਇਹਦੇ 'ਚ ਫਿਰ ਆਪਾਂ ਇੱਕ ਸਵਾਲ ਹੋਰ ਉੱਠਦਾ ਹੈ ਕਿ ਇਹ ਸਾਰਾ ਕੁਝ ਫਿਰ ਅਸੰਪਸ਼ਨ ਤੇ ਬੇਸ ਤੇ ਹੀ ਸੀਗਾ ਵੀ ਇੰਨੀ ਤਰੀਕ ਨੂੰ। ਹੁਣ ਆਪਾਂ ਕਹਿੰਦੇ ਆਪਾਂ ਨੂੰ ਪਤਾ ਵੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਪੁਰਬ ਸੀਗਾ, ਸਿੱਖ ਸੰਗਤਾਂ ਵੱਡੀ ਪੱਧਰ 'ਤੇ ਸੀ, ਤੇ ਇਹ ਸਾਰਾ ਫਿਰ ਅਜ਼ੰਪਸ਼ਨ ਦੇ ਬੇਸ ਤੇ ਹੀ ਇਹਨਾਂ ਨੇ ਸਾਰਾ ਕੁਝ ਕੀਤਾ ਹੈਗਾ ਵੀ ਆਹ ਹੋ ਜਾਣਾ ਸੀ, ਪਿੰਡਾਂ 'ਚ ਲੋਕ ਆ ਜਾਣੇ ਸੀ, ਪਾਕਿਸਤਾਨ ਨੇ ਹਮਲਾ ਕਰ ਦੇਣਾ ਸੀ, ਪੁਲਿਸ ਜਿਹੜੀ ਆ ਉਹ ਖਾਲਿਸਤਾਨੀਆਂ ਦੇ ਨਾਲ ਹੋ ਜਾਣੀ ਸੀ। ਇਹ ਪਤਾ ਕੀ ਹੈ ਅਸਲ 'ਚ, ਹੁਣ ਜਦੋਂ ਤੁਸੀਂ ਸਾਰੀ ਸਟੋਰੀ ਨੂੰ ਦੇਖਦੇ ਹੋ ਨਾ, ਕੁਲਦੀਪ ਬਰਾੜ ਨੂੰ ਕੁਝ ਵੀ ਨਹੀਂ ਪਤਾ, ਜਨਰਲ ਸੁੰਦਰ ਜੀ ਨੂੰ ਕੁਝ ਵੀ ਨਹੀਂ ਪਤਾ। ਜਿਹੜੀ ਫੌਜ ਲੜੀ ਆ, ਮੇਰੀ ਅਜ਼ੰਪਸ਼ਨ ਆ ਹੁਣ 30-35 ਸਾਲਾਂ ਬਾਅਦ, ਮੈਂ ਇਹ ਅਜ਼ਿਊਮ ਕਰਦਾ ਇਸ ਇੰਟਰਵਿਊ ਤੋਂ ਬਾਅਦ, ਲੜਨ ਵਾਲੀ ਫੌਜ ਨੂੰ ਕੁਝ ਵੀ ਨਹੀਂ ਸੀ ਪਤਾ ਵੀ ਕੀ ਹੋ ਰਿਹਾ, ਕੀ ਕਰਨਾ, ਕੀ ਨਹੀਂ ਕਰਨਾ। ਇੰਦਰਾ ਗਾਂਧੀ ਦੀ ਜਿਹੜੀ ਕਿਚਨ ਕੈਬਨਿਟ ਸੀ, ਜਿਹਦੇ ਵਿੱਚ ਅਰੁਣ ਨਹਿਰੂ ਨਹੀਂ, ਅਰੁਣ ਸਿੰਘ ਨਹੀਂ, ਜਾਂ ਹੋਰ ਜਿਹੜੇ 5-10 ਬੰਦੇ ਸੀ, ਜਾਂ ਕੁਛ ਇੰਟੈਲੀਜੈਂਸ ਦੇ ਆਫਿਸਰ, ਉਹਨਾਂ ਨੇ ਮਤਾ ਪਕਾ ਕੇ ਫੈਸਲਾ ਕਰ ਲਿਆ ਵੀ ਹਮਲਾ ਕਰਨਾ ਹੈ ਨਾ, ਵੀ ਆਹ ਕੰਮ ਕਰਨਾ ਹੀ ਕਰਨਾ। ਇੰਦਰਾ ਗਾਂਧੀ ਨੇ ਗੋ ਹੈਡ ਦੇ ਦਿੱਤਾ ਵੀ ਕਰਨਾ ਹਮਲਾ। ਇਹਨਾਂ ਫੌਜਾਂ ਨੂੰ ਉਹਦੇ ਲਈ ਪ੍ਰਪੇਅਰ ਕਰਿਆ ਗਿਆ, ਜਿੱਦਾਂ ਬੱਚਿਆਂ ਨੂੰ ABC ਸਿਖਾਈ ਜਾਂਦੀ ਹੈ ਨਾ ਜੀ, ਜਦੋਂ ਬੱਚਾ ਸਕੂਲ 'ਚ ਜਾਂਦਾ ਨਰਸਰੀ 'ਚੋਂ, ਇਹਨਾਂ ਨੂੰ ਉਹ ਪੜ੍ਹਾਈਆਂ ਗਈਆਂ ਸਾਰੀਆਂ ਗੱਲਾਂ। ਫੈਸਲਾ ਸਾਰਾ ਹੋ ਗਿਆ ਵੀ ਕਿਹੜੇ-ਕਿਹੜੇ ਨੁਕਤਿਆਂ ਤੇ ਫੌਜ ਨੂੰ ਅਸੀਂ ਇੰਸਟੀਗੇਟ ਕਰਨਾ, ਵੀ ਫੌਜ ਦੇ ਮਨ ਵਿੱਚ ਨਫ਼ਰਤ ਕਿੱਦਾਂ ਭਰਨੀ ਆ। ਉਹ ਇਹ ਆ ਵੀ ਪਾਕਿਸਤਾਨ ਦਾ ਹਮਲਾ ਹੋ ਜਾਣਾ, ਜਿਹੜੀ ਪੰਜਾਬ ਪੁਲਿਸ ਆ ਉਹਨੇ ਬਗਾਵਤ ਕਰ ਦੇਣੀ ਹੈਗੀ ਆ, ਉਦੋਂ ਪਾਕਿਸਤਾਨੀ ਆਰਮੀ ਨੇ ਆ ਜਾਣਾ, ਮਤਲਬ ਕਿ ਹਿੰਦੂ ਸਿੱਖਾਂ ਦੀ ਪਲਾਇਨ ਸ਼ੁਰੂ ਹੋ ਜਾਣੀ ਹੈ। ਸੋ ਹੁਣ ਇਸ ਸਿਨੈਰੀਓ ਤੋਂ ਇਹ ਗੱਲ ਮੈਨੂੰ ਐਜ਼ ਏ ਜਰਨਲਿਸਟ ਸਮਝ ਆਉਂਦੀ ਆ ਵੀ ਲੜਨ ਵਾਲੀ ਫੌਜ ਚਾਹੇ ਸੁੰਦਰ ਜੀ ਸੀ, ਚਾਹੇ AS ਵੈਦਿਆ ਸੀ, ਚਾਹੇ KS ਬਰਾੜ ਜਾਂ ਰਣਜੀਤ ਦਿਆਲ ਸੀ, ਇਹਨਾਂ ਨੂੰ ਮੋਹਰੇ ਬਣਾਇਆ ਗਿਆ। ਫੈਸਲਾ ਹੋ ਚੁੱਕਿਆ ਸੀ ਇੰਦਰਾ ਗਾਂਧੀ ਦੀ ਕਿਚਨ ਕੈਬਨਿਟ 'ਚ ਵੀ ਹਮਲਾ ਜਿਹੜਾ ਕਰਨਾ ਉਹਦੇ ਲਈ ਕਿੰਨੇ ਵੀ ਤੁਹਾਨੂੰ ਉਹ ਬਣਾਉਣੇ ਪੈਣ ਬੇਵਕੂਫੀ ਵਾਲੇ ਜਿਹੜੇ ਐਕਸਕਿਊਜ਼ਿਸ ਆ, ਹਨਾ, ਮਤਲਬ ਕਿ ਉਹ ਐਕਸਕਿਊਜ਼ਿਸ, ਹਜ਼ਾਰਾਂ ਐਕਸਕਿਊਜ਼ਿਸ ਬਣਾ ਕੇ ਉਹਨਾਂ ਨੂੰ ਇੰਸਟੀਗੇਟ ਕਰਿਆ ਵੀ ਹਮਲਾ ਕਰ ਦਿਓ। ਸੋ ਫੈਸਲਾ ਕਿਚਨ ਕੈਬਨਿਟ ਦਾ ਸੀ, ਇਹਨਾਂ ਨੂੰ ਜਸਟ ਮੋਹਰਿਆਂ ਦੇ ਤੌਰ ਤੇ ਵਰਤਿਆ ਗਿਆ। ਹੀ ਹੈਡ ਨੋ ਨੌਲੇਜ ਅਬਾਊਟ ਪੰਜਾਬ ਸਿੱਖਿਜ਼ਮ ਔਰ ਵਟ ਵਾਸ ਗੋਇੰਗ ਔਨ ਦੇਅਰ ਐਟ ਦੈਟ ਟਾਈਮ। ਫਿਰ ਅੱਗੇ ਉਹ ਕਹਿੰਦੇ ਹੈਗੇ ਕਿ ਇਨ 8 to 10 hours we lost 300 to 400 troops, ਮਤਲਬ ਕਿ 8 ਤੋਂ 10 ਘੰਟਿਆਂ 'ਚ ਸਾਡੇ 300 ਤੋਂ 400 ਜਿਹੜੇ ਟਰੂਪਸ ਆ ਉਹ ਜਿਹੜੇ ਆ ਮਾਰੇ ਜਾ ਚੁੱਕੇ ਸੀ। How many people did we lose in that matter of 8 to 10 hours? 3 to 400. ਇਹ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਅਫੀਸ਼ੀਅਲ ਅੰਕੜਾ ਜਦੋਂ ਅਸੀਂ ਇਹਨਾਂ ਦਾ ਦੇਖਦੇ ਹਾਂ, ਉਹ ਅੱਜ ਵੀ ਇਹੀ ਕਹਿੰਦਾ ਹੈ ਕਿ ਸਾਡੇ 83 ਬੰਦੇ ਮਰੇ। ਮਤਲਬ ਉਹ ਜਦੋਂ ਪੁੱਛਿਆ ਜਾਂਦਾ ਨਾ ਇੰਟਰਵਿਊਅਰ ਵੱਲੋਂ ਕਿ ਕਿੰਨੀ ਕੈਜੁਅਲਟੀਜ਼ ਹੋਈ, ਤੇ ਉਹ ਮਤਲਬ ਥੋੜ੍ਹਾ ਜਿਹਾ ਜਿੱਦਾਂ ਨਾ ਬੰਦਾ ਰੁਕ ਨਹੀਂ ਜਾਂਦਾ ਕਿ ਸਟੇਟ ਵਿੱਚ ਜਿੱਦਾਂ ਤੁਹਾਨੂੰ ਜਵਾਬ ਜਾਂ ਤਾਂ ਪਤਾ ਨਾ ਹੋਵੇ ਜਾਂ ਤੁਸੀਂ ਸੱਚ ਦੱਸਣਾ ਜਾਂ ਕੀ ਦੱਸਣਾ। ਹੁਣ ਇੱਥੇ ਕਹਿੰਦੇ ਆ ਕਿ 300-400 ਬੰਦਾ ਜਿਹੜਾ ਸਾਡਾ ਉਹ ਮਾਰਿਆ ਗਿਆ। ਦੂਜੇ ਬੰਨੇ ਜਦੋਂ ਅਸੀਂ ਗਿਣਤੀ ਜਿਹੜੀ ਅਫੀਸ਼ੀਅਲ ਗਿਣਤੀ ਆ ਉਹ 83 ਹੈਗੀ ਆ। ਜਦੋਂ ਅਸੀਂ ਇਹਦਾ ਹੋਰ ਇਹਦੀ ਘੋਖ ਕਰਦੇ ਹਾਂ ਤੇ ਉਹਦੇ ਵਿੱਚ ਜਿਹੜੀ ਗਿਣਤੀ ਆ ਜਿਹੜੀ ਕਿ ਦਲਬੀਰ ਸਿੰਘ ਪੱਤਰਕਾਰ ਹੁਣੀ ਨੇੜਿਓਂ ਡਿੱਠੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੰਨਾ ਨੰਬਰ 18 ਦੇ ਵਿੱਚ ਜੋ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਦੱਖਣੀ ਭਾਰਤ ਦੇ ਸੇਵਾ ਮੁਕਤ ਇੱਕ ਮੇਜਰ ਜਨਰਲ ਨੇ ਆਪਣੀ ਕਿਤਾਬ ਭਾਰਤ ਦੇ ਜੰਗ ਅਤੇ ਅਮਨ ਦੇ 50 ਸਾਲ 50 years of Indian War and Peace, ਜਿਸ ਦਾ ਰਿਵਿਊ ਰਿਟਾਇਰਡ ਕਮਾਂਡਰ ਜਸਜੀਤ ਸਿੰਘ ਨੇ ਕੀਤਾ, ਜੋ ਅਜੀਤ ਅਖਬਾਰ ਵਿੱਚ ਛਪਿਆ, ਵਿੱਚ ਫੌਜੀ ਜਾਨੀ ਨੁਕਸਾਨ ਦੀ ਗਿਣਤੀ 3700 ਦਿੱਤੀ ਗਈ ਹੈ। ਯੁੱਧ ਦੀ ਸਮਾਪਤੀ ਮਗਰੋਂ ਲੈਫਟੀਨੈਂਟ ਜਨਰਲ ਸ਼੍ਰੀ ਕੇ ਸੁੰਦਰ ਜੀ, ਜੋ ਕਿ ਪੱਛਮੀ ਕਮਾਂਡ ਦੇ ਮੁਖੀ ਸਨ ਅਤੇ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਚੜ੍ਹਾਈ ਕਰਨ ਦੇ ਵੀ ਮੁਖੀ ਸਨ, ਨੇ ਫੌਜੀ ਜਵਾਨਾਂ ਦੀਆਂ ਭਾਰੀ ਗਿਣਤੀ ਵਿੱਚ ਹੋਈਆਂ ਮੌਤਾਂ ਦਾ ਪ੍ਰਗਟਾਵਾ ਕੀਤਾ। उन्होंने कहा कि हमारे जवानों में से 20% का मारा जाना भारी नुकसान है। इतने हमारे जवान तो किसी दुश्मन देश के साथ होने वाली लड़ाई में भी नहीं मारे गए। ये हैगा जी दलबीर सिंह पत्रकार दी नेड़ियों डिठी संत जरनैल सिंह पन्ना नंबर 18। की कहोगे तुसी इस ये भी एक तरह का सैल्फ कॉन्ट्राडिक्टरी हो गया? हाँ जी, नहीं कुछ लुकोया तो जा रहा है। ਆਪਾਂ ਇਹ ਦੇਖ ਸਕਦੇ ਹਾਂ ਵੀ ਜਦੋਂ ਵੱਖਰੇ ਕੰਟਰਾਡਿਕਟਰੀ ਬਿਆਨ ਆ ਰਹੇ, ਇਹਦੇ ਵਿੱਚ ਵੀ ਹੁਣ ਉਹ ਕਹਿੰਦੇ ਆ
ਵੀ ਸਾਡੀਆਂ ਕੈਜੁਅਲਟੀਜ਼ ਬਹੁਤ ਹੋਈਆਂ ਹਨਾ। ਉਹਨਾਂ ਨੇ ਕਿਹਾ ਨੰਬਰ ਵੀ ਦੱਸਿਆ 300 ਤੋਂ 400। ਹੁਣ ਇੱਕ ਫੌਜੀ ਨੂੰ ਹਲੇ ਵੀ ਐਗਜ਼ੈਕਟ ਨੰਬਰ ਨਹੀਂ ਪਤਾ ਹਨਾ, ਜਿਹੜਾ ਕਮਾਂਡਰ ਸੀ ਸਮੁੱਚੇ ਆਪਰੇਸ਼ਨ ਦਾ ਕਮਾਂਡਰ ਸੀ ਹੈ ਨਾ, ਉਹਨੂੰ ਐਗਜ਼ੈਕਟ ਜਿਹੜੇ ਦੀ 300 ਤੇ 400 ਦਾ ਇੱਕ ਘੱਟੋ ਘੱਟ 100 ਬੰਦਿਆਂ ਦਾ ਫਰਕ ਹੈ। ਔਰ 100 ਬੰਦਾ ਮਿਲਟਰੀ ਦਾ ਮਾਰਿਆ ਜਾਣਾ ਇੱਕ ਤਰ੍ਹਾਂ ਨਾਲ ਕੁਝ ਮਾਇਨੇ ਰੱਖਦਾ। ਜਿਹੜਾ 300 ਤੇ 400 ਦੇ ਵਿੱਚ ਵਾਲਾ ਜਿਹੜਾ ਉਹ ਕਰੇ ਇਟ ਮੀਨਸ ਹੀ ਗਾਟ ਨੋ ਐਗਜ਼ੈਕਟ ਫਿਗਰ ਹੈ ਨਾ। ਸੋ ਜਦੋਂ ਉਹ ਤੁਸੀਂ ਬਿਲਕੁਲ ਠੀਕ ਫੜਿਆ ਵੀ ਜਦੋਂ ਉਹ ਇਹ ਸ਼ਬਦ ਕਹਿ ਰਿਹਾ ਸੀ ਉਹਦੀ ਬਾਡੀ ਲੈਂਗੁਏਜ ਠਠੰਬਰੀ ਹੋਈ ਸੀ ਹੈ ਨਾ, ਮਤਲਬ ਕਿ ਉਹ ਕੌਨਫੀਡੈਂਸ ਨਾਲ ਨਹੀਂ ਸੀ ਕਹਿ ਰਿਹਾ। ਫਿਰ ਉਹਨੇ ਇਹ ਵੀ ਪੁੱਛਿਆ ਕਿ ਉਹਨਾਂ ਦੇ ਕਿੰਨੇ ਕੁ ਮਾਰੇ ਗਏ, ਤੇ ਫਿਰ ਉਹਦੇ 'ਚ ਵੀ ਉਹ ਥੋੜਾ ਜਿਹਾ ਕਹਿੰਦਾ 500 ਜਾਂ 600। ਹਾਂਜੀ ਮਤਲਬ ਕਿ ਇਸ ਤਰ੍ਹਾਂ ਵੀ ਉਹਦੇ ਕੋਲ ਐਗਜ਼ੈਕਟ ਫਿਗਰ ਨਹੀਂ, ਪਰ ਆਪਣੀਆਂ ਜਿਹੜੀਆਂ ਸਿੱਖ ਸੰਘਾਂ ਦੀਆਂ ਕੈਜੁਅਲਟੀਜ਼ ਬਹੁਤ ਜ਼ਿਆਦਾ ਹੋਈਆਂ ਕਿਉਂਕਿ ਉਹਨਾਂ ਦੀਆਂ ਇੰਟਰਵਿਊ ਜਿਹੜੀਆਂ ਆਈਆਂ ਜਿਨ੍ਹਾਂ ਨੇ ਲਾਸ਼ਾਂ ਚੁੱਕੀਆਂ ਨੇ, ਜਿਹੜੇ ਅੰਮ੍ਰਿਤਸਰ ਦੇ ਮਿਊਨਿਸਪਲ ਕਮੇਟੀ ਦੇ ਵਰਕਰ ਸੀ ਉਹ ਹੁਣ ਵੀ ਜਿਉਂਦੇ ਆ। ਪਿਛਲੇ ਸਾਲ 1.5 ਸਾਲ ਪਹਿਲਾਂ ਹੀ ਉਹ ਬੰਦੇ ਆਏ, ਉਹ ਕਹਿੰਦੇ ਵੀ ਸਾਨੂੰ ਦਾਰੂ ਦੀ ਬੋਤਲਾਂ ਦੇ ਦਿੰਦੇ ਸੀ ਔਰ ਜੋ ਵੀ ਮਤਲਬ ਕਿ ਮੂੰਹ ਤੇ ਅਸੀਂ ਕੱਪੜੇ ਬੰਨੇ ਹੁੰਦੇ ਸੀ, ਕਹਿੰਦੇ ਵੀ ਪਤਾ ਨਹੀਂ ਵੀ ਐਂ ਟਰੱਕਾਂ ਚੱਕ ਕੇ ਅਸੀਂ ਲਾਸ਼ਾਂ, ਕਿਸੇ ਦੀ ਲੱਤ ਵੱਢੀ ਹੋਈ ਆ, ਕਿਸੇ ਦਾ ਪੈਰ ਵੱਢਿਆ, ਕੋਈ ਗਲੀ, ਕਹਿੰਦੇ ਵੀ ਜ਼ਿਆਦਾ ਗਲ ਚੁੱਕੀਆਂ ਸੀ ਲਾਸ਼ਾਂ, ਮਤਲਬ ਕਿ ਗਲੀਆਂ ਹੋਈਆਂ ਲਾਸ਼ਾਂ ਦਾ ਮਤਲਬ ਕਿ ਉਹ ਕਰਿਆ। ਮਤਲਬ ਜਿਹੜੀ ਸੰਗਤ ਵੱਧ ਤੋਂ ਵੱਧ ਆਈ ਸੀ ਉਹਨਾਂ ਦਾ ਘੱਲੂ ਘਰਾ ਤੇ ਵਾਪਰਿਆ ਹੀ ਹੈਗਾ। ਮੇਰੇ ਹਿਸਾਬ ਨਾਲ ਵੀ 10 ਦੇ ਕਰੀਬ ਜਾਂ 10 ਤੋਂ ਮਤਲਬ ਕਿ 8 ਤੋਂ ਲੈ ਕੇ 10 ਦੇ ਵਿੱਚ ਮੇਰੀ ਆਪਣੀ ਅਜ਼ੰਪਸ਼ਨ ਆ ਵੀ ਇੰਨੇ ਕੁ ਜਿਹੜੇ। ਪਰ ਇਹਨਾਂ ਦੀ ਗਿਣਤੀ ਦੇ ਵਿੱਚ ਫਰਕ ਨੂੰ ਕਿਵੇਂ ਦੇਖਦੇ ਹੋ, ਜਿਹੜਾ 83 ਕਹਿਣਾ ਇਹ 300 400 ਉਹ ਫਿਰ ਸਰਕਾਰਾਂ ਬੜਾ ਆਪਣਾ ਉਹ ਵਾਈਂਡ ਅਪ ਕਰਦੀਆਂ ਵੀ ਕੋਈ ਵੀ ਫੌਜ ਆ ਜਿਹੜੀ ਆਪਣੀ ਕੈਜੁਅਲਟੀਜ਼ ਨੂੰ ਐਗਜ਼ੈਕਟ ਨੰਬਰ ਆ ਜਿਹੜੀ ਉਹ ਨਹੀਂ ਸ਼ੋਅ ਕਰਦੀ। ਉਹਨਾਂ ਟਾਈਮਾਂ ਦੌਰਾਨ ਜਦੋਂ ਮਤਲਬ ਕਿ ਜਦੋਂ ਤਾਂ ਦੁਸ਼ਮਣ ਦੇਸ਼ ਨਾਲ ਜੰਗ ਲੱਗੀ ਹੋਵੇ ਫਿਰ ਇੱਕ ਵੱਖਰੀ ਗੱਲ ਹੁੰਦੀ ਆ, ਪਰ ਜਦੋਂ ਇੰਟਰਨਲ ਜਿਹੜੀ ਇੰਸਰਜੈਂਸੀ ਨਾਲ ਹੋਵੇ ਉਦੋਂ ਫਿਰ ਹੁੰਦਾ ਵੀ ਫੌਜ ਦੇ ਮਨੋਬਲ ਤੇ ਫਰਕ ਨਾ ਪਵੇ। ਫੌਜੀ ਸਟ੍ਰੈਟਜੀ 'ਚ ਇਹ ਹੁੰਦਾ ਹੀ ਹੈਗਾ ਵੀ ਕੈਜੁਅਲਟੀਜ਼ ਨੂੰ, ਔਰ ਖਾਸ ਕਰਕੇ ਜਦੋਂ ਉੱਥੇ ਤੁਹਾਡਾ ਆਪਣੇ ਅੰਦਰ ਹੀ ਰਹਿਣਾ ਲੋਕਾਂ ਨੇ, ਮੁੜ ਕੇ ਘੁਲ ਮਿਲ ਜਾਣਾ, ਜਦੋਂ ਮਾਹੌਲ ਨਾਰਮਲ ਹੋ ਜਾਂਦਾ ਉਹਦੇ 'ਚੋਂ ਫਿਰ ਤੁਹਾਡੇ ਲਈ ਇੱਕ ਡਿਫੀਟਿਜ਼ਮ ਆ ਜਾਂਦਾ ਹੈ ਨਾ ਵੀ ਯਾਰ ਉੱਥੇ ਛੋਟੇ ਜਿਹੇ ਇੱਕ ਗੁਰਦੁਆਰੇ ਤੇ ਹਮਲਾ ਕਰਿਆ ਸੀ, ਉੱਥੇ 400-500 ਜਾਂ 1000 ਬੰਦਾ ਸਾਡਾ ਮਾਰਿਆ ਗਿਆ। ਮਤਲਬ ਕਿ ਉਹ ਇੱਕ ਜਿਹੜੀ ਫੌਜ ਵਿੱਚ ਡਿਫੀਟਿਜ਼ਮ ਦੀ ਭਾਵਨਾ, ਫੌਜ ਜਿਉਂਦੀ ਉਹ ਇਹ ਮੋਰਾਲ ਉੱਚਾ ਰੱਖੀ ਹੋਈ ਦੀ ਹੈ ਨਾ। ਸੋ ਜੇ ਦਰਬਾਰ ਸਾਹਿਬ 'ਚ ਜਿਹੜੇ ਸਿੰਘ ਲੜੇ ਆ ਉਹ ਇਸੇ ਕਰਕੇ ਲੜ ਸਕੇ, ਉਹਨਾਂ ਦਾ ਮੋਰਾਲ ਉੱਚਾ ਸੀ। ਸੋ ਫੌਜਾਂ ਲੜਦਿਆਂ ਹੀ ਉੱਚੇ ਮੋਰਾਲ ਨਾਲ ਹੈਗੀਆਂ। ਜੇ ਉਹ ਡਿਫੀਟਿਜ਼ਮ ਆ ਜਾਵੇ ਫਿਰ ਫੌਜਾਂ ਤੋਂ ਗਾਂਹ ਲੜਾਈਆਂ ਨਹੀਂ ਲੜ ਹੋਇਆ। ਜੀ ਬਿਲਕੁਲ। ਤੇ ਦੂਜੇ ਬੰਨੇ ਥੋੜਾ ਜਿਹਾ ਆਪਾਂ ਹੁਣ ਜਰਨਲ ਪਰਸਪੈਕਟਿਵ ਤੋਂ ਵੀ ਦੇਖ ਲਈਏ ਕਿ ਕੀ ਜਿਹੜੀਆਂ ਫੌਜੀ ਹਾਰਾਂ ਹੁੰਦੀਆਂ ਨੇ ਉਹ ਮਾਨਸਿਕ ਹਾਰਾਂ ਵੀ ਬਣ ਜਾਂਦੀਆਂ ਨੇ ਜਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀਆਂ ਨੇ, ਕਿਉਂਕਿ ਸਿੱਖਾਂ ਦੇ ਉੱਤੇ ਘੱਲੂ ਘਾਰੇ ਵੀ ਵਾਪਰੇ ਨੇ। ਜੇ ਆਪਾਂ ਇਸ ਜੰਗ ਦੀ ਗੱਲ ਕਰੀਏ ਤਾਂ ਚਮਕੌੜਗੜੀ ਦਾ ਜਿਹੜਾ ਇਤਿਹਾਸ ਹੈਗਾ ਉਹ ਇਸ ਜੰਗ ਦੇ ਵਿੱਚ ਦੁਹਰਾਇਆ ਗਿਆ। ਹਾਂਜੀ ਇਹ ਕਾਫੀ ਤੁਹਾਡਾ ਅਹਿਮ ਸਵਾਲ ਹੈਗਾ ਕਿਉਂਕਿ ਆਮ ਤੌਰ 'ਤੇ ਕਈ ਵਾਰੀ ਵਾਰ-ਵਾਰ ਇਹ ਸਵਾਲ ਆਉਂਦਾ ਹੈਗਾ ਵੀ ਸਿੱਖਾਂ ਦਾ ਨੁਕਸਾਨ ਬਹੁਤ ਹੋਇਆ ਹੈ ਨਾ, ਸਿੱਖਾਂ ਨੇ ਕੀ ਖੱਟਿਆ ਕੀ ਗਵਾਇਆ ਹੈ ਨਾ, ਮਤਲਬ ਕਿ ਇਹ ਸਵਾਲ ਆ ਲਗਾਤਾਰ ਪਿਛਲੇ 40 ਸਾਲ ਤੋਂ ਆ ਰਿਹਾ। ਸੋ ਇਹਦੇ ਸੰਦਰਭ ਵਿੱਚ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀਗਾ, ਉਹ ਹੈਗਾ ਵੀ ਸਿੰਬਲਸ ਆਫ ਡਿਫੀਟਿਜ਼ਮ ਇਨ ਦੀ ਮੇਕਿੰਗ ਆਫ ਨੈਸ਼ਨੈਲਿਟੀ, ਵੀ ਨੈਸ਼ਨਲ ਆਇਡੈਂਟੀਟੀ ਜਿਹੜੀ ਇੱਕ ਕੌਮੀ ਪਹਿਚਾਣ ਆ, ਉਸ ਕੌਮੀ ਪਹਿਚਾਣ ਨੂੰ ਮਜ਼ਬੂਤ ਕਰਨ ਲਈ ਜਾਂ ਉਹਨੂੰ ਪਰਪੱਕ ਰੱਖਣ ਲਈ ਜਿਹੜੀ ਕਿਤਾਬ ਹੈਗੀ ਆ ਸਿੰਬਲਸ ਆਫ ਡਿਫੀਟ, ਵੀ ਹਾਰਾਂ ਜਿਹੜੀਆਂ ਉਹ ਕਿੰਨੀਆਂ ਪ੍ਰੇਰਨਾ ਸਰੋਤ ਹੁੰਦੀਆਂ ਹਨ। ਸੋ ਉਹ ਕੈਂਬਰਿਜ ਯੂਨੀਵਰਸਿਟੀ ਨੇ ਛਾਪੀ ਹੈਗੀ ਆ। ਸੋ ਉਹਦੇ ਵਿੱਚ ਉਹ ਜਿਹੜਾ ਆਥਰ ਆ ਉਹ ਕਹਿੰਦਾ ਹੈਗਾ ਵੀ ਜਿਹੜੀਆਂ ਫਿਜ਼ੀਕਲ ਮੌਤਾਂ ਨੇ ਜਾਂ ਈਵਨ ਲੜਾਈਆਂ ਵਿੱਚ ਹਾਰ ਜਾਣਾ ਵੀ ਹੈਗਾ, ਉਹ ਸਿਰਫ ਢਾਉ ਹੀ ਨਹੀਂ ਹੁੰਦਾ, ਉਹ ਸੋਰਸ ਆਫ ਇੰਸਪੀਰੇਸ਼ਨ ਹੋ ਜਾਂਦਾ ਹੈਗਾ। ਉਹਨਾਂ ਨੇ ਯਹੂਦੀਆਂ ਦੀ ਉਦਾਹਰਨ ਦਿੱਤੀ ਹੈਗੀ ਆ। ਯਹੂਦੀਆਂ ਦੀ ਜਿਹੜੀ ਉਹ ਮੌਸਕ ਆ ਨਾ, ਅਲਸਕਾ ਮੌਸਕ, ਜਿੱਥੇ ਉਹ ਜਾਂਦੇ ਹੈਗੇ ਆ, ਜੇਰੂਸਲਮ 'ਚ ਹੈਗੀ ਆ, ਉਹ ਕਹਿੰਦਾ ਵੀ ਲਗਾਤਾਰ ਉਹ ਦੁਸ਼ਮਣਾਂ ਦੇ ਕਬਜ਼ੇ 'ਚ ਰਹੀ ਹੈਗੀ ਆ ਔਰ ਵਾਰ-ਵਾਰ ਉਹਨਾਂ ਦੇ ਧਰਮ ਗ੍ਰੰਥਾਂ 'ਚ ਇਹ ਆਉਂਦਾ ਰਿਹਾ ਹੈਗਾ ਵੀ ਵੱਡੀਆਂ ਹਾਰਾਂ ਦੇ ਬਾਵਜੂਦ ਉਹਨਾਂ ਨੇ ਕਿਹਾ ਵੀ ਵੀ ਹੈਵ ਟੂ ਟੇਕ ਇਟ, ਵੀ ਕੋਈ ਦਿਨ ਆਊਗਾ ਵੀ ਅਸੀਂ ਉਹਦੇ ਤੇ ਮਤਲਬ ਕਿ ਸਾਡੀ ਸਟੇਟ ਆ ਜਿਹੜੀ ਉਹਦੇ ਤੇ ਖੜੀ ਹੋਊਗੀ, ਮਤਲਬ ਕਿ ਸਾਡਾ ਜਿਹੜਾ ਉਹ ਸੁਨਹਿਰਾ ਦਿਨ ਹੋਊਗਾ। ਇਸੇ ਸੰਦਰਭ 'ਚ ਉਹਨਾਂ ਨੇ ਬਹੁਤ ਸਾਰੇ ਇਜਿਪਟ ਦੀਆਂ ਉਦਾਹਰਨਾਂ ਦਿੱਤੀਆਂ ਨੇ, ਅਰਬ ਕੰਟਰੀਜ਼ ਦੀਆਂ ਉਦਾਹਰਨਾਂ, ਵੈਸਟ 'ਚੋਂ ਮਤਲਬ ਕਿ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ। ਉਹ ਕੈਂਬਰਿਜ ਯੂਨੀਵਰਸਿਟੀ ਨੇ ਬਹੁਤ ਕਮਾਲ ਦਾ ਥੀਸਿਸ ਆ ਉਹਨਾਂ ਦਾ ਨਾ, ਮਿਸਟਰ ਮੌਕ ਆ ਮੇਰੇ ਖਿਆਲ, ਮਿਸਟਰ ਮੌਕ ਦੀ ਕਿਤਾਬ ਹੈਗੀ ਹੈ। ਸੋ ਸਿੰਬਲਸ ਆਫ ਡਿਫੀਟਿਜ਼ਮ, ਸੋ ਜਿਹੜੇ ਡਿਫੀਟ ਆ, ਜਿਹੜੀਆਂ ਹਾਰਾਂ ਨੇ ਉਹ ਮਾਨਸਿਕ ਤੌਰ ਤੇ ਤੋੜਦੀਆਂ ਨਹੀਂ ਸਗੋਂ ਕੌਮਾਂ ਨੂੰ ਲੜਨ ਲਈ ਖੜਾ ਕਰਦੀਆਂ ਨੇ। ਹੁਣ ਵੱਡਾ ਘੱਲੂ ਘਾਰਾ ਹੈ, 50,000 ਸਿੱਖ ਕੌਮ ਦਾ ਹਿੱਸਾ, ਮਤਲਬ ਕਿ ਤਕਰੀਬਨ ਅੱਧਿਓਂ ਜ਼ਿਆਦਾ ਕੌਮ ਜਿਹੜੀ ਸ਼ਹੀਦ ਹੋ ਗਈ ਔਰ ਉਹਦੇ ਵਿੱਚ ਵੀ ਸ਼ਾਮ ਨੂੰ ਆਉਂਦਾ ਵੀ ਨਿਹੰਗ ਸਿੰਘ ਰਹਿ ਰਸ ਕਰਕੇ ਕਹਿੰਦਾ ਵੀ ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਹੁਣ ਅੱਜ ਵੀ ਜਦੋਂ ਸਿੱਖ ਇਤਿਹਾਸ 'ਚ ਜਦੋਂ ਕੋਈ ਸੰਘਰਸ਼ ਕਰਨਾ ਹੁੰਦਾ ਤਾਂ
ਅਸੀਂ ਬਿੰਬ ਦਿੰਦੇ ਆ, ਚਿੰਨ੍ਹ ਦਿੰਦੇ ਆ ਵੀ ਵੱਡੇ ਘੱਲੂ ਘਾਰੇ ਚ ਐਡੀ ਕੌਮ ਸ਼ਹੀਦ ਹੋ ਗਈ ਸੀ, ਇਹਦੇ ਬਾਵਜੂਦ ਵੀ ਅਸੀਂ ਕੁੱਕ ਨੂੰ ਸਵਾਂਗੂ ਜਿਹੜੇ ਲੜੇ ਹੈਗੇ ਆ ਨਾ। ਸੋ ਇਸੇ ਤਰ੍ਹਾਂ ਚਮਕੌਰ ਸਾਹਿਬ ਦੀ ਜੰਗ ਹੈਗੀ ਆ, ਸੋ 40 ਦੇ 40 ਸਿੰਘਾਂ ਚੋਂ ਕੁਛ ਹੀ ਬਚੇ ਸੀ ਹਨਾ। ਗੁਰੂ ਸਾਹਿਬ ਦੇ ਫਰਜ਼ੰਦ ਆ ਜਿਹੜੇ ਉਹ ਸ਼ਹਾਦਤ ਪਾ ਗਏ, ਬਹੁਤ ਥੋੜੇ ਇੱਕ ਬੀਬੀ ਜੀ ਬੱਚੇ ਸੀ ਜਿਨ੍ਹਾਂ ਨੇ ਸੰਸਕਾਰ ਕਰਿਆ ਹੈਗਾ। ਪਰ ਉਹ ਚਮਕੌਰ ਦੀ ਗੜੀ ਸਾਨੂੰ ਅੱਜ ਵੀ ਇੱਕ ਸੋਰਸ ਆਫ ਇੰਸਪੀਰੇਸ਼ਨ ਆ। ਸਾਡੀ ਨੈਤਿਕ ਜਿੱਤ ਦੇ ਝੰਡੇ ਆ ਜਿਹੜੇ ਉਹ ਚਮਕੌਰ ਦੀ ਗੜੀ ਨੇ ਗੱਡੇ ਹੈਗੇ ਜੀ। ਮਤਲਬ ਚਮਕੌਰ ਦੀ ਗੜੀ ਸਾਡੇ ਇਤਿਹਾਸ ਦੀ ਨੈਤਿਕ ਜਿੱਤ ਦੇ ਝੰਡੇ ਗੱਡੀ ਬੈਠੀ ਆ। ਅੱਜ ਵੀ ਕੌਮ ਉਹ ਤੋਂ ਇੰਸਪੀਰੇਸ਼ਨ ਲੈ ਕੇ ਕਿਸੇ ਵੀ ਸੰਘਰਸ਼ ਦੇ ਮੈਦਾਨ ਵਿੱਚ ਉਤਰਦੀ ਆ ਔਰ ਜਕਾਰਿਆਂ ਦੀ ਗੂੰਜ ਵਿੱਚ ਆ ਜਿਹੜੀ ਉਹ ਜਿੱਤ ਹਾਸਲ ਕਰਦੀ ਹੈ। ਜੀ ਬਿਲਕੁਲ। ਤੇ ਦੂਜੇ ਬੰਨੇ ਜਿਹੜੀ ਗੱਲ ਦੁਸ਼ਮਣੀ ਵਾਲੀ ਚੱਲ ਰਹੀ ਸੀ ਉਹਦੇ 'ਚ ਮੇਰਾ ਖਿਆਲ ਇਸ ਤਰ੍ਹਾਂ ਦਾ ਵੀ ਕੁਝ ਹੋਇਆ ਸੀ ਕਿ ਜਦੋਂ ਸਾਰਾ ਆਪਰੇਸ਼ਨ ਖਤਮ ਹੋ ਜਾਂਦਾ ਹੈ ਤੇ ਉਦੋਂ ਅਕਾਲ ਤਖਤ ਸਾਹਿਬ ਦੀ ਇੱਕ ਛੋਟੀ ਜਿਹੀ ਬਿਲਡਿੰਗ ਦੇ ਉੱਤੇ ਤਿਰੰਗਾ ਵੀ ਲਾਇਆ ਜਾਂਦਾ ਹੈ, ਜਿਸ ਨੂੰ ਬਾਅਦ ਦੇ ਵਿੱਚ ਸਿੰਘਾਂ ਨੇ ਹਟਾ ਦਿੱਤਾ ਸੀ। ਕੁਝ ਇਸ ਤਰ੍ਹਾਂ ਦੀ ਵੀ ਇੱਕ ਤਸਵੀਰ ਆਉਂਦੀ ਹੈਗੀ ਆ। ਹਾਂਜੀ, ਉਹ ਹੁੰਦਾ ਹੀ ਆ। ਫਿਰ ਜਦੋਂ ਫੌਜਾਂ ਜਿੱਤ ਜਾਂਦੀਆਂ ਨੇ ਜਾਂ ਜਿਹੜਾ ਆਪਰੇਸ਼ਨ ਕਲੀਅਰ ਹੋ ਜਾਂਦਾ ਹੈਗਾ, ਸੋ ਇੱਕ ਫੌਜ ਦੀ ਫਿਰ ਉਹ ਦੁਸ਼ਮਣੀ ਵਾਲੀ ਗੱਲ ਤਾਂ ਫਿਰ ਉਹ ਹਾਂਜੀ ਉਹ ਝੰਡਾ ਨਹੀਂ ਸੀ ਲਹਿਰਾਉਣਾ। ਬਿਲਕੁਲ ਉਹ ਸਿੱਖ ਹਲਕਿਆਂ ਵਿੱਚ ਸਿੱਖ ਜਿਹੜੇ ਵਿਦਵਾਨ ਹਲਕੇ ਉਹਨਾਂ ਵਿੱਚ ਆ ਰਿਹਾ ਵੀ ਉਹਨਾਂ ਨੂੰ ਉੱਥੇ ਉਹ ਝੰਡਾ ਨਹੀਂ ਸੀ ਲਹਿਰਾਉਣਾ ਚਾਹੀਦਾ ਹੈਗਾ, ਵੀ ਉਹ ਇੱਕ ਤਰ੍ਹਾਂ ਨਾਲ ਵਾਕਈ ਦੁਸ਼ਮਣ ਦੇਸ਼ ਵਾਂਗੂ ਹੀ ਲੜੇ ਹੋਏ ਆਪਾਂ ਕਹਿ ਸਕਦੇ ਹਾਂ। ਐਨਿਮਿਟੀ ਆ ਜਿਹੜੀ ਉਹ ਐਨਿਮਿਟੀ ਸ਼ੋ ਹੁੰਦੀ ਸੀ। ਅਸਲ 'ਚ ਨਫ਼ਰਤ ਭਰ ਕੇ ਹੀ ਭੇਜਿਆ ਗਿਆ ਸੀ ਨਾ, ਕਿਉਂਕਿ ਇਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ। ਹੁਣ ਉਸ ਸਿਨੈਰੀਓ 'ਚ ਜਿਹੜਾ ਸਾਰਾ ਕੁਝ ਸਮਝ ਆਉਂਦਾ ਨਾ, ਜਿਹੜਾ ਹਮਲਾ ਕਰਨ ਦਾ ਉਹ ਮਕਸਦ ਉਹ ਸੀਗਾ ਉਹ ਕਰ ਚੁੱਕੇ ਸੀ ਉਹ। ਇਹਨਾਂ ਨੂੰ ਤਾਂ ਜਸਟ ਉਹ ਐਕਸਕਿਊਜ਼ਸ ਦਿੱਤੇ ਗਏ ਵੀ ਇਹਨਾਂ ਐਕਸਕਿਊਜ਼ਸ ਕਰਕੇ ਅਸੀਂ ਉਹਨਾਂ ਤੇ ਹਮਲਾ ਕਰਨਾ। ਸੋ ਇਹਨਾਂ ਨੂੰ ਕੋਈ ਪਲੈਨਿੰਗ ਜਾਂ ਸਟ੍ਰੈਟਜੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਜਿਹੜੇ ਬੰਦੇ ਨੂੰ 31 ਤਰੀਕ ਨੂੰ ਬੁਲਾਇਆ ਗਿਆ ਔਰ ਉਹ ਆਪ ਇਹ ਵਾਲੀ ਮੇਰੇ ਖਿਆਲ ਆਹ ਵਾਲੀ ਇੰਟਰਵਿਊ ਨੇ ਕਾਫੀ ਸਾਰੀਆਂ ਗੱਲਾਂ ਤੋਂ ਪਰਦੇ ਚੱਕ ਦਿੱਤੇ ਆ ਨਾ, ਕਿਉਂਕਿ ਮੇਰਾ ਖਿਆਲ ਕਈ ਵਾਰੀ ਹੁੰਦਾ ਨਾ ਵੀ ਬੰਦੇ ਨੂੰ ਆਹ ਹੁੰਦਾ ਵੀ ਮੈਂ ਆਹ ਚੀਜ਼ਾਂ ਲੁਕੋ ਕੇ ਰੱਖਣੀਆਂ। ਕੋਈ ਰੀਡਿੰਗ ਨਹੀਂ ਸੀ ਪੰਜਾਬ ਬਾਰੇ, ਉਹਦੀ ਕੋਈ ਉਹ ਮੰਨਦਾ ਪਿਆ ਕਿ ਮੇਰੀ ਕੋਈ ਰੀਡਿੰਗ ਨਹੀਂ ਹੈਗੀ। ਇੰਟਰਵਿਊ 'ਚ ਖੁਦ ਮੰਨਦਾ ਪਿਆ ਵੀ 31 ਤਰੀਕ ਤੱਕ ਮੈਨੂੰ ਕੁਝ ਨਹੀਂ ਸੀ ਪਤਾ, ਮੈਂ 2 ਮਹੀਨੇ ਦੀ ਹੌਲੀਡੇ ਤੇ ਚੱਲਿਆ ਸੀ ਤੇ ਮੈਨੂੰ ਫਿਰ ਸਾਰਾ ਕੁਝ ਹੀ ਉਹਨੂੰ ਪਤਾ ਲੱਗ ਗਿਆ। ਸੋ ਮੈਂ ਐਜ਼ ਅ ਜਰਨਲਿਸਟ ਹੁਣ ਅਜ਼ਿਊਮ ਕਰਦਾ ਵੀ ਇੰਦਰਾ ਗਾਂਧੀ ਉਹਦੀ ਜਿਹੜੀ ਬਹੁਤ ਹੀ ਨੇੜਲੇ ਸੀ ਅਰਨ ਸਿੰਘ, ਅਰਨ ਨਹਿਰੂ ਜਾਂ ਜਿਹੜੀਆਂ ਦੋਵੇਂ ਵੱਡੀਆਂ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹਨਾਂ ਦੇ ਆਫੀਸਰਸ ਨੇ 5 ਜਾਂ 10 ਬੰਦਿਆਂ ਨੇ ਮਿਲ ਕੇ ਫੈਸਲਾ ਕਰ ਲਿਆ ਸੀ ਵੀ ਹੈਵ ਟੂ ਅਟੈਕ ਪੰਜਾਬ ਔਰ ਅਕਾਲ ਤਖਤ ਸਾਹਿਬ। ਇਹ ਫੌਜ ਨੂੰ ਸਿਰਫ ਵਰਤਿਆ ਗਿਆ, ਟੂਲ ਦੇ ਤੌਰ ਤੇ ਵਰਤਿਆ ਗਿਆ। ਦੇ ਹੈਡ ਨਥਿੰਗ ਟੂ ਡੂ ਵਿਦ ਦੀ ਡਿਸੀਜਨ ਮੇਕਿੰਗ। ਬਿਲਕੁਲ। ਤੇ ਦੂਜੇ ਬੰਨੇ ਜਿਹੜਾ ਹੈਗਾ ਕਿ ਇਸ ਮਸਲੇ ਦੇ ਵਿੱਚ ਫਿਰ ਹੋਣਾ ਕੀ ਚਾਹੀਦਾ ਸੀ, ਇਹਦੇ ਬਾਰੇ ਤੁਸੀਂ ਕੀ ਸੋਚਦੇ? ਹਾਂਜੀ ਇਹ ਕਾਫੀ ਤੁਹਾਡਾ ਅਹਿਮ ਸਵਾਲ ਹੈਗਾ। ਸੋ ਇਹ ਹੋਣਾ ਚਾਹੀਦਾ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਆ ਵੀ ਪੋਲੀਟੀਕਲ ਐਂਡ ਐਥਨਿਕ ਜਿਹੜੀਆਂ ਬਾਰਡਰਸ ਆ ਉਹ ਬਹੁਤ ਸੈਲਡਮ ਕੋਇਨਸਾਈਡ ਕਰਦੇ ਆ ਹਨਾ। ਆਮ ਤੌਰ ਤੇ ਇਹੀ ਹੁੰਦਾ। ਉਹਦੇ 'ਚੋਂ ਆਪਾਂ ਰਸ਼ੀਆ ਦਾ ਜਿਹੜਾ ਸਾਰਾ ਦੇਖ ਸਕਦੇ ਹੋ, USSR ਸੀ ਹਨਾ, ਉਹ ਪੋਲੀਟੀਕਲੀ ਬੰਨ੍ਹ ਕੇ ਰੱਖੇ ਹੋਏ ਸੀ ਪਰ ਡਿਫਰੈਂਟ ਐਥਨਿਕ ਮਿਨੋਰਿਟੀਜ਼ ਸੀਗੀਆਂ ਹਨਾ। ਉਹ ਹੁਣ ਕਿਉਂਕਿ USSR ਦੀ ਸਟੇਟ ਨੇ ਉਹਨਾਂ ਐਥਨਿਕ ਮਿਨੋਰਿਟੀਜ਼ ਨੂੰ ਰਿਸਪੈਕਟਫੁਲੀ ਉਹਨਾਂ ਨਾਲ ਇੰਟਰੈਕਟ ਨਹੀਂ ਕਰਿਆ। ਉਹਨਾਂ ਦੇ ਕੰਸਰਨਸ ਬਾਰੇ, ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਉਹਨਾਂ ਦੇ ਲੈਂਗੁਏਜਸ ਦੇ ਸੀ, ਉਹਨਾਂ ਦਾ ਰਿਲੀਜੀਅਸ ਜਿਹੜੇ ਐਥੋਸ ਸੀਗੇ ਉਹ ਡਿਫਰੈਂਟ ਸੀ USSR ਦੀ ਮੇਨ ਸਰਕਾਰ ਨਾਲੋਂ। ਉਹ ਫਿਰ ਜਦੋਂ ਲੰਬੇ ਸਮੇਂ ਤੱਕ ਤੁਸੀਂ ਐਡਰੈਸ ਨਹੀਂ ਕਰਿਆ, ਉਹ ਫਿਰ ਜਿਹੜੇ ਜ਼ਖਮ ਸੀ ਜਾਂ ਜਿਹੜੀ ਬੇਗਾਨਗੀ ਆ ਉਹ ਵੱਧਦੀ ਇਸ ਤਰ੍ਹਾਂ ਚਲੇ ਗਏ ਵੀ ਉਹ ਕਰੈਕ ਹੋ ਗਿਆ। ਸੋ ਉੱਥੇ ਹੁਣ ਇੰਡੀਅਨ ਸਟੇਟ ਨੂੰ ਇਹ ਚਾਹੀਦਾ ਸੀ, ਜਦੋਂ ਹੁਣ ਉਹ ਮੰਨ ਰਹੇ ਆ ਈਵਨ KS ਬਰਾੜ ਵੀ ਸੰਤ ਜਰਨੈਲ ਸਿੰਘ ਦੀ ਇੰਨੀ ਵੱਡੀ ਫੋਲੋਇੰਗ ਸੀ ਹੈ ਨਾ। ਤੇ ਦੂਜੇ ਪਾਸੇ ਆਪਾਂ ਆਪਣੀ ਅੱਖਾਂ ਸਾਹਮਣੇ ਦੇਖਿਆ ਵੀ 1.5 ਲੱਖ ਬੰਦਾ ਜੇਲ੍ਹਾਂ ਵਿੱਚ ਚਲਿਆ ਗਿਆ ਸੀ। ਧਰਮ ਯੁੱਧ ਮੋਰਚੇ ਦੌਰਾਨ ਹਰ ਰੋਜ਼ 1.5 ਲੱਖ ਬੰਦਾ ਜੇਲ੍ਹਾਂ ਦੇ ਵਿੱਚ ਜਾਣਾ ਇੱਕ ਵੱਡੀ ਗਿਣਤੀ ਆਪਾਂ ਕਹਿ ਸਕਦੇ ਹਾਂ। ਵੱਡੀ ਗਿਣਤੀ ਹਾਂਜੀ 1.5 ਲੱਖ ਤੇ ਮੇਰੇ ਕੋਲ ਅੱਜ ਵੀ ਉਹ ਅਜੀਤ ਅਖਬਾਰ ਦੇ ਔਰ ਅਕਾਲੀ ਪੱਤਰਕਾ, ਉਦੋਂ ਅਕਾਲੀ ਪੱਤਰਕਾ ਜ਼ਿਆਦਾ ਹੁੰਦਾ ਸੀ, ਸਾਡੇ ਘਰ ਵੀ ਅਕਾਲੀ ਪੱਤਰਕਾ ਆਉਂਦਾ ਸੀ। ਸੋ ਉਦੋਂ ਇਹ ਹਰੇ ਵੀ ਕਟਿੰਗਾਂ ਸਾਡੇ ਕੋਲ ਪਈਆਂ ਹੋਣਗੀਆਂ, ਉਹ ਇਤਿਹਾਸਕ ਕਟਿੰਗਸ ਵੀ ਜਿਹਦੇ 'ਚ 1.5 ਲੱਖ ਆ। ਔਰ ਇੱਕ ਟਾਈਮ ਆ ਗਿਆ ਸੀਗਾ ਵੀ ਸਕੂਲ ਔਰ ਕਾਲਜ ਖਾਲੀ ਕਰਾ ਲਏ ਸੀ ਹਨਾ, ਉਹਨਾਂ ਕੋਲ ਜੇਲ੍ਹਾਂ ਵਿੱਚ ਰੱਖਣ ਲਈ ਕਪੈਸਿਟੀ ਨਹੀਂ ਸੀ। ਜਦੋਂ ਇਸ ਲੈਵਲ ਤੇ ਇੱਕ ਸ਼ਾਂਤਮਈ ਸੰਘਰਸ਼ ਚੱਲ ਰਿਹਾ ਜਿਹਦੇ ਵਿੱਚ ਹਥਿਆਰਬੰਦ 2-3 ਘਟਨਾਵਾਂ ਹੋਈਆਂ ਨੇ 2-3 ਸਾਲਾਂ 'ਚ ਹਨਾ, ਉਸ ਵੇਲੇ ਸਰਕਾਰ ਨੂੰ ਚਾਹੀਦਾ ਸੀ ਵੀ ਇੰਟਰੈਕਟ ਕਰਦੇ ਹਨਾ। ਸੋ ਉਹਨਾਂ ਨੇ ਬਹੁਤ ਲੇਟ ਆ ਕੇ ਇੰਟਰੈਕਸ਼ਨ ਸ਼ੁਰੂ ਕਰੀ ਆ। ਜਿਹੜੀ 3 ਧਿਰੀ ਵਾਰਤਾ ਹੋਈ ਆ ਜਿਹੜੀ ਇੰਦਰਾ ਗਾਂਧੀ ਨਾਲ ਤੇ ਉਹਦੇ ਨਾਲ ਹੋਈ ਆ, ਉਹਦੇ ਵਿੱਚ ਵੀ ਇੰਦਰਾ ਗਾਂਧੀ ਬੌਸੀ ਸਿਚੁਏਸ਼ਨ ਵਿੱਚ ਸੀ ਵੀ ਜਿਸ ਤਰ੍ਹਾਂ ਉਹਨਾਂ ਨੇ ਦਰਬਾਰਾ ਸਿੰਘ ਨੂੰ ਬੰਦੂਕ ਦੀ ਨੋਕ ਤੇ ਪਾਣੀ ਦੇ ਸਮਝੌਤੇ ਵਾਪਸ ਕਰਾਏ, ਉਹ ਉਸੇ ਮੋੜ ਵਿੱਚ ਤੇ ਅਕਾਲੀਆਂ ਨੂੰ ਬੰਦੂਕ ਦੀ ਨੋਕ ਤੇ ਸਮਝੌਤਾ ਮੰਨਣ ਲਈ ਦਬਾਅ ਪਾਇਆ ਜਾ ਰਿਹਾ ਸੀ ਵੀ ਫੈਸਲਾ ਅਸੀਂ ਕਰ ਲਿਆ, ਤੁਸੀਂ ਮੰਨ ਲਓ ਬਸ ਨਾ। 3 ਧਿਰੀ ਵਾਰਤਾ ਦਾ ਸਾਰਾ ਇਹ ਫਲॉप ਸ਼ੋ ਹੋਇਆ। ਪਰ ਅਕਾਲੀ ਲੀਡਰ ਕਿਉਂਕਿ ਉਦੋਂ ਸੰਗਤਾਂ ਨੂੰ ਜਵਾਬ ਦੇ ਸੀ, ਸੰਗਤਾਂ ਨੇ ਉਹਨਾਂ ਨੂੰ ਪੁੱਛਣਾ ਸੀਗਾ ਵੀ ਤੁਸੀਂ ਕੀ ਕਰ ਰਹੇ ਹੈਗੇ। ਸੋ ਅਕਾਲੀ ਲੀਡਰ ਨੇ ਉਸ ਵੇਲੇ ਅਕਾਲੀ ਲੀਡਰ ਇਮਾਨਦਾਰ ਸੀ। ਈਵਨ ਪ੍ਰਕਾਸ਼ ਸਿੰਘ ਬਾਦਲ ਵੀ ਉਸ ਵੇਲੇ ਤੱਕ ਇਮਾਨਦਾਰ ਸੀ ਕਿਉਂਕਿ ਪਿੱਛੇ 2 ਲੱਖ ਬੰਦਾ ਜੇਲ੍ਹਾਂ 'ਚ ਬੈਠਾ ਸੀ।
ਹਨਾ, ਮਤਲਬ ਕਿ ਇਹ ਵੱਡੀ ਗੱਲ ਸੀ ਨਾ, ਉਹਨਾਂ ਨੂੰ ਵੀ ਡਰ ਸੀ ਵੀ ਸਾਨੂੰ ਲੋਕਾਂ ਨੇ ਕਿੱਥੋਂ ਛੱਡਣਾ ਜੇ ਅਸੀਂ ਗਦਾਰੀ ਕਰਕੇ ਆਉਂਦੇ ਹੈਗੇ। ਸੋ ਉਹ ਇੰਦਰਾ ਗਾਂਧੀ ਦੇ ਜਿਹੜਾ ਧੱਕੇ ਨਾਲ ਇੰਪੋਜ਼ ਹੋ ਰਹੇ ਸੀ ਜਿਹੜੇ ਫੈਸਲੇ, ਉਹਨਾਂ ਨੂੰ ਅਕਾਲੀ ਲੀਡਰਸ਼ਿਪ ਨੇ ਨਹੀਂ ਮੰਨਿਆ। ਇਹ ਤੋਂ ਗੁੱਸੇ ਹੋ ਕੇ ਫਿਰ ਇੰਦਰਾ ਗਾਂਧੀ ਨੇ ਕਿਹਾ ਵੀ ਇਹਨਾਂ ਨੂੰ ਹੁਣ ਸਬਕ ਸਿਖਾਇਆ ਜਾਵੇ, ਵੀ ਕ੍ਰਸ਼ ਕਰ ਦਿੱਤਾ ਜਾਵੇ। ਸੋ ਉਹ ਕ੍ਰਸ਼ਿੰਗ 'ਚੋਂ ਆਇਆ। ਸੋ ਸਾਡਾ ਇਹ ਸੀ ਇੰਡੀਅਨ ਸਟੇਟ ਨੂੰ ਹਾਲੇ ਵੀ ਇਹ ਚਾਹੀਦਾ ਹੈਗਾ ਵੀ ਸਿੱਖਾਂ ਦੀ ਲੀਡਰਸ਼ਿਪ ਦੇ ਜਿਹੜੇ ਕੰਸਰਨਸ ਨੇ ਜਿੱਥੋਂ ਤੱਕ ਮਿਨੀਮਮ ਹੋ ਸਕਦੀ ਹੈ, ਦੋਵੇਂ ਧਿਰਾਂ ਇੱਕ ਜਿੱਦਾਂ ਵਾਕ ਐਂਡ ਟਾਕ ਹੁੰਦਾ ਨਾ, ਜਿਹੜਾ ਡਿਪੈਂਡ ਕਰਦਾ ਨਾ ਵੀ ਜੇ ਉਹ ਤੁਹਾਨੂੰ ਧਿਰ ਮੰਨਦੇ ਵੀ ਹੈਗੇ ਆ ਕਿ ਨਹੀਂ। ਇਹ ਹੈਗਾ ਮਤਲਬ ਕਿ ਇੱਕ ਤਾਂ ਧਿਰ ਮੰਨਣ ਉਹਨੂੰ ਹਨਾ, ਧਿਰ ਮੰਨ ਕੇ ਫਿਰ ਮਿਨੀਮਮ ਪ੍ਰੋਗਰਾਮ ਤੇ ਆ ਕੇ ਜਿੱਥੇ ਕਿਤੇ ਸਮਝੌਤਾ ਹੁੰਦਾ, ਜਿਹੜੀਆਂ ਸਿੱਖ ਲੀਡਰਸ਼ਿਪ ਦੀਆਂ ਅੱਜ ਵੀ ਮੰਗਾਂ ਨੇ ਵੀ ਅੱਜ ਵੀ ਮੋਰਚੇ ਲੱਗੇ ਹੋਏ ਨੇ, ਕਿਸੇ ਮਿਨੀਮਮ ਪ੍ਰੋਗਰਾਮ ਤੇ ਆ ਕੇ ਇੰਟਰੈਕਟ ਕਰਕੇ ਰਿਸਪੈਕਟਫੁਲੀ ਦੋਵੇਂ ਧਿਰਾਂ ਨੇ ਜਿਹੜੀਆਂ ਉਹੋ ਜਿਹੇ ਵਿਦਾ ਹੋਣ ਦੀਆਂ ਤਾਂ ਚੰਗੀ ਗੱਲ ਮਤਲਬ ਕਿ ਇਸ ਤਰ੍ਹਾਂ ਦਾ ਉਦੋਂ ਹੋਣਾ ਚਾਹੀਦਾ ਸੀ। ਫਿਰ ਇਹ ਕਤਲੋਗਾਰ ਦੀ ਉਹ ਤੋਂ ਬਾਅਦ ਹੋ ਸਕਦਾ ਸੀ ਜਿਹੜੀ 10 ਸਾਲ ਖਾਲਕੋ ਲਹਿਰ ਚੱਲੀ ਆ ਉਹ ਵੀ ਨਾ ਚੱਲਦੀ ਹਨਾ, ਉਹ ਕਤਲੋਗਾਰ ਚਾਹੇ ਕਿਸੇ ਦਾ ਵੀ ਹੋਇਆ, ਚਾਹੇ ਕਿਸੇ ਹਿੰਦੂ ਦਾ ਹੋਇਆ ਜਾਂ ਸਿੱਖ ਦਾ ਹੋਇਆ, ਡਜ਼ਨਟ ਮੈਟਰ ਹਨਾ, ਉਹ ਮਨੁੱਖੀ ਜਾਨਾਂ ਨਾ ਜਾਂਦੀਆਂ, ਉਹ ਬਚ ਜਾਂਦੇ। ਉਹ ਨੌਜਵਾਨ ਅੱਜ ਵੀ ਜਿਉਂਦੇ ਹੁੰਦੇ ਜਿਹੜੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਾਂ ਜਿਹੜੇ ਦੂਸਰੇ ਪਾਸਿਓਂ ਜਿਹੜੀ ਗੋਲੀਬਾਰੀ 'ਚ ਮਾਰੇ। ਜੀ ਬਿਲਕੁਲ। ਤੇ ਦੂਜੇ ਬੰਨੇ ਜਿਹੜਾ ਹੈ ਕੀ ਇਸ ਦਾ ਕਿਸੇ ਇਸ ਇੰਟਰਵਿਊ ਦਾ ਜਾਂ ਜੋ ਕੁਝ ਗੱਲਾਂ ਕਹੀਆਂ ਗਈਆਂ, ਕਿਉਂਕਿ ਆਪਾਂ ਦੇਖਿਆ ਕਿ ਸਮੇਂ-ਸਮੇਂ 'ਤੇ ਕਈ ਵਾਰੀ ਕਿਤਾਬਾਂ ਆ ਜਾਂਦੀਆਂ ਨੇ, ਕੁਛ ਖਾਸ ਕਰਕੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਦੀ ਇੰਟਰਵਿਊ ਆ ਜਾਂਦੀਆਂ ਨੇ, ਜਾਂ ਕੁਛ ਜਿਹੜੇ ਰॉ ਦੇ ਵਿੱਚ ਆਪਾਂ ਕਹੀਏ ਕਿ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਕੰਮਕਾਜ ਕਰਦੇ ਸਨ ਉਹਨਾਂ ਦੀ ਇੰਟਰਵਿਊ ਆ ਜਾਂਦੀਆਂ ਨੇ। ਕੀ ਇੱਥੇ ਕਿਸੇ ਸਿੱਖ ਸੰਸਥਾ ਨੇ ਇਸ ਦਾ ਕੋਈ ਨੋਟਿਸ ਲਿਆ, ਜਾਂ ਤੁਸੀਂ ਕੀ ਸੋਚਦੇ ਹੋ ਵੀ ਵੱਡੇ ਪਰਸਪੈਕਟਿਵ 'ਚ ਕੀ ਸ਼੍ਰੋਮਣੀ ਕਮੇਟੀ ਨੂੰ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਆਪਣੇ ਆਪ ਨੂੰ ਕਲੇਮ ਕਰਦੀਆਂ ਨੇ, ਕੀ ਉਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਕੌਮ ਨੂੰ ਜਾਗਰੂਕ ਕਰਨਾ ਚਾਹੀਦਾ ਜਾਂ ਨਹੀਂ? ਹਾਂਜੀ, ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੁਰਚਰਨ ਸਿੰਘ ਗਰੇਵਾਲ ਆ ਜਿਹੜੇ, ਉਹਨਾਂ ਦਾ ਇੱਕ ਛੋਟਾ ਜਿਹਾ ਬਿਆਨ ਆਇਆ, ਪਰ ਉਹ ਜਸਟ ਬਿਆਨ ਹੀ ਸੀਗਾ, ਮਤਲਬ ਕੋਈ ਵੀ ਉਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕੋਈ ਅਟੈਕਿੰਗ ਮੋਰਚਾ ਜਾਂ ਉਹਨਾਂ ਨੂੰ ਕਨਵਰਸੇਸ਼ਨ 'ਚ ਇਨਵੋਲਵ ਕਰਨ ਦੀ ਕੋਈ ਘਟਨਾ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਰਿਐਕਸ਼ਨ ਆਇਆ ਔਰ ਉਹ ANI ਨੇ ਛਾਪਿਆ ਹੈ, ਜਿਹਨੇ ਇੰਟਰਵਿਊ ਕਰੀ ਉਹਨਾਂ ਨੇ ਬਿਆਨ ਛਾਪਿਆ। ਹਾਲਾਂਕਿ ਚਾਹੀਦਾ ਸੀ ਵੀ ਮਾਨ ਸਾਹਿਬ ਦੀ ਇੰਟਰਵਿਊ ਕਰਦੇ ਹਨਾ, ਮਾਨ ਸਾਹਿਬ ਨੇ ਇਹ ਕਿਹਾ ਵੀ ਉਹ ਵਾਰ ਕ੍ਰਿਮੀਨਲ ਆ ਸਿੱਖਾਂ ਦਾ ਹਨਾ, ਵੀ ਉਹਨੂੰ ਇੰਟਰਨੈਸ਼ਨਲ ਕੋਰਟ ਜਾਂ ਭਾਰਤ ਦੀ ਕਿਸੇ ਕੋਰਟ ਵਿੱਚ ਸਾਡੇ ਇੰਨੇ ਬੰਦੇ ਮਾਰੇ ਗਏ ਆ, ਉਹਦਾ ਉਹ ਜ਼ਿੰਮੇਵਾਰ ਹੈਗਾ। ਸੋ ਉਹਦੇ ਤੇ ਜਿਹੜਾ ਕੇਸ ਚਲਾਇਆ ਜਾਣਾ ਚਾਹੀਦਾ, ਹੀ ਸ਼ੁੱਡ ਨਾਟ ਸਕਾਟ ਫ੍ਰੀ ਲਾਈਕ ਦੈਟ ਹਨਾ, ਵੀ ਉਹ ਇਸ ਤਰ੍ਹਾਂ ਨਹੀਂ ਰੋਮ ਅਬਾਊਟ ਕਰਨਾ ਚਾਹੀਦਾ। ਸੋ ਇਹ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ, ਸ਼੍ਰੋਮਣੀ ਕਮੇਟੀ ਦੇ ਗੁਰਚਰਨ ਸਿੰਘ ਗਰੇਵਾਲ ਦਾ ਆਇਆ, ਦਲ ਖਾਲਸਾ ਦੇ ਕਮਰਪਾਲ ਸਿੰਘ ਦਾ ਆਇਆ ਹੈਗਾ, ਤੇ ਹੋਰ ਛੋਟੇ ਜਿਹੜੀਆਂ ਉਹ ਸੰਸਥਾਵਾਂ ਦਾ ਆਇਆ। ਪਰ ਉਹਦੇ ਚੋਂ ਇੱਕ ਕੇਸ ਬਿਲਡਅਪ ਕਰਨਾ ਜਿਹੜਾ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਵੀ ਜੈਨੋਸਾਈਡ ਦਾ ਕੇਸ ਆ, ਉਹ ਬਿਲਡਅਪ ਕਰਨ ਬਾਰੇ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ। ਜੀ ਬਿਲਕੁਲ। ਤੇ ਗੱਲ ਤੁਸੀਂ ਐਥਿਕਸ ਆਫ ਜਰਨਲਿਜ਼ਮ ਦੀ ਕੀਤੀ, ਕੀ ਇੱਥੇ ਫਿਰ ਇਹ ਨਹੀਂ ਚਾਹੀਦਾ ਕਿ ਦੋਨਾਂ ਧਿਰਾਂ ਦੀ ਗੱਲ ਹੋਵੇ? ਹੁਣ ਆਪਾਂ ਜੇ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ, ਅਸੀਂ ਇੱਥੇ ਇਹ ਵੀ ਦੱਸਿਆ ਕਿ ਕੁਲਦੀਪ ਬਰਾੜ ਕੀ ਕਹਿ ਰਹੇ ਨੇ ਤੇ ਕੀ ਕੁਝ ਅਸਲ ਦੇ ਵਿੱਚ ਵਾਪਰਿਆ ਹੈਗਾ। ਫਿਰ ਉੱਥੇ ਇਹ ਨਹੀਂ ਚਾਹੀਦਾ ਹੈਗਾ ਵੀ ਦੋਨਾਂ ਧਿਰਾਂ ਦੀ ਜਿਹੜੀ ਗੱਲਬਾਤ ਹੈ ਉਹ ਰੱਖੀ ਜਾਵੇ, ਜਿੱਦਾਂ ਤੁਸੀਂ ਪ੍ਰੋਗਰਾਮ 'ਚ ਪਹਿਲਾਂ ਵੀ ਦੱਸਿਆ ਵੀ ਉਹਨਾਂ ਦੀਆਂ ਵੀ ਇੰਟਰਵਿਊ ਕੀਤੀਆਂ ਜਾਣ ਜਿਨ੍ਹਾਂ ਨੇ ਲਾਸ਼ਾਂ ਨੂੰ ਚੁੱਕਿਆ। ਹਾਂਜੀ, ਉਹ ਸਾਰਿਆਂ ਦੀਆਂ ਇਹ ਐਥਿਕਸ ਆਫ ਜਰਨਲਿਜ਼ਮ ਇਹ ਮੰਗ ਕਰਦੇ ਹੈਗੇ ਆ ਵੀ ਦੋਹਾਂ ਧਿਰਾਂ ਦੀ, ਜੇ ਜਰਨਲ ਬਰਾੜ ਦੀ ਹੋਈ ਆ ਤਾਂ ਬਹੁਤ ਸਾਰੇ ਲੋਕ ਹਾਲੇ ਵੀ ਜਿਉਂਦੇ ਨੇ ਜਿਹੜੇ ਉਸ ਜੰਗ ਦੇ ਚਸ਼ਮਦੀਦ ਗਵਾਹ ਨੇ, ਜਿੱਦਾਂ ਫੈਡਰੇਸ਼ਨ ਵਾਲੇ ਸਿੰਘ ਆ, ਭਾਈ ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ ਹੋਣੀ, ਜਾਂ ਹੋਰ ਬਜ਼ੁਰਗ ਨੇ ਉਹ ਦਮਦਮੀ ਟਕਸਾਲ ਨਾਲ ਜਿਹੜੇ ਬਜ਼ੁਰਗ ਨੇ, ਜਿਹੜੇ ਸਰਦਾਰ ਜੋਗਿੰਦਰ ਸਿੰਘ ਆ ਮੇਰੇ ਖਿਆਲ ਨਾ, ਸੋ ਉਹਨਾਂ ਦੀਆਂ ਇੰਟਰਵਿਊਜ਼ ਉਹ ANI ਨੂੰ ਉਹ ਵੀ ਕਰਨੀਆਂ ਚਾਹੀਦੀਆਂ। ਜਿਹੜਾ ਉੱਥੋਂ ਜੈਨੋਸਾਈਡਲ ਹੋਇਆ ਸਾਰਾ, ਬੀਬੀ ਪ੍ਰੀਤਮ ਕੌਰ ਜੀ ਹੈਗੇ ਆ ਨਾ, ਜਿਹੜੇ ਸੰਤਾਂ ਦੇ PAC ਰਛਪਾਲ ਸਿੰਘ, ਉਹਨਾਂ ਦੀ ਪਤਨੀਆਂ, ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉਸ ਹਨੇਰੀ ਨੂੰ ਦੇਖਿਆ ਹੈਗਾ। ਸੋ ਐਥਿਕਸ ਆਫ ਜਰਨਲਿਜ਼ਮ ਮੰਗ ਕਰਦੇ ਆ ਵੀ ਦੂਜੀ ਧਿਰ ਦੀ ਵੀ ਗੱਲ ਹੋਵੇ। ਹੁਣ ਇਹ ਆ ਵੀ ਵਨ ਸਾਈਡਡ ਆ, ਵੀ ਥੀਏਟਰ ਵੀ ਤੁਹਾਡਾ, ਐਕਟਰ ਵੀ ਤੁਹਾਡੇ ਆ ਤੇ ਦੇਖਣ ਵਾਲੇ ਵੀ ਤੁਹਾਡੇ ਆ, ਸ਼ੋਅ ਵੀ ਤੁਹਾਡਾ ਹੈਗਾ। ਇਟ ਮੀਨਸ ਉਹ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਸਿੱਖਾਂ ਨੂੰ ਹਨਾ, ਵੀ ਤੁਹਾਡਾ ਕੋਈ ਸਥਾਨ ਨਹੀਂ ਹੈ ਇਸ ਸੋਸਾਇਟੀ ਵਿੱਚ ਹਨਾ। ਜੇ ਤੁਸੀਂ ਐਥਿਕਸ ਆਫ ਜਰਨਲਿਜ਼ਮ ਜਾਂ ਐਥਿਕਸ ਆਫ ਪੋਲਿਟਿਕਸ ਨੂੰ ਇੱਕ ਤਰ੍ਹਾਂ ਨਾਲ ਲੈਂਦੇ ਹੋ ਤਾਂ ਫਿਰ ਦੋਵਾਂ ਧਿਰਾਂ ਦੀਆਂ ਇੰਟਰਵਿਊਜ਼ ਆਉਣੀਆਂ ਚਾਹੀਦੀਆਂ। ਹੁਣ ਦੂਜੀ ਧਿਰ ਕੀ ਕਹਿੰਦੀ ਆ, ਜਿਹੜੇ ਕੁਲਦੀਪ ਬਰਾੜ ਦੇ ਜਿਹੜੇ ਉਹਨੇ ਸਵਾਲ ਉਠਾਏ ਨੇ ਜਾਂ ਗੱਲਾਂ ਕਹੀਆਂ ਨੇ, ਉਹਦੇ ਜਿਹੜੇ ਕਾਊਂਟਰ ਸਵਾਲ ਨੇ ਉਹ ਦੂਜੀ ਧਿਰ ਨੂੰ ਕਰਨੇ ਬਣਦੇ ਆ, ਤਾਂ ਕਿ ਹਿੰਦੁਸਤਾਨ ਦੀ ਜਿਹੜੇ ਆਮ ਲੋਕ ਆ, ਜਿਹੜੇ ਹੁਣ ਪੀੜ੍ਹੀ ਆ ਜਿਹਦੇ ਵਿੱਚ ਨਫ਼ਰਤ ਨਹੀਂ ਹੈ, ਜਿਹੜੀ ਉਹਨੂੰ ਇੱਕ ਨਫ਼ਰਤੀ ਮੁਹਿੰਮ ਦੇ ਤੌਰ ਤੇ ਨਹੀਂ, ਇੱਕ ਜਸਟ ਇਨਫੋਰਮੇਸ਼ਨ ਦੇ ਮੁਹਿੰਮ ਦੇ ਤੌਰ ਤੇ। ਫਿਰ ਇਹ ਵੀ ਤੇ ਹੋ ਸਕਦਾ ਨਾ ਵੀ ਇਦਾਂ ਦੇ ਇੰਟਰਵਿਊਜ਼ ਦੇ ਨਾਲ, ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੇ ਵਿੱਚ ਨਫ਼ਰਤ ਨਹੀਂ ਹੈ, ਉਹ ਨਫ਼ਰਤ ਫਿਰ ਇੰਜੈਕਟ ਕੀਤੀ ਜਾ ਰਹੀ ਹੈ। ਬਿਲਕੁਲ ਇਹ ਇੰਜੈਕਟ ਇਹ ਵਾਲਾ ਵਰਜ਼ਨ ਦੇ ਕੇ, ਹਾਂਜੀ ਇਹ ਵਰਜ਼ਨ ਦੇ ਕੇ, ਇਹ ਪੁਆਇੰਟ ਹੈਗਾ ਤੁਹਾਡਾ ਵੀ ਇਹ ਵਰਜ਼ਨ ਦੇ ਕੇ ਜਿਹੜੇ ਹੁਣ ਜਿਹੜੇ ਬੱਚੇ ਹੁਣ 10 15 20 ਸਾਲ ਪਹਿਲਾਂ ਜਨਮੇ ਨੇ ਹਨਾ, ਜਿਹੜੇ ਹਿਸਟਰੀ ਦੇ ਸਟੂਡੈਂਟ ਨੇ ਔਰ ਬਿਨਾਂ ਕਿਸੇ ਪਾਰਟੀਜ਼ਮ ਦੇ ਹਨਾ, ਵੀ ਉਹ ਇਹ ਨਿਰਪੱਖ ਹੋ ਕੇ ਸੋਚਣਾ ਜਾਂ ਪਹੁੰਚਣਾ ਚਾਹੁੰਦੇ ਆ, ਜਿਨ੍ਹਾਂ ਦੀ ਹੁਣ ਜਿਹੜਾ
ਪੰਜਾਬ ਤੋਂ ਬਾਹਰ ਬੈਠਾ, ਉਹਦੀ ਇਹਨਾਂ ਲੋਕਾਂ ਨਾਲ ਕੋਈ ਪਹੁੰਚ ਨਹੀਂ ਹੈ ਹਨਾ, ਇਹਨਾਂ ਲੋਕਾਂ ਤੱਕ ਜਿਹੜੇ ਉਹ ਜੰਗ ਦੇ ਸਿੱਖ ਚਸ਼ਮਦੀਦ ਗਵਾਹ ਨੇ, ਉਹਨਾਂ ਨੂੰ ਮੀਡੀਆ ਹੀ ਆ ਵੀ ਉਹ ਕਰੇ ਵੀ ਹਾਂ ਉਹਨਾਂ ਦੀ ਗੱਲਬਾਤ ਕਰਕੇ ਉਹਦੇ ਕਾਊਂਟਰ ਕਲੇਮਸ ਦੇ ਬਾਰੇ ਕਾਊਂਟਰ ਆਵੇ, ਫਿਰ ਹੋਰ ਪਾਸਿਓਂ ਉਹਨਾਂ ਦੀਆਂ ਵੀ ਆਉਣ, ਹੋਰ ਪਾਸਿਓਂ ਵੀ ਆਉਣ, ਇਕੱਲੇ ਬਰਾੜ ਦੀ ਨਹੀਂ, ਹੋਰ ਜਿਹੜੇ ਆਫੀਸਰਸ ਆ ਉਹਨਾਂ ਦੀਆਂ ਆਉਣ, ਇੱਥੋਂ ਸਿੱਖ ਵਿਦਵਾਨਾਂ ਦੀਆਂ ਜਾਣ, ਤਾਂ ਕਿ ਜਿਹੜੇ ਲੋਕ ਆ ਉਹ ਫੈਸਲਾ ਕਰਨ ਵੀ ਵਟ ਹੈਪਨਡ ਰੋਂਗ, ਵਟ ਹੈਪਨਡ ਰਾਈਟ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਇਹੀ ਕੋਸ਼ਿਸ਼ ਕੀਤੀ, ਕਿਉਂਕਿ ਅਕਾਲ ਚੈਨਲ ਸਮੇਂ-ਸਮੇਂ ਤੇ ਜਦੋਂ ਵੀ ਕਿਤੇ ਜਿਹੜਾ ਹੈ ਸਿਧਾਂਤਕ ਹਮਲਾ ਕੌਮ ਦੇ ਉੱਤੇ ਹੁੰਦਾ ਹੈ, ਚਾਹੇ ਕਿਤਾਬਚਿਆਂ ਦੇ ਰੂਪ ਦੇ ਵਿੱਚ ਹੋਵੇ, ਇੰਟਰਵਿਊ ਦੇ ਰੂਪ ਦੇ ਵਿੱਚ ਹੋਵੇ, ਜਾਂ ਆਪਾਂ ਕਹੀਏ ਕਿ ਬਹੁਤ ਸਾਰੀਆਂ ਜਿਹੜੀਆਂ ਸਪੀਚਿਸ ਨੇ, ਖਾਸ ਕਰਕੇ ਬਹੁ ਗਿਣਤੀ ਦੇ ਵੱਡੇ ਧਿਰਾਂ ਦੇ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਸਾਡੇ ਤੇ ਕੀ ਕੁਝ ਸਿਧਾਂਤਕ ਹਮਲਾ ਹੋ ਰਿਹਾ ਹੈ, ਉਹਦਾ ਜਵਾਬ ਅਕਾਲ ਚੈਨਲ ਸਮੇਂ-ਸਮੇਂ ਤੇ ਜਿਹੜਾ ਹੈ ਉਹ ਦਿੰਦਾ ਆਇਆ ਹੈ ਔਰ ਦਿੰਦਾ ਵੀ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ।